everything ਚੰਗਾ ਉਹਦੇ ਚ ਸੋ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਆਸਾ ਦੀ ਵਾਰ ਦੀਆਂ ਜਿਹੜੀਆਂ ਪੌੜੀ ਨੰਬਰ 10 ਦੇ ਜਿਹੜੇ ਸ਼ਲੋਕ ਜਿਹੜਾ ਹੈ ਸੱਚ ਤਾਂ ਪਰ ਜਾਣੀਏ ਉਹਦੇ ਉੱਤੇ ਫੋਕਸ ਕਰਕੇ we will try to get a connection. It's still मतलब कि थोड़ा ਜਿਹਾ abstract concept है so you have to एक concept ਉਹਨਾਂ ਨੂੰ clear ਹੁੰਦੇ ਨੇ ਜਿਹੜੇ ਥੋੜੇ practice ਕਰਦੇ ਨੇ ਜਿਹੜੀਆਂ ਚੀਜ਼ਾਂ ਨੂੰ ਮਨੇ ਕਿ it's not like a ਜਿਹੜੀ in theory ਵਿੱਚ ਹੈ ਉਹਦੇ ਉਹਨਾਂ ਵਾਸਤੇ ਔਖਾ ਕੰਮ ਹੈ ਬੜਾ so but we'll see what we can do and we'll go slowly and see if this makes sense to people. ਹਾਂਜੀ ਸਤਿ ਸ਼੍ਰੀ ਅਕਾਲ ਨਿਮੀ ਦੀਦੀ ਤੁਸੀਂ muted ਹੋ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ nice to hear your voice ਦੀਦੀ so So 2 or 3 more minutes left and then we'll start. ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ sweetie ji, how are you? good how are you? Good. I made you guys a co-host so ਅਗਰ ਉਹ ਕਿਧਰੇ help ਹੋਏ ਤੇ ਫਿਰ ਉਤੇ ਕਰ ਦੇਣਾ. All right. I'll wait another minute or two then I'll start. Sat Sri Akal Veer ji and happy Father's Day to everyone. Thank you. Happy Father's Day to everybody ji. Thank you for saying that. Happy Father's Day to everybody, all the fathers. It's 9 o'clock now exactly, so I'm gonna wait another minute and then we'll start 9:01. ਵੀਰ ਜੀ ਇੱਕ ਕੁਐਸਚਨ ਸੀਗਾ ਇਹ ਵਾਵਲ ਜਿਹੜੇ ਅਸੀਂ ਕਹਿੰਦੇ ਆ ਕੁਰਬਾਨੀ ਵਿੱਚ ਪੰਜਾਬੀ ਵਿੱਚ ਇਹਦਾ ਦਾ ਮਾਤਰਾ ਰਾਈਟ ਨਹੀਂ ਵਾਵਲ ਨੂੰ ਗੁਰਬਾਣੀ ਵਿੱਚ ਸਵਰ ਕਹਿੰਦੇ ਨੇ ਨਹੀਂ ਲੇਕਿਨ ਉਹ ਕਿਹੜੇ ਲੈਟਰਸ ਹੈਗੇ ਐੜਾ ਹੈ ਈੜੀ ਹੈ ਊੜਾ ਹੈ ਓਕੇ ਤੇ ਇਹ ਤਿੰਨ ਵੱਡੇ ਹਨ ਐਂਡ ਦੈਨ ਉਹਦੇ ਨਾਲ ਫਿਰ ਜਿਹੜੀਆਂ ਅਸੀਂ ਜਿਹੜੀ ਐਕਸੈਂਟ ਮਾਰਕ ਲਗਾਉਂਦੇ ਆ ਜਿਹੜੇ ਸਿਹਾਰੀਆਂ ਬਿਹਾਰੀਆਂ ਹਨ ਔਂਕੜ ਦੁਲੰਕੜ ਹਨ ਦੁਲਾਵਾ ਹਨ ਹੋੜਾ ਹੈ ਕਨੋੜਾ ਹੈ ਤੇ ਇਹਦੇ ਨਾਲ ਅਸੀਂ ਜਿਹੜੇ ਵਿਅੰਜਨ ਜਿਹੜੇ ਹੁੰਦੇ ਨੇ ਮਤਲਬ ਜਿਹੜੇ ਕੌਨਸੋਨੈਂਟਸ ਹਨ ਉਹਨੂੰ ਅਸੀਂ ਵਾਵਲ ਦੀ ਐਡ ਕਰ ਦਿੰਦੇ ਆ ਉਸ ਨੂੰ ਸੋ ਅਨਲਾਈਕ ਇੰਗਲਿਸ਼ ਚ ਨਹੀਂ ਹੁੰਦਾ ਉਂਝ ਬਸ ਸਾਡੇ ਚ ਹੁੰਦਾ ਉਂਝ ਪਰ ਐੜਾ ਊੜਾ ਤੇ ਈੜੀ ਜਿਹੜੀ ਹੈ ਇਹ ਵਾਵਲ ਇਹ ਡੈਫੀਨਿਟਲੀ ਸਵਰ ਹਨ ਵਿਅੰਜਨ ਨਹੀਂ ਹਨ so yeah so it's 9:01 now so I'll start right now. Today is a little difficult topic for me to talk about because lot has been misconceptions baniye in this topic bare aur ajkal internet de aan de naal a lot of people say some things not understanding it fully. Somebody had asked a question ki simran ki hai and ਉਹਦੇ ਉੱਤੇ ਮੈਂ ਥੋੜਾ ਜਿਹਾ ਬੋਲਿਆ ਫਿਰ ਮੈਂ ਕਿਹਾ ਸੀ ਕਿ we will address that today's class which at KCF last 10-15 years is badi vari is subject matter nu touch kita hai it's a difficult subject to talk about because this is not a word that has a like a ik meaning hoye jida yeah gurbani which we bade different usage aayiyan hain for example ਕਈ ਵਾਰੀ word ਸਿਮਰਨ ਆਇਆ ਹੈ ਕਈ ਵਾਰੀ ਸਿਮਰੋ ਆਇਆ ਹੈ ਕਈ ਵਾਰੀ ਸਿਰਫ ਨਾਮ ਹੀ ਆਇਆ ਹੈ ਸਿਮਰਨ ਵਾਸਤੇ ਕਈ ਵਾਰੀ ਸੱਚ ਆਇਆ ਹੈ ਜਿਸ ਤਰ੍ਹਾਂ ਫॉर एग्जांपल ਇਸ
ਇੱਥੇ ਇਸ ਆਸਾ ਦੀ ਵਾਰ ਦੇ ਜਿਹੜਾ ਅੱਜ ਜਿਹੜਾ ਸ਼ਲੋਕ ਡਿਸਕਸ ਕਰਨਾ ਹੈ ਉਹਦੇ ਵਿੱਚ ਸੱਚ ਆਇਆ ਹੈ। ਕਈ ਵਾਰੀ ਸੱਤ ਵੀ ਆਇਆ ਹੈ ਸੱਚ ਦੀ ਜਗ੍ਹਾ, ਕਈ ਵਾਰੀ ਨਾਉ ਆਇਆ ਹੈ ਵਰਡ। ਸੋ ਬਹੁਤ ਕੰਟੈਕਸਚੁਅਲ ਹੈ ਔਰ ਕੰਪਲੈਕਸ ਹੈ ਵਰਡ। ਕੰਪਲੈਕਸ ਇਸ ਵਾਸਤੇ ਹੈ ਕਿਉਂਕਿ ਹਿਊਮਨ ਇਮੋਸ਼ਨ ਨਾਲ ਡੀਲ ਕਰਦਾ ਹੈ। ਪਰਮਾਤਮਾ ਦੀ ਰਿਲੇਸ਼ਨਸ਼ਿਪ ਜਿਹੜੀ ਜੀਓ ਨਾਲ ਹੈ ਉਹਦੇ ਨਾਲ ਡੀਲ ਕਰਨ ਦੀ ਵਜ੍ਹਾ ਦੇ ਨਾਲ ਕੰਪਲੈਕਸਿਟੀ ਰੇਜ਼ ਹੋ ਜਾਂਦੀ ਹੈ। ਸਿੰਪਲ ਵਰਡ ਨਹੀਂ ਹੈ। ਫॉर एग्जांपल ਖਾਣਾ ਪੀਣਾ ਬੈਠਣਾ ਉੱਠਣਾ, ਕਈ ਵਰਡ ਬੜੇ ਸਿੰਪਲ ਹੁੰਦੇ ਨੇ, ਬਟ ਜਦੋਂ ਰਿਲੇਸ਼ਨਸ਼ਿਪ ਕਾਸਮਿਕ ਹੋ ਜਾਵੇ, ਜਦੋਂ ਰਿਲੇਸ਼ਨਸ਼ਿਪ ਪਰਮਾਤਮਾ ਨਾਲ ਜੁੜਨ ਦੀ ਹੋ ਜਾਵੇ ਤੇ ਉੱਥੇ ਫਿਰ ਉਹ ਖਾਂਦੇ ਹਨ ਕਿਉਂਕਿ ਉੱਥੇ ਵਰਡ ਜਿਹੜੇ ਹਨ ਜਿਹੜੇ ਉਹ ਜ਼ਿਆਦਾ ਰਿਲੇਟ ਕਰ ਸਕਦੀ ਹਨ ਜਿਹੜੇ ਚੱਲੇ ਹਨ ਉਸ ਰਸਤੇ ਦੇ ਉੱਤੇ। ਸੋ ਬਿਫੋਰ ਵੀ ਸਟਾਰਟ ਇਸ ਸੱਚ ਦਾ ਪਰਜਾਣੀਏ ਵਾਲਾ ਸ਼ਲੋਕ ਦੇ ਉੱਤੇ ਸਿਮਰਨ ਵਰਡ ਸੰਸਕ੍ਰਿਤ ਦੇ ਸਮਰਨ ਤੋਂ ਆਇਆ ਹੈ ਵਰਡ। ਦ ਰੂਟ ਜਿਹੜਾ ਵਰਡ ਹੈ ਸਮਰਨ ਹੈ, ਤੇ ਸਮਰਨ ਹੁੰਦਾ ਹੈ ਕਿਸੇ ਦੀ ਯਾਦ ਜਾਂ ਕਿਸੇ ਨੂੰ ਯਾਦ ਕਰਨਾ ਜਾਂ ਕਿਸੇ ਦੀ ਯਾਦ ਆਏ ਤੁਹਾਨੂੰ ਤੇ ਯਾਦ ਅਨਫੋਰਚੂਨੇਟਲੀ ਉਸੇ ਦੀ ਆਉਂਦੀ ਹੈ ਜਿਹਦੇ ਨਾਲ ਕੋਈ ਰਿਲੇਸ਼ਨਸ਼ਿਪ ਹੋਵੇ, ਹਾਂਜੀ, ਜਾਂ ਕਿਸੇ ਦਾ ਕੋਈ ਚਾਹੀਦਾ ਹੋਵੇ ਕੁਝ, ਹੈ ਨਾ। ਸੋ ਕਿਸੇ ਨੇ ਤੁਹਾਡੇ ਕੋਲ ਪੈਸੇ ਬੋਰੋ ਕੀਤੇ ਹੋਣ ਤੇ ਉਹ ਨਾ ਦਵੇ ਵਾਪਸ, ਤੇ ਫਿਰ ਉਹਦੀ ਯਾਦ ਆਉਂਦੀ ਹੈ ਬਾਰ-ਬਾਰ, ਯਾਰ ਉਹਨੇ ਆਇਆ ਨਹੀਂ, ਉਹ ਮਿਲਿਆ ਨਹੀਂ, he owes me money ਜਾਂ ਕਿਸੇ ਨਾਲ ਬਹੁਤਾ ਪਿਆਰ ਹੋਵੇ। ਫॉर एग्जांपल ਤੁਹਾਡੇ ਬੱਚੇ ਹਨ, ਤੁਹਾਡੀ ਸਪਾਊਸ ਹੈ, ਹਸਬੈਂਡ ਵਾਈਫ, ਮਮ ਐਂਡ ਡੈਡ ਐਂਡ ਬ੍ਰਦਰਸ ਐਂਡ ਸਿਸਟਰਸ ਐਂਡ ਫਰੈਂਡਸ ਐਂਡ ਉਹਨਾਂ ਦੀ ਯਾਦ ਆਉਂਦੀ ਹੈ ਬੜੀ। ਕਈ ਵਾਰੀ ਜੇ ਨਾ ਮਿਲਣ ਬੜੀ ਦੇਰ ਬਾਅਦ ਤੇ ਕਹਿੰਦੇ ਨੇ ਯਾਰ ਤੁਸੀਂ ਮਿਲੇ ਨਹੀਂ, ਤੁਹਾਡੀ ਬੜੀ ਯਾਦ ਆਈ ਬੜੀ, ਇੱਕ ਉਹ ਯਾਦ ਹੈ। ਪਰ ਹਰ ਯਾਦ ਦੇ ਪਿਛੋਕੜ ਦੇ ਵਿੱਚ ਇੱਕ ਰਿਲੇਸ਼ਨਸ਼ਿਪ ਹੈ ਜ਼ਰੂਰ। ਕਈ ਵਾਰੀ ਉਹ ਰਿਲੇਸ਼ਨਸ਼ਿਪ ਪਿਆਰ ਵਾਲੀ ਹੁੰਦੀ ਹੈ, ਜਿਸ ਤਰ੍ਹਾਂ ਆਪਣੇ ਬੱਚਿਆਂ ਨਾਲ ਹੈ, ਸਪਾਊਸ ਨਾਲ ਹੈ, ਮਮ ਐਂਡ ਡੈਡ ਨਾਲ ਹੈ, ਬ੍ਰਦਰ ਐਂਡ ਸਿਸਟਰ ਨਾਲ ਹੈ। ਤੇ ਕਈ ਵਾਰੀ ਇੱਕ ਮੰਗ ਦੀ ਲੋੜ ਹੁੰਦੀ ਹੈ ਕਿ ਇੱਕ ਨੀਡੀ ਹੁੰਦੀ ਹੈ ਲੋੜ। If everybody can mute themselves, I think somebody, yeah. So, relationship ਜਿਹੜੀ ਹੈ ਯਾਦ ਦੀਆਂ ਰਿਲੇਸ਼ਨਸ਼ਿਪ, ਯਾਦ ਉਸੇ ਨੂੰ ਹੀ ਬੰਦਾ ਕਰਦਾ ਹੈ ਜਿਹਦੇ ਚ ਕੋਈ ਚਾਹੀਦਾ ਹੋਵੇ, ਕਿਸੇ ਨੂੰ ਲੋੜ ਹੋਵੇ, ਕਿਸੇ ਕੁਝ you need something from that person, or for example ਕਿਸੇ ਨਾਲ ਬਹੁਤਾ ਪਿਆਰ ਹੋਵੇ, ਜਾਂ ਕੋਈ ਚੀਜ਼ ਇਹੋ ਜਿਹੀ ਹੋਵੇ, ਕੋਈ ਇੰਪੋਰਟੈਂਟ ਚੀਜ਼ ਹੋਵੇ। ਫॉर एग्जांपल ਕਿਸੇ ਨੇ ਕੋਈ ਦਵਾਈ ਖਾਣੀ ਹੋਵੇ ਕਿ ਉਹਦੀ ਯਾਦ ਰਹਿੰਦੀ ਹੈ ਸਵੇਰੇ ਉੱਠ ਕੇ ਖਾਣੀ ਹੈ ਮੈਂ ਦਵਾਈ। ਪਰ ਜਿਹੜੀ ਚੀਜ਼ ਨੂੰ ਤੁਸੀਂ ਕਦੀ ਦੇਖਿਆ ਨਹੀਂ, ਜਿਹੜੀ ਚੀਜ਼ ਨੂੰ ਤੁਸੀਂ ਕਦੀ ਮਹਿਸੂਸ ਨਹੀਂ ਕੀਤਾ ਆਪਣੇ ਅੰਦਰ, ਉਸ ਪ੍ਰਮਾਤਮਾ ਨੂੰ, ਉਹਦੀ ਯਾਦ ਜਾਂ ਉਹਦਾ ਸਮਰਨ ਜਾਂ ਉਹਦੇ ਨਾਲ ਰਿਲੇਸ਼ਨਸ਼ਿਪ ਬਣਾਉਣੀ ਡਿਫਿਕਲਟ ਹੋ ਜਾਂਦਾ ਕਈ ਵਾਰੀ, ਕਿਉਂਕਿ ਉਹ ਨਜ਼ਰ ਨਹੀਂ ਆਉਂਦਾ, ਦੇਖਦਾ ਨਹੀਂ, ਦਿਖਦਾ ਨਹੀਂ, ਕੁਝ ਨਹੀਂ ਕਰਦਾ। ਬਾਣੀ ਵਿੱਚ ਉਸ ਇਸ਼ੂ ਨੂੰ ਬੜੀ ਵਾਰੀ ਡਿਫਰੈਂਟ ਤਰੀਕੇ ਨਾਲ ਐਡਰੈਸ ਕੀਤਾ ਗਿਆ ਹੈ, ਔਰ ਬਾਣੀ ਵਿੱਚ, ਗੁਰਬਾਣੀ 'ਚ ਬੜੀ ਥਾਵਾਂ ਦੇ ਉੱਤੇ ਬੜੀਆਂ ਸਟੇਜਸ ਡਿਫਾਈਨ ਕੀਤੀਆਂ ਗਈਆਂ। ਵਾਟ ਕਿ ਤੂੰ ਸਿੱਧਾ ਹੀ ਨਹੀਂ ਜਾ ਸਕਦਾ ਉੱਪਰ, ਤੇ you have to go through these stages, then if you go through these stages then it will be easier for you. ਮੈਂ ਐਗਜ਼ਾਮਪਲ ਦਿੰਦਾ ਜਪਜੀ ਸਾਹਿਬ ਦੀ। ਸਭ ਤੋਂ ਪਹਿਲੇ ਉੱਤੇ ਖੰਡ ਆਏ ਹਨ, ਖੰਡਾਂ ਦੇ ਵਿੱਚ ਹਰ ਇੱਕ ਖੰਡ ਦੀ ਇੱਕ ਆਪਣੀ ਲੈਵਲ ਦੱਸੀ ਹੈ ਉਹਨਾਂ ਨੇ, ਹਾਂਜੀ। ਧਰਮ ਖੰਡ ਦੀ ਆਪਣੀ ਲੈਵਲ ਹੈ, ਫਿਰ ਗਿਆਨ ਖੰਡ ਹੈ, ਸਰਮ ਖੰਡ ਹੈ, ਕਰਮ ਖੰਡ ਹੈ, ਸੱਚ ਖੰਡ ਹੈ। ਹਰ ਇੱਕ ਖੰਡ ਦੀ ਇੱਕ ਆਪਣੀ ਇੱਕ ਡੈਫੀਨਿਟਿਵ ਸਟੇਜ ਹੈ ਲਵ ਦੀ। ਸੋ ਉਹ ਇੱਕ ਇੱਥੇ ਉੱਥੇ ਡਿਸਕਸ਼ਨ ਆਈ ਹੈ। ਮੈਂ ਹੋਰ ਬੜੀਆਂ ਜਗ੍ਹਾ ਤੇ ਡਿਸਕਸ਼ਨ ਆਈ ਹੈ। ਫॉर एग्जांपल ਦੂਸਰੀ ਡਿਸਕਸ਼ਨ ਲਾਵਾਂ ਚ ਆਈ ਹੈ, ਬਹੁਤ ਖੂਬਸੂਰਤੀ ਨਾਲ ਆਈ ਹੈ। ਉੱਥੇ ਪਹਿਲੀ ਲਾਮ ਵਿੱਚ ਪ੍ਰਵਿਰਤੀ ਨੂੰ ਕਰਮ ਨੂੰ ਜੜਾਉਣ ਦੀ ਆਦੇਸ਼ ਦਿੱਤਾ ਉਹਨਾਂ ਨੇ। ਫਿਰ ਕਿਹਾ ਨਹੀਂ, ਇਹ ਵੀ ਇਹ ਇੰਪੋਰਟੈਂਟ ਹੈ, ਪਰ ਇਸ ਤੋਂ ਅਗਲਾ ਕੰਮ ਤੂੰ ਕਰ, ਸਗਲ ਪੁਰਖ ਤੂੰ ਪ੍ਰਮਾਤਮਾ ਦੀ ਗੁਰੂ ਨਾਲ ਮੇਲ ਕਰ, ਤੂੰ ਹਰ ਦੂਜੜੀ ਲਾਮ ਸਤਿਗੁਰ ਪੁਰਖ ਬਣਾਇਆ, ਆਪਣੇ ਦੇਖ ਆਪਣੇ ਤੇਰੇ ਆਸ-ਪਾਸ ਕੌਣ ਹਨ ਤੇ ਨਿਰਮਲ ਭਾਵ ਦੀ ਪੈਦਾ ਕੋਸ਼ਿਸ਼ ਕਰ। ਫਿਰ ਤੀਸਰੀ ਸਟੇਜ ਵਿੱਚ ਆਏ ਤੇ ਕਹਿਣ ਲੱਗੇ ਇਹ ਇਨਫ ਨਹੀਂ ਹੈ, ਹੁਣ ਦੇਖ ਜਿਹੜਾ ਪ੍ਰਮਾਤਮਾ ਨਾਲ ਪਿਆਰ ਤੂੰ ਕੀਤਾ ਹੈ, ਜਿਹੜਾ ਤੂੰ ਇਹ ਬੀਜ ਜਿਹੜੇ ਬੋਏ ਹਨ, ਇਹ ਦੇਖ ਇਹਦੇ ਨਾਲ ਤੈਨੂੰ ਵੈਰਾਗ ਕ੍ਰੀਏਟ ਹੁੰਦਾ ਕਿ ਨਹੀਂ ਹੁੰਦਾ, ਤੇਰੇ ਨਾਲ ਤੂੰ ਮਿਸ ਕਰਦਾ ਕਿ ਨਹੀਂ ਕਰਦਾ। ਹਾਲੇ ਵੀ ਕਿਸੇ ਦਾ ਔਨ ਹੈ, if somebody can help me put that away, background noise ਆਉਂਦੀ ਹੈ ਉਹਦੇ ਨਾਲ। ਸੋ ਉਹ ਲਾਵਾਂ ਦੀਆਂ ਸਟੇਜਸ ਉੱਥੇ ਡਿਫਾਈਨ ਕੀਤੀਆਂ ਵੀ ਇਹ ਡਿਸਟਿੰਕਟ ਸਟੇਜਸ ਹਨ। ਆਸਾ ਦੀ ਵਾਰ ਦੇ ਇਸ ਸ਼ਲੋਕ ਦੇ ਵਿੱਚ ਵੀ 5 ਬੜੀਆਂ ਡਿਸਟਿੰਕਟ ਸਟੇਜਸ ਡਿਫਾਈਨ ਕੀਤੀਆਂ ਉਹਨਾਂ ਨੇ, ਜਿਹੜੀਆਂ ਸ਼ੁਰੂ ਹੁੰਦੀਆਂ ਸੱਚ ਤਾਂ ਪਰ ਜਾਣੀਏ ਜੇ ਹਿਰਦੇ ਸੱਚਾ ਹੋਏ ਤੋਂ ਸ਼ੁਰੂ ਹੁੰਦੀਆਂ।
ਤੇ ਐਂਡਿੰਗ ਹੈ ਇਹਦੀ ਕਿ ਸੱਚ ਤਾਂ ਪਰ ਜਾਣੀਏ ਜੇ ਆਤਮ ਤੀਰਥ ਕਰੇ ਨਿਵਾਸ। ਹਿਰਦੇ ਸੱਚਾ ਹੋਣ ਤੋਂ ਲੈ ਕੇ ਆਤਮ ਤੀਰਥ ਕਰੇ ਨਿਵਾਸ ਦੇ ਵਿਚਕਾਰ ਬੜੇ ਪੜਾਵ ਹਨ, ਬੜੀਆਂ ਬਹੁਤ ਇੱਕ ਸਟੇਸ਼ਨ ਹਨ ਬੜੇ ਸਾਰੇ ਜਿਹੜੇ ਕ੍ਰਾਸ ਕਰਨੇ ਹੁੰਦੇ ਨੇ ਉਸ ਇਨਸਾਨ ਨੇ। ਮਨੇ ਯੂ ਕੈਨੋਟ ਜਸਟ ਸਕਿਪ ਦੋਜ਼ ਐਂਡ ਗੋ ਫਰਮ A to Z, ਸਟ੍ਰੇਟ ਨਹੀਂ ਜਾ ਸਕਦੇ ਤੁਸੀਂ। ਤੇ ਇਸ਼ੂ ਇਹ ਆਉਂਦਾ ਹੈ ਕਿ ਪਰਮਾਤਮਾ ਨਾਲ ਪਿਆਰ ਪਵੇ ਕਿੰਜ ਨੂੰ, ਸਿਮਰਨ ਦੀ ਇੱਕ ਕਿੰਜ ਅਵਸਥਾ ਅੰਦਰੋਂ ਸ਼ੁਰੂ ਹੋਵੇ। ਬੜੇ ਲੋਕਾਂ ਦੇ ਅੱਜ ਕੱਲ੍ਹ ਗੁਰਦੁਆਰਿਆਂ ਵਿੱਚ ਹਰ ਜਗ੍ਹਾ ਕਈ ਵਾਰੀ ਮਿਸਕਨਸੈਪਸ਼ਨ ਲੋਕਾਂ ਨੇ ਪਾਏ ਹੋਏ ਹਨ ਕਿ ਕਈ ਵਾਰੀ ਕੀਰਤਨ ਦੇ ਦੌਰਾਨ ਅਨਾਉਂਸ ਕਰ ਦਿੰਦੇ ਹਨ ਕਿ ਜੀ ਅਸੀਂ ਹੁਣ 5 ਮਿੰਟ ਸਿਮਰਨ ਕਰਾਂਗੇ, ਉਸ ਤੋਂ ਬਾਅਦ ਕੀਰਤਨ ਸ਼ੁਰੂ ਕਰਾਂਗੇ। ਸੋ ਉੱਥੇ ਡੈਫੀਨੇਸ਼ਨ ਸਿਮਰਨ ਦੀ ਹੈ ਕਿ ਉਹ ਵਾਹਿਗੁਰੂ ਵਾਹਿਗੁਰੂ ਦਾ ਮੰਤਰ ਜਾਪ ਕਰਾਂਗੇ, ਤੇ ਉਹ ਠੀਕ ਹੈ, ਉਹ ਵੀ ਨਥਿੰਗ ਰੋਂਗ। ਐਵਰੀ ਗੁਰਬਾਣੀ ਦਾ ਕੀਰਤਨ ਵੀ ਸਿਮਰਨ ਹੈ, ਕਿਸੇ ਵੀ ਸ਼ਬਦ ਦੀ ਗਾਣਾ ਸਿਮਰਨ ਹੈ, ਪਾਠ ਕਰਨਾ ਸਿਮਰਨ ਹੈ, ਤੇ ਵਾਹਿਗੁਰੂ ਗੁਰਮੰਤਰ ਦਾ ਜਾਪ ਵੀ ਸਿਮਰਨ ਹੈ। ਪਰ ਸਿਮਰਨ, ਅਸਲੀ ਸਿਮਰਨ ਉਹ ਹੈ ਜਿਹਦੀ ਯਾਦ ਪ੍ਰਮਾਤਮਾ ਦੀ ਤੁਹਾਡੇ ਅੰਦਰ ਵਸੇ, ਔਰ ਉਹ ਬਹੁਤ ਨੈਚੁਰਲ ਪ੍ਰੋਸੈਸ ਹੈ, ਬੜਾ ਕੋਈ ਮੈਕੈਨੀਕਲ ਪ੍ਰੋਸੈਸ ਨਹੀਂ ਹੈ। ਹਾਂ, ਉਹਦੇ ਪਹੁੰਚਣ ਦੇ ਤਰੀਕੇ ਬੜੇ ਹਨ ਤੇ ਇਹਨੂੰ ਕਿਧਰੇ ਗੁਰਬਾਣੀ 'ਚ ਕਿਧਰੇ ਡਿਫਾਈਨ ਨਹੀਂ ਕੀਤਾ ਗਿਆ। ਫॉर एग्जांपल, you will not find a line in the Gurbani which says ki you know what, step number 1 do this, step number 2 do this, step number 3 do this, step number 4 do this, step number 5 this, and then you're done. You find it. Stages define ਕੀਤੀਆਂ ਗਈਆਂ ਬੜੀ ਵਾਰੀ। ਹੁਣ ਇੱਥੇ ਸੱਚ ਦੀਆਂ stages define ਕੀਤੀਆਂ ਹੋਈਆਂ ਨੇ ਸਾਸਾ ਦੇ ਵਾਰ ਦੇ ਸ਼ਲੋਕ ਵਿੱਚ। We are going to go through it today and you will see it very clearly. ਬੜੀਆਂ definitive stages define ਕੀਤੀਆਂ ਹੋਈਆਂ ਕਿ ਇਖਲਾਕੀ ਸੱਚ ਕੀ ਹੈ, ਇੱਕ ਮੋਰਾਲਿਟੀ ਦਾ ਸੱਚ ਹੁੰਦਾ, ਯੂ نو। ਫॉर एग्जांपल, ਇੱਕ ਬੰਦਾ ਕਵੇ ਮੈਂ ਸੱਚ ਬੋਲਦਾ ਹਾਂ, ਮੈਂ ਸੱਚਾ ਹਾਂ, ਮੈਂ ਟੈਕਸ ਰਿਟਰਨ ਤੇ ਝੂਠ ਨਹੀਂ ਬੋਲਦਾ, ਮੈਂ ਕਿਸੇ ਨਾਲ ਝੂਠ ਨਹੀਂ ਬੋਲਦਾ, what is inside and what is outside, ਤੇ ਉਹ ਸੱਚ ਜਿਹੜਾ ਹੈ ਉਹ ਸੱਚ ਅਲੱਗ ਹੈ। ਪਰ ਇਸ ਸੱਚ ਦੀ ਜਿਹੜੀ ਗੱਲ ਆਈ ਹੈ ਤੇ ਇਹ ਸੱਚ ਅਲੱਗ, ਇਹ ਸੱਚ ਹੋਰ ਵੀ ਉੱਚਾ ਹੈ ਉਸ ਤੋਂ। ਸੋ ਦੁਨਿਆਵੀ ਜਿਹੜੇ ਸੱਚ ਬੋਲਣ ਵਾਲੇ ਦੇ ਅੰਦਰ ਕਈ ਵੀ ਹੋਮੇ ਪੈਦਾ ਹੋ ਜਾਂਦੀ ਕਿ ਮੈਂ ਸੱਚਾ ਹਾਂ ਬੜਾ, ਪਰ ਇਹ ਜਿਹੜਾ ਸੱਚ ਦੀ ਗੱਲ ਇੱਥੇ ਜਿਹੜੀ ਕਰਦੇ ਪਏ ਸੱਚ ਦੀ ਗੱਲ ਉਹ ਡਿਫਰੈਂਟ ਹੈ। ਹਾਂਜੀ, ਸੋ ਟੁਡੇ ਵੀ ਆਰ ਟ੍ਰਾਈਂਗ, ਵਿਲ ਫੋਕਸ ਔਨ ਕਿ ਸਿਮਰਨ ਕੀ ਹੈ, ਯਾਦ ਕਿਸ ਤਰ੍ਹਾਂ ਪ੍ਰਮਾਤਮਾ ਦੀ ਹਿਰਦੇ ਦੇ ਅੰਦਰ ਵਸਦੀ ਹੈ, ਉਹ ਯਾਦ ਕਿੰਝ ਸਟਰੋਂਗ ਹੁੰਦੀ ਹੈ, ਉਹ ਯਾਦ ਦੇ ਵਿੱਚ ਪਿੱਛੇ ਕੀ ਪਿਛੋਕੜ ਕੀ ਹੈ ਉਸ ਯਾਦ ਦਾ, ਤੇ ਉਹ ਯਾਦ ਉਹਦੇ ਅੰਦਰ ਕਿਸ ਤਰ੍ਹਾਂ ਵਸਦੀ ਹੈ ਉਹਦੇ ਅੰਦਰ। ਇਹ ਅੱਜ ਗੋਲ ਹੈ ਸਾਡਾ, and we will try to do it through this ਆਸਾ ਦੀ ਵਾਰ ਦੀ ਜਿਹੜੇ 10th ਪੌੜੀ ਦਾ ਜਿਹੜਾ ਸ਼ਲੋਕ which I will share on the screen though, ਜਿਹੜੀਆਂ ਡਿਫਾਈਨ ਕਰਾਂਗੇ ਸਟੇजेस ਜਿਹੜੀਆਂ ਡਿਫਾਈਨ ਕੀਤੀਆਂ ਹੋਈਆਂ ਗੁਰੂ ਨਾਨਕ ਦੇਵ ਜੀ ਨੇ ਇੱਥੇ ਸ਼ਲੋਕ ਮਹਲਾ ਪਹਿਲਾ, ਉਹਦੇ ਥਰੂ ਡਿਫਾਈਨ ਕਰਾਂਗੇ। But any questions on the word Simran though, or anything that I've said so far? I'm going to take a 1 second break and see if anybody has questions though before I move forward. Thank you. ਵੀਰ ਜੀ, ਤੁਸੀਂ ਸਿਮਰਨ ਦੀ ਗੱਲ ਕਰ ਰਹੇ ਹੋ, ਸੱਚ ਦੀ ਗੱਲ ਕਰ ਰਹੇ ਹੋ, how are the two connected, right? Yeah, it's in the same connection ਹੈ ਬੜਾ, ਕਿਉਂਕਿ ਸੱਚ ਵਰਡ ਜਿਹੜਾ ਹੈ ਉਹ ਪ੍ਰਮਾਤਮਾ ਵਾਸਤੇ ਇੱਥੇ ਵਰਤਿਆ ਗਿਆ। I will address that in a second, ਤੁਹਾਡਾ ਕੁਐਸਚਨ ਜਿਹੜਾ ਹੈ। ਪਰ ਸਿਮਰਨ ਜਿਹੜਾ ਹੈ ਉਹ ਪ੍ਰੋਸੈਸ ਹੈ, ਯੂ نو, ਇੱਕ ਬਹੁਤ ਨੈਚੁਰਲ ਔਰ ਬਹੁਤ ਆਰਗੈਨਿਕ ਪ੍ਰੋਸੈਸ ਹੈ। ਸੋ ਸਿੱਖਿਆ ਨਹੀਂ, ਇਹ ਕੋਈ ਸਿਖਾਉਣ ਵਾਲੀ ਚੀਜ਼ ਨਹੀਂ ਹੈ ਕਿਸੇ ਨੂੰ ਵੀ ਜੀ। So Vijay, I'm going to ask you a question. When Harneet was born, your daughter, you know, nobody taught you how to love her, you know. I mean, you didn't attend any classes, and did you? I mean, koi class nahi lagdi ki Harneet, my daughter is born, let me attend 4 classes of how to love her, you know, or how not to forget about her, hai ji। ਇਹ ਕੋਈ ਮਾਪਿਆਂ ਨੂੰ ਕਲਾਸਿਸ ਨਹੀਂ ਲਾਣੀਆਂ ਪੈਂਦੀਆਂ ਕਿਧਰੇ, ਕੋਈ ਦੁਨਿਆਵੀ ਕਿਧਰੇ ਕੋਈ ਰੂਲ ਨਹੀਂ ਹੈ ਕਿਧਰੇ ਕੋਈ। ਹਾਂਜੀ, ਕੋਈ ਕਵੇ ਕਿ ਯਾਰ ਇਹ ਕਲਾਸਿਸ ਤੇ ਲਿੱਤੀਆਂ ਨਹੀਂ ਤੁਸੀਂ, ਫਿਰ ਤੁਹਾਡੇ ਅੰਦਰ ਪਿਆਰ ਕਿਸ ਤਰ੍ਹਾਂ ਪੈਦਾ ਹੋ ਗਿਆ ਆਪਣੀ ਡਾਟਰ ਦੀ ਤਰਫ, ਇਤਨੀ ਕੇਅਰਿੰਗ ਤੁਸੀਂ ਕਿਸ ਤਰ੍ਹਾਂ ਬਣ ਗਏ ਯਾਰ, ਇਹ ਕੀ ਹੋਇਆ ਅੰਦਰ ਤੁਹਾਡੇ? ਤਾਂ ਸਿਆਣਾ ਕੋਈ ਕਹੇਗਾ ਕਿ ਇਹ ਕਿਉਂਕਿ ਤੁਹਾਡੇ ਅੰਗ ਹੈ, ਤੁਹਾਡੇ ਆਪਣੇ ਚੋਂ ਹੈ, ਇਸ ਵਾਸਤੇ ਤੁਹਾਡੀ ਬੇਟੀ ਹੋਣ ਦੇ ਕਾਰਨ ਜਾਂ ਬੇਟਾ ਹੋਣ ਦੇ ਕਾਰਨ ਪਿਆਰ ਨੈਚੁਰਲੀ ਉਪਜਦਾ ਹੈ ਮਾਪਿਓ ਦੇ ਹਿਰਦੇ ਦੇ ਅੰਦਰ। ਬੱਚੇ ਕਰਨ ਨਾ ਕਰਨ ਤੁਹਾਡੇ ਅੰਦਰੋਂ ਹਿਰਦਾ ਹੈ। ਕੋਈ ਢੋਲਕੀਆਂ ਵਾਜੇ, ਕੋਈ ਰਾਗ ਨਹੀਂ ਸਿੱਖਣੇ ਪਏ ਤੁਹਾਨੂੰ, ਹਾਂਜੀ, ਕੋਈ ਗੁਰਬਾਣੀ ਨਹੀਂ ਪੜ੍ਹਨੀ ਪੈਂਦੀ, ਕੋਈ ਅਰਦਾਸਾਂ ਨਹੀਂ ਕਰਨੀਆਂ ਪੈਂਦੀਆਂ, ਹੇ ਪ੍ਰਮਾਤਮਾ ਮੇਰੇ ਪੁੱਤਰ ਧੀਆਂ ਨਾਲ ਮੇਰਾ ਪਿਆਰ ਵਧਾ ਤੂੰ, ਹਾਂਜੀ। ਉੱਥੇ ਉਹ ਚੱਕਰ ਨਹੀਂ ਹੈ ਕੋਈ, ਹੈ ਨਾ। ਸੋ ਇਹ
ਇਹ ਸਿਰਫ ਇੱਕ ਨਿਰੰਕਾਰ ਦੀ ਇਹ ਪੂਜਾ ਜਿਹੜੀ ਹੈ ਪ੍ਰਮਾਤਮਾ ਦੀ, ਇੱਥੇ ਪਹੁੰਚਣ ਵਾਸਤੇ ਬੜੀਆਂ ਅਰਦਾਸਾਂ ਹੈ ਨਾ, ਉਸ ਪਾਸੇ ਕਰਨ ਦਾ ਕੁਝ ਨਹੀਂ ਹੈ। ਹਾਂਜੀ, I'll still wait if anybody else has any questions. ਵੀਰ ਜੀ ਸਿਮਰਨ ਬਾਰੇ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਜਗ੍ਹਾ ਜਗ੍ਹਾ ਤੇ ਇਹੀ ਕਹਿੰਦੇ ਜਿਹਦੇ ਕਰਮਾਂ 'ਚ ਲਿਖਿਆ ਉਹੀ ਕਰ ਸਕਦਾ, ਤੇ ਇਹ ਵੀ ਲਿਖਦੇ ਆ ਕਿ ਇਹ ਉਹਦੀ ਚੀਜ਼ ਹੈ ਜਿਹਨੂੰ ਉਹ ਦਿੰਦਾ ਉਹੀ ਕਰ ਸਕਦਾ। ਪਰ ਇਹ ਵੀ ਲਿਖਿਆ ਹੋਇਆ ਨਾਲ ਕਿ ਜਦੋਂ ਉਹਦੀ ਬਖਸ਼ਿਸ਼ ਹੁੰਦੀ ਹੈ ਜਦੋਂ, ਤੇ ਉਹਦੇ ਕੱਟੇ ਹੋਏ ਕਰਮ ਵੀ ਕੱਟ ਜਾਂਦੇ ਹਨ ਵੀਰ ਜੀ। ਇੱਥੇ ਭੈੜੇ ਤੋਂ ਭੈੜੇ ਕਰਮ ਕੀਤੇ ਹੋਏ ਜੁੜੇ ਹੋਏ ਦੀ ਸੰਗਤ ਵਿੱਚ ਜਾਣ ਨਾਲ ਉਹ ਇਸ ਪਾਸੇ ਲੱਗ ਸਕਦਾ ਹੈ ਬੰਦਾ। ਸੋ ਗੁਰਬਾਣੀ ਵਿੱਚ ਦੋਨੋਂ ਤਰਫ ਦਾ ਪੱਖ ਆਇਆ ਹੈ। ਇਹ ਪੱਖ ਆਇਆ ਹੈ ਜੋ ਤੁਸੀਂ ਜਿਹੜਾ ਪੱਖ ਕਿਹਾ ਹੈ, ਇਹ ਪੱਖ ਤਾਂ ਲਿਖਿਆ ਹੈ ਕੋਈ ਕਿਸੇ ਦੇ ਅੰਦਰ ਹਉਮੈ ਨਾ ਪੈਦਾ ਹੋਵੇ, ਕੋਈ ਇਹ ਅਹੰਕਾਰ ਵਿੱਚ ਨਾ ਆਵੇ ਕਿ ਮੈਂ ਆਪ ਕਰ ਸਕਦਾ ਹਾਂ। ਇਸ ਵਾਸਤੇ ਲਿਖਿਆ ਹੈ ਕਿ ਜਿਸ ਨੂੰ ਉਹ ਕਰਾਏ ਉਹ ਕਰਾ ਸਕਦਾ ਹੈ। ਪਰ ਗੁਰਬਾਣੀ ਵਿੱਚ ਇਹੋ ਜਿਹੇ ਵਰਡ ਵੀ ਬੜੇ ਆਏ ਹਨ ਕਿ ਭੈੜੇ ਤੋਂ ਭੈੜੇ ਕਰਮ ਕੀਤੇ ਹੋਏ, ਖਰਾਬ ਤੋਂ ਖਰਾਬ ਬੰਦਾ ਵੀ ਹੋਵੇ ਤਾਂ ਵੀ ਜੇ ਸਤਸੰਗਤ ਵਿੱਚ ਜਾਏ, ਜੇ ਜੁੜਿਆਂ ਹੋਇਆਂ ਦੀ ਸੰਗਤ ਦੀ ਪ੍ਰਾਪਤੀ ਹੋ ਜਾਵੇ ਉਸਨੂੰ, ਤੇ ਮੈਂ ਤੇ ਹੈਰਾਨ ਹਾਂ ਕਿ ਜੁੜਿਆਂ ਹੋਇਆਂ ਦੀ ਸੰਗਤ ਦੇ ਉੱਤੇ ਆਸਾ ਦੀ ਵਾਰ ਦੇ ਵਿੱਚ ਦੇਖੋ, ਜਿੱਥੇ ਇਹ ਸ਼ਲੋਕ ਖਤਮ ਹੁੰਦਾ ਹੈ, ਜਿੱਥੇ ਸੱਚ ਤਾਂ ਪਰ ਜਾਣੀਏ which we are going to go through it today, ਉੱਥੇ ਪੌੜੀ ਸ਼ੁਰੂ ਹੁੰਦੀ ਹੈ, ਦਾਨ ਮਹਿੰਡਾ ਤਲੀ ਥਾਕ ਜੇ ਮਿਲੇ ਤੇ ਮਸਤਕ ਲਾਈਏ, ਹੈ ਨਾ। ਮੰਗ ਕਿਹਦੀ ਕੀਤੀ ਹੈ ਐਂਡ ਵਿੱਚ ਆ ਕੇ? ਪੌੜੀ ਵਿੱਚ ਮੰਗ ਸਿਮਰਨ ਵਾਲਿਆਂ ਦੀ ਸੰਗਤ ਦੀ ਮੰਗ ਹੈ, ਕਿਉਂਕਿ ਉਹਨਾਂ ਨੂੰ ਪਤਾ ਹੈ ਉੱਥੋਂ ਮਿਲਣੀ ਹੈ ਸਾਰਾ। ਇਹ ਮੈਂ ਉਹਨਾਂ ਦੀ ਤਲੀ ਦੀ ਧੂੜ ਆਪਣੇ ਮਸਤਕ ਤੇ ਲਾਵਾਂ, ਹਾਂਜੀ, ਕਿਉਂ? ਕਿਉਂਕਿ ਮਿਲਣਾ ਹੀ ਉੱਥੋਂ ਹੈ, ਹੋਰ ਕੋਈ ਤਰੀਕਾ ਨਹੀਂ ਹੈ ਕੋਈ ਮਿਲਣ ਦਾ। ਉੱਥੋਂ ਹੀ ਇਨਕਰੇਜਮੈਂਟ ਮਿਲਣੀ ਹੈ, ਜੁੜਿਆਂ ਹੋਇਆਂ ਦੀ ਸੰਗਤ ਵਿੱਚੋਂ ਹੀ ਇਨਕਰੇਜਮੈਂਟ ਮਿਲਣੀ ਹੈ, ਜੁੜਿਆਂ ਹੋਇਆਂ ਦੀ ਸੰਗਤ ਵਿੱਚੋਂ ਹੀ ਇਹ ਉਤਸ਼ਾਹ ਮਿਲਣਾ ਹੈ ਤੁਹਾਨੂੰ ਸੇਵਾ ਕਰਨ ਦਾ ਤੇ ਪ੍ਰਮਾਤਮਾ ਨਾਲ ਜੁੜਨ ਦਾ। ਹਾਂਜੀ, ਲਗਾਉਣ ਵਾਲਾ ਉਹ ਹੈ ਡੈਫੀਨੇਟਲੀ। ਲਗਾਉਣ ਉਹਦੀ ਕਿਰਪਾ ਬਿਨਾਂ ਨਹੀਂ ਹੋ ਸਕਦਾ, ਪਰ ਉਹਦੀ ਕਿਰਪਾ, ਉਹਦੀ ਬਖਸ਼ਿਸ਼ ਇਤਨੀ ਵੱਡੀ ਹੈ ਕਿ ਉਹ ਕਰਮਾਂ ਨੂੰ ਦੇਖਦਾ ਨਹੀਂ। ਫਿਰ ਜਦੋਂ ਬਖਸ਼ਿਸ਼ ਹੁੰਦੀ ਹੈ ਉਹਦੇ ਕਿਸੇ ਦੇ ਉੱਤੇ, ਫਿਰ ਉਹ ਮਾੜੇ ਤੋਂ ਮਾੜਾ ਬੰਦਾ ਹੋਵੇ। ਮੈਂ ਸ਼ਲੋਕ ਸੰਸਕ੍ਰਿਤੀ ਦਾ ਉਹ ਸ਼ਲੋਕ ਪਿਛਲੀ ਉਹ ਕਲਗੀ ਦਾ ਚਮਤਕਾਰ ਚ ਡਿਸਕਸ ਕੀਤਾ ਸੀ, ਅਨਿਕ ਹਤਿਅੰਗ ਵਾਲਾ। what is the first line ਹੈ ਉਹਦੀ? let's talk about that 1 second ਵਾਸਤੇ। ਜਨਮ ਦਾਰਿਦ੍ਯੰ, ਹਾਂਜੀ, ਘੋਰ ਦੁਖਿਯੰ। ਵੱਡੇ ਤੋਂ ਵੱਡੇ ਦੁੱਖ ਹੋਣ ਇਨਸਾਨ ਦੇ ਅੰਦਰ, ਵੱਡੇ ਤੋਂ ਵੱਡਾ ਹਤਿਅੰਗ ਹੋਵੇ, ਹੱਤਿਆ ਕੀਤੀਆਂ ਹੋਣ, ਮਰਡਰ ਵੀ ਬੜੇ ਵੱਡੇ ਤੋਂ ਵੱਡੇ ਪਾਪ ਕੀਤੇ ਹੋਣ, ਮਹਾ ਬਿਖਾਦਿਅੰਗ ਤੱਕ ਵਰਡ ਆਏ ਹਨ, ਵੱਡੇ ਤੋਂ ਵੱਡੇ ਝੂਠ ਬੋਲੇ ਹੋਣ, ਡਜ਼ਨਟ ਮੈਟਰ। ਪਰਮਾਤਮਾ ਦੀ ਸੰਗਤ, ਉਹਨਾਂ ਜੁੜਿਆਂ ਦੀ ਸੰਗਤ ਵਿੱਚ ਇਤਨੀ ਤਾਕਤ ਹੈ। ਮਿਟਨ ਸਗਲ ਸਿਮਰੰਤ ਹਰ ਨਾਮ ਨਾਨਕ, ਜੈਸੇ ਪਾਵਕ ਕਾਸ਼ ਭਸਮੰ ਕਰੋਤ। ਜਿਸ ਤਰ੍ਹਾਂ ਅੱਗ ਕਿਸੇ ਵੀ ਲੱਕੜ ਨੂੰ ਕੱਟ ਸਕਦੀ ਹੈ, ਜਲਾ ਸਕਦੀ ਹੈ, ਕੋਈ ਵੀ ਹੋਵੇ, ਜਿੰਨੀਆਂ ਮਰਜ਼ੀ ਲੱਕੜਾਂ ਰੱਖ ਦਿਓ, ਕਦੇ ਉਹਨੇ ਨਾ ਨਹੀਂ ਕਰਨੀ ਉਸਨੇ। ਸੋ ਇਹ ਬੜੀ ਤਾਕਤ ਹੈ ਪਰਮਾਤਮਾ ਦੇ ਨਾਮ ਵਿੱਚ, ਉਹਦੇ ਪਿਆਰ ਵਿੱਚ, ਉਹਦੇ ਬਖਸ਼ਿਸ਼ ਰੂਪ ਵਿੱਚ। ਤੇ ਨਾਮ ਪਿਆਰ ਹੈ ਤੇ ਪਿਆਰ ਵਿੱਚ ਬਖਸ਼ਿਸ਼ ਹੈ ਬੜੀ। ਜਿੱਥੇ ਪਿਆਰ ਹੁੰਦਾ ਹੈ ਉੱਥੇ ਮਾਫੀ ਵੀ, ਜਿੱਥੇ ਪਿਆਰ ਹੁੰਦਾ ਹੈ ਉੱਥੇ ਫਿਰ ਲੇਖੇ ਜੋਖੇ ਨਹੀਂ ਹੁੰਦੇ। ਜਿੱਥੇ ਪਿਆਰ ਹੁੰਦਾ ਹੈ ਉੱਥੇ ਹਿਸਾਬ ਕਿਤਾਬ ਨਹੀਂ ਹੁੰਦਾ, ਦੁਨਿਆਵੀ ਹਿਸਾਬ ਕਿਤਾਬ ਹੈ। ਹਾਂਜੀ, ਹਿਸਾਬ ਕਿਤਾਬ ਦੁਨਿਆਵੀ ਹੈ ਜੀ। ਅਸੀਂ ਕਿਸੇ ਨੂੰ $100 ਦਿੱਤੇ, ਯੂ ਐਕਸਪੈਕਟ ਦਾ 100 ਬੈਕ। ਹਾਂਜੀ, ਉਹ ਦੁਨਿਆਵੀ ਕੰਮ ਹਨ ਸਾਰੇ। ਹਾਂਜੀ, ਕਈ ਵਾਰੀ ਪਰਮਾਤਮਾ ਨਾਲ ਦੁਨਿਆਵੀ ਰਿਸ਼ਤਾ ਪੈਦਾ ਕਰ ਲੈਂਦੇ ਆ, ਅਸੀਂ ਇਹ ਕਰਾਵਾਂਗੇ ਤੇ ਉਹ ਇਹ ਦੇਗਾ, ਅਸੀਂ ਲੰਗਰ ਕਰਾਵਾਂਗੇ ਤੇ ਫਲਾਣੀ ਚੀਜ਼ ਅਸੀਂ ਮੰਗ ਕਰ ਲਿੱਤੀ, ਜਾਂ ਉਹ ਕੁਝ ਇਹੋ ਜਿਹੀ ਕੋਈ ਡੀਲ ਬਣਾ ਲਿੱਤੀ ਕੋਈ ਸਾਈਡ ਤੇ, ਇਹ ਹੋਏਗਾ ਤੇ ਇਹ ਕਰਾਂਗੇ, ਨਹੀਂ ਹੋਏਗਾ ਤੇ ਨਹੀਂ ਕਰਾਂਗੇ। ਫਿਰ ਲੇਕਿਨ ਜਿੱਥੇ ਅਸਲੀ ਪਿਆਰ ਹੋਵੇ, ਜਿੱਥੇ ਅਸਲੀ ਹੋਵੇ, ਉੱਥੇ ਲੈਣ ਦੇਣ ਨਹੀਂ ਹੁੰਦੇ ਕੋਈ। ਉੱਥੇ ਕੋਈ ਇਹ ਨਹੀਂ ਹੁੰਦਾ ਕਿ ਇਹ ਕਰੇਗਾ ਤੇ ਇਹ ਕਰੇਗਾ। ਉਹ ਕਹਿੰਦਾ ਤੂੰ ਕਰ ਨਾ ਕਰ, ਮੇਰੇ ਨਾਲ ਡਜ਼ਨਟ ਮੈਟਰ। ਦੁੱਖ ਵਿੱਚ ਰੱਖੇਗਾ ਤਾਂ ਵੀ ਠੀਕ ਹੈ, ਸੁੱਖ ਵਿੱਚ ਰੱਖੇਗਾ ਤਾਂ ਵੀ ਠੀਕ ਹੈ, ਜੇ ਭੁੱਖਿਆ ਰੱਖੇਗਾ ਤਾਂ ਵੀ ਠੀਕ ਹੈ, ਜੇ ਦੇਗਾ ਤਾਂ ਵੀ ਠੀਕ ਹੈ, ਨਹੀਂ ਦੇਗਾ ਤਾਂ ਵੀ ਠੀਕ ਹੈ। ਇਹ ਭਗਤਾਂ ਕੋਲ ਪੁੱਛੋ ਤੇ ਉਹ ਦੱਸਣਗੇ ਤੁਹਾਨੂੰ। ਫਿਰ ਜਿਸ ਨਾਲ ਇਤਨਾ ਪਿਆਰ ਕੀਤਾ ਜਾਏ, ਫਿਰ ਉਹ ਪ੍ਰਮਾਤਮਾ ਤੁਹਾਡੇ ਫਿਰ ਨੈਗੇਟਿਵਿਟੀ, ਜਿਹੜੇ ਤੁਹਾਡੀ ਨੈਗੇਟਿਵ ਜਿਹੜੀਆਂ ਚੀਜ਼ਾਂ ਤੁਸੀਂ ਜਿਹੜੀਆਂ ਕੀਤੀਆਂ ਉਹਨਾਂ ਨੂੰ ਨਜ਼ਰ ਅੰਦਾਜ਼ ਹੋ ਜਾਂਦੀਆਂ ਨੇ ਉਹ ਚੀਜ਼ਾਂ। ਸਤਸੰਗਤ ਵਿੱਚ ਆਉਣ ਨਾਲ ਇੱਥੇ ਬੜਾ ਫਰਕ ਪੈ ਜਾਂਦਾ ਹੈ। ਤੇ ਸਤਸੰਗਤ ਦੀ ਤਾਕਤ ਬੜੀ ਹੈ।
सत्संगत की ताकत इतनी है कि जे जुड़िया होया दी संगत विच चला जाए किधरे या कोई जुड़िया होया तुहाडे वास्ते अरदास कर दे तो अरदास फिर मोड़ी नहीं जा सकती परमात्मा की तरफों। उस अरदास विच बहुत ताकत होती है। उस अरदास विच बहुत परमात्मा वो भगत अपनी भगतां दीयां गल्लां मोड़ नहीं सकता वापस, क्योंकि वो भगत वत्सल है। सो जुड़िया होयां दी विच संगत विच जाके इस चीज की प्राप्ति होंदी है इहदे विचों। ते जुड़िया होयां दी संगत कई वारी किताबां तो मिलदी है, कई वारी भाई साहब भाई वीर सिंह दी उन्हां दीयां राइटिंग्स तो मिलदी हैं, कई वारी उत्थों उत्साह मिलदा है किसे नूं। कईयां नूं कई वारी गुरुद्वारे जाके किसे दी कोई महापुरख आए होण, कोई वड्डा कोई संत कोई परमात्मा नाल जुड़िया होया कोई बैठा होवे संगत विच, उदियां वाइब्रेशंस नाल हुंदा है। कई वारी कथा कीर्तन तो आपे कीर्तन सीख के करके कईयां कीर्तन सुन के हुंदा है, पर ये हुंदा उत्थों ही है जेड़े जुड़े हुए हैं। जेड़े जुड़े हुए नहीं हैं जेड़े उन्हां विचों नाम दी प्राप्ति होनी बड़ी मुश्किल है। सो गुरप्रताप जी यू आर एब्सोल्युटली राइट, उदी कृपा तो मिलदा है सारा, पर उदी कृपा ताई हुंदी है जदों कृपा दे लायक होवे। ते ये ना कदी कोई सोचे कि मैं कृपा दे लायक नहीं। हर एक बंदा कृपा दे लायक है, हर एक बंदा उस तक पहुंच सकता है जे ये रूल सारे फॉलो करे। ते ਵੀਰ ਜੀ ਇੱਕ ਚੀਜ਼ ਹੋਰ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਸੀਗਾ ਕਿ ਜਿਵੇਂ ਗੁਰੂ ਨਾਨਕ ਦੇਵ ਜੀ ਇੰਨੀਆਂ ਜਗ੍ਹਾ ਤੇ ਗਏ, ਅਸੀਂ ਬਾਬਾ ਜੀ ਦੀ ਮਿਹਰ ਨਾਲ ਪ੍ਰਸੰਗ ਕੀਤਾ ਗੁਰੂ ਨਾਨਕ ਚਮਤਕਾਰ ਦਾ। ਉਹਦੇ ਵਿੱਚ ਗੁਰੂ ਜੀ ਕਈ ਜਗ੍ਹਾ ਤੇ ਜਾ ਕੇ ਸੰਗਤਾਂ ਨੂੰ ਕਹਿੰਦੇ ਆ, ਉਹ ਕਹਿੰਦੇ ਆ ਕਿ ਇਹ ਵੀ ਆਂਦਾ ਉਹਦੇ ਵਿੱਚ ਲਿਖਿਆ ਕਿ ਅਸੀਂ ਨਾਮ ਕਿੱਦਾਂ ਜਪੀਏ। ਉਹ ਕਹਿੰਦੇ ਤੁਸੀਂ ਮੂੰਹ ਤੋਂ ਜਪਣਾ ਸ਼ੁਰੂ ਕਰੋ, ਹੌਲੀ ਹੌਲੀ ਅੰਦਰ ਜਾਏਗਾ। बिल्कुल 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 100% मुंह तो जपना शुरू, रसना तो ही करना है ना। पहला काम तो रसना नहीं करना है, सारा उठों ही रसना नहीं करना है। पर साडी प्रॉब्लम है कि रसना तक रह जाता काम, रसना तक रह गया काम। मोस्ट पीपल डोंट गो बियॉन्ड दैट ना। वो पहली स्टेज है ते उस स्टेज तक जे कम रह गया, मोस्ट पीपल थिंक दिस इज व्हाट इट इज, अगे नहीं जाना असी। दैट इज रॉन्ग इज व्हाट आई एम सेइंग। जे रिजल्ट ठीक आंदे पेन ते जरूर कंटिन्यू करे उस गल दे उत्ते, पर रसना शुरू ते रसना नहीं करना है, शुरू ते मुंह तो ही बोलना है। उसने बोलदियां एक स्टेज आंदी है, प्यार जे होवेगा तां बोलण विच, तां जे मैकेनिकली बोलदा पिया फिर नहीं होना कुछ होता। फिर ओ इशू असी बाद च एड्रेस करांगे, ओ किंज है या किंज नहीं है। लेकिन फिर भी गुरु नानक चमत्कार च किधरे भी या कलगीधर चमत्कार भी किधरे कोई मेथड नहीं दिते हुए, कोई 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 फॉर्मूला नहीं है इहदा कोई। हाँ रसना नाल जपना है, रसना नाल बोलदी है, रसना नाल कीर्तन भी करना है, उहदे नाल भी मन जुड़दा है बड़ा। एंड रिजल्ट जेड़े हैं वो ठीक आने चाहिए। ते जे रसना नाल जपदियां 5 साल हो गए हैं, हाले भी जबान झूठ बोलदी है, हाले भी ग्रीड है, हाले भी थोड़ा जो कुछ कहा जाए तो क्रोध आ जाता है उसनों, हाले भी दूसरियां दी निंदा करन चो झिझकदा नहीं, हाले भी वो नेगेटिव जिहड़ियां क्वालिटीज जिहड़ियां हैं उहदे अंदर मौजूद हैं या उस तरह हैं जिस तरह पहले सन। ते ये समझ लो कि वो रसना नाल जप ते रहा है नाम, लेकिन उहदे अंदर चेंजेस नहीं आ रही उहदे अंदर। ते दा मतलब वो प्यार नाल जपदा नहीं पिया, वो सच्ची उहदे नाल प्यार नहीं कर रहा, उहदे नाल मैकेनिकली करदा पिया है। इस गल का ध्यान रखना है। I don't want to go into too much into it. I want to go into a श्लोक जिहड़ा है आसा दी वार दा। इत्थे वर्ड सच आया है वर्ड, ते सच वर्ड मैं डिफाइन कर दिया इस वर्ड नू। महान कोश भी देखोगे तो सच दे आई थिंक उन्होंने मेरे ख्याल 25 तो लैके 30 मीनिंग लिखे हैं। महान कोश भी कान सिंह नाभा दे बुक विच अगर उन्हां दे महान कोश भी देखोगे तो सच दे बड़ियां मीनिंग्स हैं लिखे हुए। पर सच दी ग्रामेटिकल रूप नू देखोगे ते इत्थे सच दे चच्चे नू औकड़ है जी। लेट मी शेयर दिस screen here for 1 second and let me read this shlok here with everybody. So see, as everybody can see my screen? If you're not, you know that I'll know that. इत्थे सच दे चच्चे नू औकड़ आया है सच, एक ओ सच। कई बारी सच दे चच्चे नू सिहारी भी आंदी ऐ सच। देखो इत्थे देखा पुछा हुण किन्ना सिखियां पिछले हफ्ते से इत्थे सच तां पर जानिए जां सच धरे प्यार है जी।
ਇੱਥੇ ਸੱਚ ਦੇ ਸਪੈਲਿੰਗ ਔਰ ਇੱਥੇ ਸੱਚ ਦੇ ਸਪੈਲਿੰਗ ਹੈ ਜੀ ਡਿਫਰੈਂਟ ਹਨ। ਸੋ ਸੱਚ ਗੁਰਬਾਣੀ ਵਿੱਚ ਜਿਹੜਾ ਵਰਡ ਆਇਆ ਹੈ, ਇੱਥੇ ਜਿਹੜਾ ਵਰਡ ਆਇਆ ਹੈ ਉਹ ਪ੍ਰਮਾਤਮਾ ਵਾਸਤੇ ਆਇਆ ਹੈ। ਸੱਚ ਮਤਲਬ ਉਹ ਜੋ ਕਦੀ ਜਾਏ ਨਾ ਕਿਧਰੇ, ਹਮੇਸ਼ਾ ਰਹੇ, ਇਕਸਰ ਰਹੇ, ਜਿਹੜਾ ਕਦੀ ਤੇ ਕੋਈ ਚੇਂजेस ਨਾ ਆਵਣ ਕਿਤੇ ਵੀ, ਹਾਂਜੀ, ਜੋ ਹਮੇਸ਼ਾ ਇਕਸਰ ਬੈਠਾ ਰਹੇ, ਜਿਹਦੇ ਕਦੀ ਕੋਈ ਕਿਸੇ ਕਿਸਮ ਦੀ ਚੇਂਜ ਨਾ ਆਵੇ, ਉਹ ਕਦੀ ਕੋਈ ਬਦਲਾਵ ਨਾ ਆਵੇ, ਨਾ ਕਦੀ ਮਰੇ, ਨਾ ਕਦੀ ਜੀਏ, ਨਾ ਕਦੀ ਜਨਮ ਹੋਵੇ, ਨਾ ਕਿਤੇ ਉਹਦੇ ਗੁੱਸਾ ਹੋਵੇ, ਨਾ ਉਹਦੇ ਚ ਕੁਝ, ਉਹ ਇਕਸਰ ਜਿਹੜੀ ਚੀਜ਼ ਜੀਵਨ ਹੋਵੇ, ਉਹ ਸੱਚ ਹੈ। ਇੱਥੇ ਸੱਚ ਨਾਉਨ ਹੈ, ਇੱਥੇ ਪ੍ਰਮਾਤਮਾ ਵਾਸਤੇ ਵਰਤਿਆ ਗਿਆ ਹੈ ਸੱਚ ਵਰਡ। ਇੱਥੇ ਸੱਚ ਤਾਂ ਪਰ ਜਾਣੀਏ, ਪ੍ਰਮਾਤਮਾ ਨੂੰ ਕਿੰਜ ਜਾਣਿਆ ਜਾ ਸਕਦਾ ਹੈ, ਕਿਸ ਤਰ੍ਹਾਂ ਜਾਣਿਆ ਜਾ ਸਕਦਾ ਹੈ, ਉਸ ਸੱਚ ਨੂੰ ਕਿਵੇਂ ਪਾਇਆ ਜਾ ਸਕਦਾ ਹੈ। ਤੇ ਇੱਕ ਗੱਲ ਮੈਂ ਨੋਟਿਸ ਕਰਦੇ ਹਾਂ ਇੱਥੇ, ਅਗਰ ਇਫ ਆਈ ਗੋ ਅ ਲਿਟਲ ਬਿਟ ਅਪ, ਦੋ ਪਹਿਲੇ ਕੂੜ ਦੀ ਗੱਲ ਕਰ ਆਏ ਹਨ ਉੱਤੇ, ਹਾਂਜੀ, ਝੂਠ ਕੀ ਹੈ ਉਹਦੀ ਡੈਫੀਨੇਸ਼ਨ ਬੜੀ ਜਗ੍ਹਾ ਆ ਚੁੱਕੀ ਹੈ, ਹਾਂਜੀ, ਕੂੜ ਕੂੜੇ ਨੇਹੋ ਲੱਗਾ ਵਿਸਰਿਆ ਕਰਤਾਰ, ਤੇ ਕਿਸ ਨਾਲ ਕੀਚੇ ਦੋਸਤੀ ਸਭ ਜਗ ਚੱਲਣ ਹਾਰ, ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੇ ਪੂਰ, ਨਾਨਕ ਵਖਾਣੇ ਬੇਨਤੀ, ਕਿਉਂਕਿ ਬੇਨਤੀ ਨਾਨਕ ਕਰਦੇ ਪਏ ਤੇ ਨਾਨਕ ਦੇ ਕੱਕੇ ਨੂੰ ਵੀ ਔਕੜ ਹੈ ਇੱਥੇ, ਲਾਸਟ ਟਾਈਮ ਸਮਝਾਇਆ ਸੀ ਮੈਂ। ਨਾਨਕ ਵਖਾਣੇ ਬੇਨਤੀ ਤੁਧ ਬਾਜ ਕੂੜੋ ਕੂੜ ਮਨੇ, ਅਗਰ ਤੂੰ ਨਹੀਂ ਹੈ, ਅਗਰ ਤੇਰੀ ਛੋ ਨਹੀਂ ਹੈ ਨਾਲ, ਤੇ ਫਿਰ ਸਭ ਕੁਝ ਝੂਠ ਹੈ, ਹਾਂਜੀ। ਸੋ ਪਹਾੜ ਝੂਠੇ ਨਹੀਂ ਹੈ, ਸਮੁੰਦਰ ਝੂਠੇ ਨਹੀਂ ਹੈ, ਸੂਰਜ ਝੂਠਾ ਨਹੀਂ ਹੈ, ਉਹ ਤੇਰੇ ਨਾਲ, ਉਹ ਸੱਚੇ ਹਨ ਤੇਰੇ ਵਜ੍ਹਾ ਦੇ ਨਾਲ, ਪਰ ਜੇ ਤੂੰ ਨਿਕਲ ਗਿਆ ਵਿੱਚੋਂ ਤੇ ਫਿਰ ਸਭ ਝੂਠਾ ਹੈ ਸਾਰਾ ਕੁਝ। ਤਾਂ ਹੁਣ ਇਸ ਸ਼ਲੋਕ ਵਿੱਚ ਕੰਪਲੈਕਸ ਹੈ, ਸ਼ਲੋਕ ਹੈ ਥੋੜਾ, ਬਹੁਤ ਕੁਝ ਲਿਖਿਆ ਗਿਆ ਹੈ ਇਸ ਸ਼ਲੋਕ ਬਾਰੇ, ਕਿ ਸੱਚ ਨੂੰ ਕਿੰਜ ਜਾਣੀਏ ਅਸੀਂ, ਉਸ ਸੱਚ ਦੇ ਨੇੜੇ ਕਿਵੇਂ ਆਈਏ, ਉਹਦੀਆਂ ਸਟੇਜਸ ਜਿਹੜੀਆਂ ਹਨ ਅਸੀਂ ਅੱਜ ਡਿਸਕਸ ਕਰੀਏ। ਸੱਚ ਤਾਂ ਪਰ ਜਾਣੀਏ, ਸੱਚ ਤਾਂ ਪਰ ਜਾਣੀਏ, ਸੱਚ ਤਾਂ ਪਰ ਜਾਣੀਏ, ਸੱਚ ਤਾਂ ਪਰ ਜਾਣੀਏ, ਹਰ ਜਗ੍ਹਾ ਸੱਚ ਤਾਂ ਪਰ ਜਾਣੀਏ ਲਿਖਿਆ ਆਏਗਾ, ਔਰ ਹਰ ਜਗ੍ਹਾ ਸੱਚ ਦੇ ਚੱਚੇ ਨੂੰ ਔਕੜ ਹੈ, ਨਾਉਨ ਵਿੱਚ ਆਇਆ ਹੈ ਸਿੰਗੂਲਰ, ਉਹ ਇੱਕ ਸੱਚ, ਇੱਕ ਪਰਮਾਤਮਾ ਜਿਹੜਾ ਕਿਧਰੇ ਜਾਣ ਵਾਲਾ ਨਹੀਂ, ਜਿਹੜਾ ਹਮੇਸ਼ਾ ਰਹਿਣ ਵਾਲਾ ਹੈ, ਉਸਨੂੰ ਕਿਸ ਤਰ੍ਹਾਂ ਪਹਿਚਾਣੇ ਬੰਦਾ, ਕਿਸ ਤਰ੍ਹਾਂ ਉਹਦੇ ਨੇੜੇ ਆਏ, ਹਾਂਜੀ, ਕਿਸ ਤਰ੍ਹਾਂ ਉਹਦੇ ਨਾਲ ਪਿਆਰ ਪਵੇ, ਜਿਸ ਤਰ੍ਹਾਂ ਆਪਣੇ ਬੱਚਿਆਂ ਨਾਲ ਪਿਆਰ ਕਰਦੇ ਹਾਂ, ਜਿਸ ਤਰ੍ਹਾਂ ਆਪਣੇ ਹਸਬੈਂਡ ਵਾਈਫ, ਮਾਂ ਪਿਓ ਨਾਲ, ਭੈਣਾਂ ਭਰਾਵਾਂ ਨਾਲ, ਦੋਸਤਾਂ ਨਾਲ, ਪੈਸੇ ਨਾਲ, ਘਰ ਨਾਲ ਪਿਆਰ ਕਰਦੇ ਹਾਂ, ਉਹਨੂੰ ਸਾਨੂੰ ਸਿਖਾਉਣਾ ਨਹੀਂ ਪੈਂਦਾ ਕਿਸੇ ਨੂੰ ਕਿ ਆਪਣੇ ਭਰਾਵਾਂ ਨਾਲ ਤੇ ਆਪਣੇ ਬੱਚਿਆਂ ਨਾਲ ਕਿੰਜ ਪਿਆਰ ਕਰੀਦਾ ਹੈ। ਪੈਸੇ ਨਾਲ ਪਿਆਰ ਨੈਚੁਰਲ ਹੋ ਜਾਂਦਾ ਹੈ, ਆਪਣੇ ਪੈਸੇ ਨਾਲ। ਇੱਕ ਪੈਸਾ ਕਿਸੇ ਨੂੰ ਲੋਕ ਦਿੰਦਾ ਨਹੀਂ ਜਿਹੜਾ ਆਪਣਾ ਹੋਵੇ, ਉਸ ਤਰ੍ਹਾਂ ਦਾ ਪਿਆਰ ਪ੍ਰਮਾਤਮਾ ਨਾਲ ਕਿਵੇਂ ਹੋਵੇ, ਉਹ ਸੱਚ ਨੂੰ ਕਿਵੇਂ ਜਾਣ ਸਕੀਏ ਅਸੀਂ। ਗੁਰੂ ਨਾਨਕ ਦੇਵ ਮਹਾਰਾਜ ਕਿਰਪਾ ਕਰਦੇ ਹਨ ਸਖੀਵਾਰ ਦੀ ਬਾਣੀ ਵਿੱਚ, ਤੇ ਸਮਝਾਉਂਦੇ ਹਨ ਇਸ ਗੱਲ ਨੂੰ ਕਿ ਹੇ ਪੁਰਖਾ, ਜੇ ਤੂੰ ਇਹ ਸਟੈਪ ਫੋਲੋ ਕਰੇਗਾ ਨਾ, ਜੋ ਲਿਖੇ ਹਨ ਇੱਥੇ, ਜੇ ਇਹਨਾਂ ਵਿਧੀਆਂ ਨੂੰ ਫੋਲੋ ਕਰੇਗਾ ਤੇ ਸੱਚ ਤੇਰੇ ਪੱਲੇ ਪਵੇਗਾ। ਤੇ ਸੱਚ ਪੱਲੇ ਜਦੋਂ ਤੇਰੇ ਅੱਗੇ ਲੱਗੇ, ਸੱਚ ਪੱਲੇ ਪਏਗਾ ਤੇਰੇ, ਆਇਆ ਹੈ ਲਾਸਟ ਲਾਈਨ ਵਿੱਚ, let me ਨਾਨਕ ਵਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ, ਪੱਲੇ ਮਤਲਬ ਪੈਣਾ, ਮਤਲਬ ਤੁਹਾਨੂੰ ਮਿਲ ਜਾਣਾ। ਤੇ ਇਹ stages, let's go through it and see what Guru Nanak Dev Ji is trying to say here. I will also try to write down some points if I used it, but let's read this whole shlok pehle. Sach taan par janiye je rije sacha hoye, कूड़ की मल उतरे तन करे अच्छा तोए। सच तां, ये पहली स्टेज है। दूसरी स्टेज, सच तां पर जानिए जे सच धरे प्यार, नाम सुन मन रहसिए तां पाए मोख दुआर। तीसरी स्टेज, सच तां पर जानिए जा जुगत जाने जियो, धरत काया साध के विच देह करता बियो। चौथी स्टेज, सच तां पर जानिए जा सिख सच्ची ले, दया जाने जी की किछ पुन दान करे। नोटिस करना है इत्थे पुन दान दे स्पेलिंग है जी, हुणे किधरे गुरुद्वारे चेक लिखे वाले दान दी गल नहीं आई इत्थे है जी, इत्थे दान दे नन्ने नूं औकड़ है। किहड़े दान दी गल करदे पेन ते किहड़े पुन दी गल करदे पेन इत्थे। ये पुन दान जी दान दी गल करदे पेन, which we will talk about है जी, क्योंकि ये पुन दान जिहड़े हैं आई रेगुलर पुन दान करने ते पहले वो पहली स्टेज विच आ जाणगे सारे, पर इत्थे जी दान बारे गल आई है। we'll talk about it. फिर जिहड़ी अखीरली जिहड़ी स्टेज है वो है कि सच तां पर जानिए जा आत्म तीरथ करे निवास,
ਸਤਿਗੁਰੂ ਨੂੰ ਪੁੱਛ ਕੇ ਬਹਿ ਰਹਿ ਕਰੇ ਨਿਵਾਸ। ਇਹ ਅਖੀਰਲੀ ਸਟੇਜ ਹੈ ਵਾਲੀ। ਤੇ ਜਦੋਂ ਇਹ ਹੋ ਜਾਏ ਲਾਸਟ ਸਟੇਜ ਤੇ ਫਿਰ ਸੱਚ ਸਭ ਨਾ ਹੋਏ ਦਾਰੂ ਪਾਪ ਕੱਟੇ ਤੋਏ। ਕਿਉਂਕਿ ਪਹਿਲੇ ਕਹਿ ਹੈ ਨਾ ਉੱਤੇ ਜੇ ਅਗਰ ਲਾਈਨ ਦੇਖੋਗੇ ਤੇ ਉੱਥੇ ਲਾਈਨਾਂ ਆਈਆਂ ਹਨ ਕਿ ਨਾਨਕ ਵਖਾਣੇ ਬੇਨਤੀ ਤੁਧ ਬਾਜ ਕੂੜੋ ਕੂੜ ਹੈ। ਬਈ ਜੇ ਤੂੰ ਨਹੀਂ ਹੈ ਤੇ ਫਿਰ ਝੂਠ ਹੈ ਸਭ ਕੁਝ। ਤੇ ਇੱਥੇ ਕਹਿੰਦੇ ਹਨ ਕਿ ਨਹੀਂ, ਜੇ ਤੂੰ ਮਿਲ ਜਾਏ ਤੇ ਫਿਰ ਪਾਪ ਖੁਦ ਬ ਖੁਦ ਚਲੇ ਜਾਂਦੇ ਆ। ਨੈਗੇਟਿਵਿਟੀ ਰਹਿੰਦੀ ਨਹੀਂ ਕਿਸ ਅੱਗੇ। ਕਿਉਂਕਿ ਨਾਨਕ ਵਖਾਣੇ ਬੇਨਤੀ, ਪਹਿਲੇ ਵੀ ਉੱਤੇ ਵੀ ਨਾਨਕ ਵਖਾਣੇ ਬੇਨਤੀ ਸੀ, ਇੱਥੇ ਵੀ ਨਾਨਕ ਦੇ ਕੱਕੇ ਨੂੰ ਔਕੜ ਹੈ। ਨਾਨਕ ਵਖਾਣੇ ਬੇਨਤੀ ਇੱਥੇ ਵੀ ਆਏ ਵਰਡ ਤੇ ਨਾਨਕ ਵਖਾਣੇ ਬੇਨਤੀ ਅੱਗੇ ਵੀ ਆਏ ਵਰਡ। ਦੋਨੋਂ ਜਗ੍ਹਾ ਨਾਨਕ ਬੇਨਤੀ ਕਰਦੇ ਹਨ। ਇੱਥੇ ਜਿਨ ਸੱਚ ਪੱਲੇ ਹੋਏ ਤੇ ਉੱਤੇ ਹੈ ਤੁਧ ਬਾਜ ਕੂੜੋ ਕੂੜ। ਤੂੰ ਨਹੀਂ ਹੈ ਤੇ ਸਭ ਕੁਝ ਝੂਠ ਹੈ। ਤੇ ਇੱਥੇ ਕਹਿੰਦੇ ਨੇ ਹਾਂ ਜਿਨ੍ਹਾਂ ਦੇ ਸੱਚ ਦੇ ਪੱਲੇ ਹੁੰਦਾ ਹੈ, ਜਿਨ੍ਹਾਂ ਦੇ, ਉਹਨਾਂ ਦੇ ਪਾਪ ਕੱਢੇ ਤੋਂ ਹੀ ਹੁੰਦੇ ਹਨ। So let's go through these 5 stages and try to get a deeper understanding of the subject matter ਜੀ। ਵੀ ਕਿਹੜੀ ਗੱਲ ਦੀ ਕਰਦੇ ਪਏ, ਕਿਹੜੀਆਂ 5 stages ਕਿਉਂ ਨੇ ਇੰਪੋਰਟੈਂਟ ਸਮਝਣੀਆਂ। ਕਲਾਸ ਵਿੱਚ ਬੜੀ ਵਾਰੀ ਕਰਾਈਆਂ ਹੋਈਆਂ ਲੇਕਿਨ ਫਿਰ we'll go through it again। ਜੋ ਸੱਚ ਤੇ ਸੱਚਾ, ਤੇ ਅੱਗੇ ਜਾ ਕੇ ਸੱਚ ਦੇ ਸਪੈਲਿੰਗ ਇੱਥੇ ਵੀ ਆਏ ਡਿਫਰੈਂਟ। ਇੱਥੇ ਸੱਚ ਤਾਂ ਪਰ ਜਾਣੀਏ, ਇੱਥੇ ਸੱਚ ਪ੍ਰਮਾਤਮਾ ਵਾਸਤੇ ਆਇਆ ਹੈ ਵਰਡ ਸੱਚ। ਇੱਥੇ ਉਹ ਸੱਚ, ਉਹ ਜੋ ਕਦੀ ਜਾਏ ਨਾ, ਉਹ ਕਿਤੇ ਜਦੋਂ ਹਿੱਲੇ ਨਾ ਆਪਣੀ ਜਗ੍ਹਾ ਤੋਂ। ਸੱਚ ਤਾਂ ਪਰ ਜਾਣੀਏ ਜੇ ਹਿਰਦੇ ਸੱਚਾ ਹੋਏ। ਉਸ ਸੱਚ ਨੂੰ ਤਾਂ ਜਾਣ ਸਕਦੇ ਹੋ ਜੇ ਆਪਣੇ ਹਿਰਦੇ ਵਿੱਚ ਬੰਦਾ ਸੱਚਾ ਹੋਵੇ ਜਾਂ ਉਸ ਸੱਚੇ ਦੇ ਗੁਣ ਤੁਹਾਡੇ ਵਿੱਚ ਹੋਣ। ਗੱਲ ਹੋ ਰਹੀ ਹੈ ਸੁੱਚੀ ਜੀਵਨੀ ਦੀ, ਇੱਥੇ ਅੰਦਰ ਓਨੈਸਟ ਲਿਵਿੰਗ ਦੀ, ਸੁੱਚੀ ਜੀਵਨੀ ਦੀ ਗੱਲ ਹੁੰਦੀ ਪਈ ਹੈ। ਪਹਿਲਾ ਪੜਾਵ ਜਿਹੜਾ ਹੈ ਧਰਮਖੰਡ ਵਾਲਾ ਪੜਾਵ ਹੈ। ਪਹਿਲਾ ਪੜਾਵ ਹੈ ਧਰਮਖੰਡ ਵਾਲਾ, ਉਹ ਹੈ ਕਿ ਬੰਦਾ ਧਰਮੀ ਹੋਵੇ, ਬੰਦਾ ਸੁੱਚੀ ਜੀਵਨੀ ਵਾਲਾ ਹੋਵੇ, ਹਿਰਦੇ ਸੱਚਾ ਹੋਏ, ਤੁਹਾਡੇ ਅੰਦਰ ਸੱਚ ਹੋਵੇ। ਤੁਹਾਡੇ ਅੰਦਰ ਕਈਆਂ ਨੇ ਸੱਚਾ ਪ੍ਰਮਾਤਮਾ ਨੂੰ ਵੀ ਗਿਣਿਆ ਹੈ, ਕਈਆਂ ਨੇ ਸੱਚੀ ਜੀਵਨੀ ਨੂੰ ਗਿਣਿਆ ਹੈ। ਡਸਨਟ ਮੈਟਰ ਹਾਊ ਯੂ ਟੇਕ ਇਟ, ਦੋ ਮੀਨਿੰਗ ਉਹਦੇ ਸੇਮ ਹੀ ਆਣਗੇ। ਕਿ ਕੂੜ ਦੀ, ਝੂਠ ਦੀ ਜਿਹੜੀ ਮਲ ਜਿਹੜੀ ਹੈ, ਜਿਹੜੀ ਇਹ ਤਾਂ ਉਤਰੇਗੀ ਜੇ ਅੰਦਰ ਸੱਚ ਹੋਏਗਾ ਤਾਂ ਤੁਹਾਡੇ। ਤੇ ਹੁਣ ਜਿੰਨਾ ਪੈ ਮਰਜੀ ਸਿਮਰਨ ਕਰੇ ਸਵੇਰੇ ਉੱਠ ਕੇ, ਕਰੋੜਾਂ ਵਾਰ ਨਾ ਵਾਹਿਗੁਰੂ ਨਾਮ ਜਪ ਲਵੇ, ਤੇ ਜੇ ਅੰਦਰੋਂ ਹੋਵੇ ਝੂਠਾ, ਦੂਸਰਾ ਰੋਜ਼ ਠੱਗਦਾ ਹੋਵੇ, ਰੋਜ਼ ਝੂਠ ਬੋਲਦਾ ਹੋਵੇ, ਗਰੀਡ ਉਹਦੇ ਅੰਦਰ ਹੋਵੇ, ਕਾਮੀ ਉਹ ਹੋਵੇ, ਦੂਸਰਿਆਂ ਦੇ ਪਰਤਰੀ ਰੂਪ ਦੇਖਦਾ ਹੋਵੇ, ਦੂਸਰਿਆਂ ਦੇ ਧਨ ਤੇ ਨਜ਼ਰ ਹੋਵੇ, ਸੇਵਾ ਦਾ ਇੱਕ ਤਿਲ ਉਹਦੇ ਕੋਲ ਨਾ ਹੋਵੇ, ਦੂਸਰਿਆਂ ਬਾਰੇ ਕੋਈ ਫਿਕਰ ਨਾ ਕਰੇ, ਦੂਸਰਿਆਂ ਨਾਲ ਵਿਤਕਰਾ ਕਰਦਾ ਹੋਵੇ, ਤੇ ਜਿੰਨਾ ਪਰ ਮਰਜ਼ੀ ਕੀਰਤਨ ਸਿੱਖ ਲੈ, ਜਿੰਨਾ ਪਰ ਮਰਜ਼ੀ ਪਾਠ ਕਰ ਲੈ, ਕੱਖ ਨਹੀਂ ਹੋਣ ਵਾਲਾ ਉਹਦਾ। ਉਹ ਆਪਣੇ ਆਪ ਨੂੰ ਧੋਖਾ ਦਿੰਦਾ ਪਿਆ, ਕੁਝ ਨਹੀਂ ਹੋਰ ਕਰ ਰਿਹਾ। ਬਾਣੀ ਵਿੱਚ, ਗੁਰੂ ਨਾਨਕ ਦੇਵ ਜੀ ਬਾਣੀ ਵਿੱਚ ਸਪੈਸ਼ਲੀ ਇਹ ਬਹੁਤ ਵਾਰੀ ਆਇਆ ਹੈ ਕਿ ਸੱਚ ਦੀ ਪ੍ਰਾਪਤੀ ਦਾ ਪਹਿਲਾ ਜਿਹੜਾ ਸਟੈਪ ਹੈ ਉਹ ਸੁੱਚੀ ਜੀਵਨੀ ਹੈ। ਤੇ ਉਸ ਸੁੱਚੀ ਜੀਵਨੀ ਵਿੱਚ ਸਾਰਾ ਕੁਝ ਆ ਜਾਂਦਾ ਹੈ। ਸੁੱਚੀ ਜੀਵਨੀ ਵਿੱਚ ਸੱਚਾ ਹੋਵੇ, ਜੋ ਅੰਦਰੋਂ ਹੋਵੇ ਉਹ ਹੀ ਬਾਹਰ ਹੋਵੇ। ਤੇ ਖਾਲੀ ਹਿਰਦੇ ਵਿੱਚ ਸੱਚ ਨਾ ਹੋਵੇ। ਜੇ ਹਿਰਦੇ ਵਿੱਚ ਸੱਚ ਹੋਏਗਾ ਤੇ ਇਹ ਕਿਹੜੇ ਸੱਚ ਦੀ ਗੱਲ ਕਰਦੇ ਪਏ ਹਨ? ਦੋ ਤਰ੍ਹਾਂ ਦੇ ਸੱਚ ਹਨ। ਇੱਕ let me draw a diagram here to make sure ਕਿ everybody is understanding this part. ਥੋੜਾ ਜਿਹਾ complex ਹੈ subject matter, you know. Let me write these things and maybe that will help a lot. ਇੱਕ ਸੱਚ ਹੈ, ਇਸ ਸੱਚ ਦੇ ਦੋ ਪਾਰਟ ਹਨ ਜੀ ਬਹੁਤ। ਇੱਕ ਇਖਲਾਕੀ ਹੈ ਸੱਚ, ਜਿਹਨੂੰ ਮੈਂ ਕਹਾਂਗਾ ਮੋਰਾਲਿਟੀ ਵਾਲਾ, ਤੇ ਇੱਕ ਸਪਿਰਿਚੁਅਲ ਹੈ ਸੱਚ। ਹਾਂਜੀ, ਉਹ ਮੋਰਾਲਿਟੀ ਵਾਲਾ ਸੱਚ ਨਹੀਂ ਹੈ, ਉਹ ਅਨੰਤ ਵਿੱਚ ਲੈ ਜਾਣ ਵਾਲਾ ਸੱਚ ਹੈ ਜਿਹੜਾ ਹੈ ਜੀ, ਸੱਚਖੰਡ ਵਾਲਾ ਸੱਚ। ਇਖਲਾਕੀ ਸੱਚ ਕਿਹੜਾ ਹੈ? ਇਖਲਾਕੀ ਸੱਚ ਹੈ ਕਿ ਜੀਵਨ ਵਿੱਚ ਸ਼ੁੱਧਤਾ ਹੋਵੇ ਤੁਹਾਡੀ, ਹਾਂਜੀ, ਡੇਲੀ ਲਿਵਿੰਗ ਵਿੱਚ ਇੱਕ ਮੋਰਾਲਿਟੀ ਹੋਵੇ ਜੀਣ ਦੀ। ਮਤਲਬ ਕਿ ਬੰਦਾ ਅਗਰ ਕੋਈ ਕੰਮ ਕਰਨ ਜਾਏ ਤੇ ਹੁਣ ਉਹ ਬੰਦਾ ਕੰਮ ਕਰੇ। ਹੁਣ ਫॉर एग्जांपल ਮੈਂ ਇੱਕ ਐਗਜ਼ਾਮਪਲ ਦੇਣਾ, ਇਹ ਪਿਛਲੇ ਸਾਲ 1.5 ਸਾਲ ਤੋਂ ਅਸੀਂ ਘਰੋਂ ਕੰਮ ਕਰਦੇ ਪਏ ਹਾਂ। everybody is working out of home because of COVID। ਤੇ ਤੁਸੀਂ 8 ਘੰਟੇ ਤੁਹਾਨੂੰ ਪੈਸੇ ਮਿਲਦੇ ਹੋਣ ਤੇ ਬੰਦਾ ਘਰੋਂ ਸਿਰਫ 6 ਘੰਟੇ ਕੰਮ ਕਰੇ, 2 ਘੰਟੇ ਕੰਮ ਕਰੇ ਹੀ ਨਾ, ਬਿਕਾਜ਼ ਕੌਣ ਦੇਖ ਰਿਹਾ ਮੈਨੂੰ, who's watching me, you know।
बॉस तो दूर बैठा है बड़ा, कौन देख रहा है, 6 घंटे काम करके 8 घंटे ਦੇ ਪੈਸੇ ਲਵੇ। ਤੇ ਉਹ ਸੋਚ ਅਗਰ ਉਹ ਕਰ ਰਿਹਾ ਬੰਦਾ ਉਂਝ ਤੇ ਫਿਰ ਉਹਦੇ ਚ ਇਖਲਾਕੀ ਸੱਚ ਨਹੀਂ ਹੈ ਹੀ ਨਹੀਂ ਉਹਦੇ ਚ ਇਖਲਾਕੀ ਸੱਚ, ਮੋਰਾਲਿਟੀ ਨਹੀਂ ਹੈ ਉਹਦੇ ਚ, ਉਹ ਝੂਠ ਬੋਲਦਾ ਪਿਆ ਹੈ। ਇਹ ਸੱਚ ਆਸਾਨ ਹੈ ਮਿਲਣਾ, ਇਖਲਾਕੀ ਵਾਲਾ ਸੱਚ, ਇਹ ਕੋਈ ਮੁਸ਼ਕਿਲ ਨਹੀਂ ਹੈ। ਇਹ ਹਰਿਸ਼ਚੰਦਰ ਵਾਲੇ ਨੂੰ ਮਿਲ ਜਾਂਦਾ ਹੈ, ਇਹ ਬੜੇ ਬੰਦੇ ਉਹਨਾਂ ਨੂੰ ਵੀ ਮਿਲ ਜਾਂਦਾ ਜਿਹੜੇ ਪ੍ਰਮਾਤਮਾ 'ਚ ਬਿਲੀਵ ਨਹੀਂ ਕਰਦੇ। ਬੜੇ ਬੰਦੇ ਇਹੋ ਜਿਹੇ ਹਨ ਜਿਹੜੇ ਨਾਸਤਿਕ ਹੋਣ ਦੇ ਬਾਵਜੂਦ ਵੀ ਇਖਲਾਕੀ ਸੱਚ ਦੀ ਪ੍ਰਾਪਤੀ ਉਹਨਾਂ ਨੂੰ ਹੋ ਜਾਂਦੀ ਹੈ। ਉਹ ਓਨੈਸਟ ਬੰਦੇ ਨੂੰ, ਉਹ ਕਿਸੇ ਨੂੰ ਠੱਗਦੇ ਨਹੀਂ, ਉਹ ਕਿਸੇ ਨੂੰ ਮਾਰਦੇ ਨਹੀਂ, ਕਿਸੇ ਦੇ ਪੈਸੇ ਨਹੀਂ ਹੜਪਦੇ, ਟੈਕਸ ਦੀ ਚੋਰੀ ਨਹੀਂ ਕਰਦੇ, ਹਾਂਜੀ, ਬੰਦਿਆਂ ਦੀ ਨਿੰਦਿਆ ਨਹੀਂ ਕਰਦੇ, ਬੰਦੇ ਸੁੱਚੇ ਹਨ ਅੰਦਰੋਂ ਬੜੇ, ਉਹ ਇਖਲਾਕੀ ਸੱਚ ਹੈ। ਸੱਚ ਤਾਂ ਪਰ ਜਾਣੀਏ ਜੇ ਹਿਰਦੇ ਸੱਚਾ ਹੋਏ ਵਿੱਚ ਇਖਲਾਕੀ ਸੱਚ ਦੀ ਗੱਲ ਆਈ ਹੈ। ਕਿਉਂ? ਕਿਉਂਕਿ ਅਗਲੀ ਲਾਈਨ ਵਿੱਚ ਕਲੀਅਰ ਹੋ ਜਾਂਦਾ ਹੈ ਕਿ ਕੂੜ ਕੀ ਮਲ ਉਤਰੇ ਤਨ ਕਰੇ, ਇੱਥੇ ਤਨ ਦੀ ਵੀ ਗੱਲ ਆਈ ਹੈ, ਸਰੀਰ ਵੀ ਧੋਇਆ ਜਾਂਦਾ ਹੈ ਪਾਪਾਂ ਦੇ ਨਾਲ, ਪਾਪ ਸਰੀਰ ਸਵੱਛ ਹੋ ਜਾਂਦਾ ਹੈ। ਸਪਿਰਿਚੁਅਲਿਟੀ ਵਾਲਾ ਸੱਚ ਜਿਹੜਾ ਵੈ, ਇਹ ਸੱਚ ਜਿਹੜਾ ਵੈ ਅਨੰਤ ਵਿੱਚ ਜਿਹੜਾ ਸੱਚ ਲਿਜਾਣ ਵਾਲਾ ਹੈ, ਇਹ ਸੱਚ ਅੱਗੇ ਹੈ ਹੋਰ, ਇਹ ਸੱਚ ਉੱਚਾ ਹੈ ਹੋਰ। ਪਰ ਇਸ ਸੱਚ ਦੀ ਪ੍ਰਾਪਤੀ ਵਾਸਤੇ ਇਹ ਸੱਚ ਪਹਿਲੇ ਆਏਗਾ। ਔਰ ਇਹ ਗੱਲ ਦੱਸ ਰਹੇ ਕਿ ਇਹ ਧਰਮਖੰਡ ਵਿੱਚ ਵੀ ਸੇਮ ਇਸ਼ੂ ਹੈ। ਧਰਮਖੰਡ ਵਿੱਚ ਵੀ ਧਰਮੀ ਹੋਵੇ, ਪਹਿਲੇ ਧਰਮੀ ਹੋਵੇ ਫਿਰ ਗੱਲ ਅੱਗੇ ਬਣੇਗੀ। ਜੇ ਧਰਮੀ ਨਹੀਂ ਹੈ, ਜੇ ਇਖਲਾਕੀ ਸੱਚ ਨਹੀਂ ਹੈ ਕੋਲ, ਤੇ ਫਿਰ ਸਪਿਰਿਚੁਅਲ ਵਾਲਾ ਸੱਚ ਨੇੜੇ ਨਹੀਂ ਆ ਸਕਦਾ। ਔਰ ਇਹ ਮਨ ਚੋਂ ਵਹਿਮ ਕੱਢ ਦਿਓ ਆਪਣੇ ਅੱਜ ਕਿ ਮੈਂ ਇਖਲਾਕੀ ਸੱਚ ਤੋਂ ਬਿਨਾ ਉਸ ਵੱਡੇ ਸੱਚ ਦੀ ਪ੍ਰਾਪਤੀ ਦੀ ਕੋਸ਼ਿਸ਼ ਵੀ ਕਰ ਸਕਦਾ, ਉਹ ਤੁਹਾਡੇ ਪੱਲੇ ਨਹੀਂ ਪੈਣਾ, ਕਿਉਂਕਿ ਉਹ ਹੋ ਹੀ ਨਹੀਂ ਸਕਦਾ ਕਦੀ, ਨਾ ਹੋਇਆ ਪਹਿਲੇ ਤੇ ਨਾ ਕਦੀ ਹੋਏਗਾ। ਔਰ ਇਹ ਕੋਈ ਸੰਡੇ ਵਾਲਾ ਸੱਚ ਨਹੀਂ ਹੈ ਕਿ ਸੁਰਿੰਦਰ ਦੀ ਕਲਾਸ 1 ਘੰਟਾ ਆਏ ਜਾਂ ਗੁਰਦੁਆਰੇ ਮੱਥਾ ਟੇਕਣ ਗਏ ਤੇ ਉਸ ਵੇਲੇ ਇਖਲਾਕੀ ਸੱਚ ਆ ਗਿਆ, ਬਾਅਦ ਵਿੱਚ ਇਖਲਾਕੀ ਸੱਚ ਰਿਹਾ ਨਹੀਂ। ਇਖਲਾਕੀ ਸੱਚ ਵਾਲੇ ਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੋਣੀ, ਇਹ ਨਹੀਂ ਕਿ 100% ਗਾਰੰਟੀ ਹੈ, ਪਰ ਪ੍ਰੋਬੇਬਿਲਿਟੀ ਹਾਈ ਹੈ ਕਿ ਹੋ ਜਾਏਗੀ ਉਹਦੀ, ਕਿਉਂਕਿ ਉਹ ਤਿਆਰ ਹੈ, ਉਹਦਾ ਅੰਦਰੋਂ ਤਿਆਰ ਹੈ ਕੰਮ ਸਾਰਾ। ਪਰ ਜਿਹਦੇ ਵਿੱਚ ਇਹ ਸੱਚ ਨਹੀਂ ਹੈ, ਮੋਰਾਲਿਟੀ ਵਾਲਾ ਸੱਚ ਜਿਹਦੇ ਚ ਨਹੀਂ ਹੈ, ਉਹ ਬੜਾ ਮੁਸ਼ਕਿਲ ਹੈ ਉਹਦੇ ਵਾਸਤੇ। ਜਿਹਦੇ ਵਿੱਚ ਹਿਰਦੇ ਸੱਚਾ ਨਹੀਂ ਹੈ, ਜਿਹਦਾ ਉਹ ਦੇਖੋ ਨਾ, ਹੁਣ ਗੁਰਬਾਣੀ ਚ ਬੜੇ I'm going to clear this drawing here now, clear my this thing, I'm going to stop sharing the screen though। ਗੁਰਬਾਣੀ ਬੜੀ ਵਾਰੀ ਇਸ ਬਾਰੇ ਆਇਆ ਹੈ, ਲਾਮ ਵਿੱਚ ਹੀ, ਪਹਿਲੀ ਲਾਮ ਵਿੱਚ ਵੀ ਆਇਆ ਕਿ ਦੇਖ ਲੈ ਪੁੱਖਰਾ ਕਿ ਹਰ ਪਹਿਲੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀ, ਦੇਖ ਲੈ ਤੂੰ ਦੁਨਿਆਵੀ ਹੁਣ ਤੂੰ ਪ੍ਰਵਿਰਤੀ ਕਰਮ ਚੈਂਟਰ ਕਰਨ ਜਾ ਰਿਹਾ, ਦੇਖ ਲੈ ਕਿ ਇਹ ਇੱਥੇ ਹੁਣ ਦੁਨਿਆਵੀ ਤੂੰ ਸਟਰੋਂਗ ਹੋ ਜਾ ਥੋੜਾ, ਹੁਣ ਕਿ ਇਹ ਹੁਣ ਇਹ ਸੱਚ ਇਖਲਾਕੀ ਸੱਚ ਆਪਣੇ ਅੰਦਰ ਧਾਰਨ ਕਰ ਲੈ। ਤੇ ਨਾਲੇ ਉਸ ਪਹਿਲੀ ਲਾਮ ਵਿੱਚ ਇਹ ਵੀ ਦੱਸ ਦਿੱਤਾ ਨੇ ਨਾਲ ਕਿ ਆਪੇ ਨਹੀਂ ਹੋ ਸਕਦਾ ਤੇਰਾ ਕੰਮ, ਬਾਣੀ ਬ੍ਰਹਮਾ ਭੇਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀਓ, ਅਗਲੀ ਵਰਡ ਆਏ ਹਨ ਕਿ ਦੇਖ ਇਹ ਇਖਲਾਕੀ ਸੱਚ ਜਿਹੜਾ ਤੂੰ ਇਹ ਮੋਰਾਲਿਟੀ ਵਾਲਾ ਸੱਚ ਇਕੱਠਾ ਕਰਨਾ ਹੈ ਤੇ ਆਪੇ ਨਹੀਂ ਹੋ ਸਕਦਾ। ਬਾਣੀ ਨਾਲ ਜੁੜੇਗਾ ਤੇ ਪਾਪ ਤਜਣਗੇ, ਬਾਣੀ ਨਾਲ ਜੁੜੇਗਾ, ਜੁੜਿਆਂ ਦੀ ਸੰਗਤ ਵਿੱਚ ਜਾਏਗਾ, ਬਾਣੀ ਪ੍ਰੇਮ ਕਰੇਗਾ ਤੇ ਇਖਲਾਕੀ ਸੱਚ ਤੇਰੇ ਪੱਲੇ ਪਏਗਾ। ਤੇ ਜੇ ਇਖਲਾਕੀ ਸੱਚ ਨਹੀਂ ਹੈ, ਜੇ ਮੋਰਾਲਿਟੀ ਵਾਲਾ ਸੱਚ ਨਹੀਂ ਹੈ ਤੁਹਾਡੇ ਅੰਦਰ, ਤੇ ਫਿਰ ਇਹ ਬਾਕੀ ਸੱਚ ਦੀਆਂ ਪੌੜੀਆਂ ਕਿਸੇ ਕੰਮ ਦੀਆਂ ਨਹੀਂ, ਉਹ ਤੁਹਾਡੇ ਵਾਸਤੇ ਨਹੀਂ ਹੈ। that is the starting point ਕਿ ਹਿਰਦੇ ਸੱਚਾ ਹੋਏ, ਹਿਰਦੇ ਵਿੱਚ। ਤੇ ਸੱਚਾ ਹੋਣ ਦੇ ਕੀ ਹੈ ਨਿਸ਼ਾਨੀਆਂ? ਫਿਰ ਉਹਦੇ ਉਹ ਗੁਣ ਆਉਣ ਸੱਚੇ ਵਾਲੀਆਂ, ਹਾਂਜੀ। ਤੇ ਸੱਚੇ ਵਾਲੀਆਂ ਗੁਣ ਕਿਹੜੇ ਹੈ? ਨਿਮਰਤਾ ਹੋਵੇ ਉਹਦੇ ਵਿੱਚ, ਓਨੈਸਟੀ ਹੋਵੇ ਉਹਦੇ ਵਿੱਚ, ਫੋਰਗਿਵਨੈਸ ਵਾਲਾ ਗੁਣ ਹੋਵੇ ਉਹਦੇ ਵਿੱਚ, ਹਾਂਜੀ। ਉਹਦੇ ਵਿੱਚ ਕੰਪੈਸ਼ਨ ਹੋਵੇ, ਉਹਦੇ ਵਿੱਚ ਦੂਸਰਿਆਂ ਦਾ ਦੁੱਖ ਦੇਖੇ ਤੇ ਉਹਨੂੰ ਲੱਗੇ ਯਾਰ ਇਹਦਾ ਦੁੱਖ ਦੂਰ ਕਰੀਏ ਕਿਤੇ ਦਾ, ਕੰਪੈਸ਼ਨ ਹੋਵੇ, ਸੇਵਾ ਕਰਨ ਵਾਲਾ ਹੋਵੇ, ਦੂਸਰਿਆਂ ਦੇ ਦੁੱਖ ਮਹਿਸੂਸ ਕਰ ਸਕੇ ਉਹ ਜਿਹੜਾ, ਹਾਂਜੀ। ਉਹ ਵਾਲੇ ਇਹ ਜਿਹੜੇ ਦੇਵਿਕ ਜਿਹੜੇ ਗੁਣ ਜਿਹੜੇ ਹਨ, ਦੇਵਿਕ ਗੁਣ ਜਿਹੜੇ ਦੈਵਿਕ ਜਿਹੜੀਆਂ ਕੁਆਲਿਟੀਆਂ ਜਿਹੜੀਆਂ ਹਨ, ਇਹ ਉਹਦੇ ਵਿੱਚ ਹੋਣ ਸਾਰੀਆਂ, ਜਾਂ ਕੋਸ਼ਿਸ਼ ਕਰੇ ਜਿੰਨੀਆਂ ਹੋ ਸਕਣ ਹੋਣ ਉਹਦੇ ਚ। ਤੇ ਇਹ ਇਖਲਾਕੀ ਸੱਚ ਵਾਲੇ ਦੇ ਅੰਦਰ ਜੇ ਉਹ ਸੱਚ ਨਹੀਂ ਹੈ ਤੁਹਾਡੇ ਅੰਦਰ, ਉਹ ਇੱਥੇ ਸੱਚ ਤਾਂ ਪਰ ਜਾਣੀਏ ਜੇ ਹਿਰਦੇ ਸੱਚਾ ਹੋਏ, ਜੇ ਅੰਦਰ ਸੱਚਾ ਨਹੀਂ ਹੈ, ਜੇ ਅੰਦਰ ਸੱਚੇ ਦੇ ਗੁਣ ਨਹੀਂ ਹਨ, ਉਹਦੇ ਵਾਸਤੇ ਬਹੁਤ ਔਖਾ ਕੰਮ ਹੈ, ਉਹਦੇ ਵਾਸਤੇ ਬਹੁਤ ਅਗਲੀ ਸਟੇਜ ਜਿਹੜੀ ਹੈ ਉਹ ਤੇ ਫਿਰ, ਕਿਉਂਕਿ ਅਗਲੀ ਸਟੇਜ ਹੈ ਉਸ ਸੱਚੇ ਨਾਲ ਪਿਆਰ ਕਰਨਾ। ਤੇ ਉਸ ਸੱਚੇ ਨਾਲ ਪਿਆਰ ਕਿੱਥੋਂ ਪੈਦਾ ਹੋਏਗਾ ਜੇ ਅੰਦਰੋਂ ਹੀ ਸੱਚ ਨਹੀਂ ਹੈ ਤੁਹਾਡੇ ਦੇ ਅੰਦਰ, ਹਾਂਜੀ। ਹੁਣ ਮੈਂ ਇੱਕ ਐਗਜ਼ਾਮਪਲ ਦੇਣਾ ਦੁਨਿਆਵੀ ਰਿਲੇਸ਼ਨਸ਼ਿਪ ਦੀ, ਹਾਂਜੀ।
ਲੈਟਸ ਸੇ ਤੁਹਾਡੀ ਵਾਈਫ ਹੈ ਜਾਂ ਤੁਹਾਡਾ ਹਸਬੈਂਡ ਹੈ, ਬੜੇ ਬੱਚੇ ਹਨ, ਲੈਟਸ ਸੇ ਮੇਰੇ ਵੀ ਆਈ ਹੈਵ ਅ ਸਨ ਐਂਡ ਅ ਡਾਟਰ, ਤੇ ਲੈਟਸ ਸੇ ਆਈ ਲਵ ਮਾਈ ਸਨ ਬਟ ਮੈਂ ਝੂਠਾ ਪਿਆਰ ਕਰਾਂ ਉਹਦੇ ਨਾਲ, ਉਹ ਸੱਚਾ ਪਿਆਰ ਨਹੀਂ, ਮਤਲਬ ਕਿ ਆਈ ਰੀਅਲੀ ਡੋਂਟ ਲਾਈਕ ਹਿਮ ਬਟ ਆਈ ਪ੍ਰੀਟੈਂਡ ਟੂ ਲਾਈਕ ਹਿਮ। ਦੈਟਸ ਵਾਟ ਵੀ ਡੂ। ਅਗਰ ਅਸੀਂ ਸਿਮਰਨ ਕਰੀਏ ਤੇ ਅੰਦਰੋਂ ਸੱਚ ਨਾ ਹੋਵੇ ਤੁਹਾਡੇ ਅੰਦਰ, ਤੇ ਪ੍ਰਮਾਤਮਾ ਨਾਲ ਦੇਖੋ, ਪ੍ਰਮਾਤਮਾ ਨਾਲ ਪਿਆਰ ਕਰਨ ਵਾਲਾ, ਜੇ ਪ੍ਰਮਾਤਮਾ ਨੂੰ ਬੰਦੇ ਹੀ ਨਹੀਂ ਪਸੰਦ ਜਿਹੜਾ ਝੂਠ ਬੋਲਦਾ ਹੋਵੇ, ਜਿਹਦੇ ਅੰਦਰ ਕੰਪੈਸ਼ਨ ਨਾ ਹੋਵੇ, ਜਿਹੜਾ ਨਿਮਰਤਾ ਦਾ ਧਾਰੀ ਨਾ ਹੋਵੇ, ਹਾਂਜੀ, ਜਿਹੜਾ ਸੇਵਾ ਕਰਨ ਵਾਲਾ ਨਾ ਹੋਵੇ, ਉਹਨੂੰ ਤੇ ਬੰਦੇ ਪਸੰਦ ਹੀ ਨਹੀਂ, ਉਹਦੇ ਉੱਤੇ ਕਿਰਪਾ ਹੋਣੀ ਹੀ ਨਹੀਂ ਉਹਦੀ। ਤੇ ਜੇ ਅਸੀਂ ਪ੍ਰਟੈਂਡ ਕਰੀਏ ਅਸੀਂ ਕਰਦੇ ਪਏ ਹਾਂ ਅੱਖਾਂ ਬੰਦ ਕਰਕੇ, ਤੇ ਫਿਰ ਉਹ ਕਿਸੇ ਕੰਮ ਦੀ ਨਹੀਂ। ਤੇ ਦੁਨਿਆਵੀ ਰਿਲੇਸ਼ਨਸ਼ਿਪ ਵਿੱਚ ਵੀ ਸੇਮ ਹੈ। ਆਪਣੀ ਸਪਾਊਸ ਨਾਲ ਲੱਗੇ ਅਸੀਂ ਪ੍ਰੀਟੈਂਡ ਵਾਲਾ ਲਵ ਕਰੋ, ਕਿ ਅੰਦਰੋਂ ਪਿਆਰ ਨਹੀਂ ਹੈ, ਆਪਾਂ ਪ੍ਰੀਟੈਂਡ ਕਰੇ, ਉਹ ਕਿੰਨੀ ਦੇਰ ਤੱਕ ਰਹੇਗਾ? ਉਹ ਪਕੜਿਆ ਜਾਏਗਾ ਇੱਕ ਦਿਨ। ਉਹ ਅਸਲੀ ਪਿਆਰ ਨਹੀਂ, ਉਹ ਕਿਧਰੇ, ਉਹ ਰਿਲੇਸ਼ਨਸ਼ਿਪ ਕਿਧਰੇ ਨਹੀਂ ਜਾਂਦੀਆਂ ਉਹ ਵਾਲੀ। ਸੋ ਇਹ ਇੱਥੇ ਗੱਲ ਇੱਕ ਪੱਲੇ ਬੰਨ ਲਵੋ ਕਿ ਇਹ ਸੱਚ ਜਿਹੜਾ ਵਾ, ਸਭ ਤੋਂ ਵੱਡਾ ਸੱਚ ਉਹ ਹੈ, ਜਿਹੜੀ ਅੰਦਰਲਾ ਸੱਚ ਜਿਹੜਾ ਹੈ ਉਹ ਹੈ ਇਖਲਾਕੀ ਮੋਰਾਲਿਟੀ ਵਾਲਾ, ਸੁੱਚੀ ਜੀਵਨੀ ਵਾਲਾ ਬੰਦਾ ਪ੍ਰਮਾਤਮਾ ਦੇ ਰਸਤੇ ਵਿੱਚ ਜਾਣ ਵਿੱਚ ਉਹਨੂੰ ਆਸਾਨੀ ਹੁੰਦੀ ਹੈ, ਉਸਨੂੰ ਈਜ਼ੀਅਰ ਹੁੰਦਾ ਹੈ। ਇਹ ਪਹਿਲੀ ਸਟੇਜ ਹੈ ਜਿਹਦੇ ਵਿੱਚ ਸਿੱਖਿਆ ਵਾਕ ਵਾਲਾ ਜੀਵਨ, ਇਖਲਾਕੀ ਸੱਚ ਵਾਲਾ ਜੀਵਨ, ਸੱਚਾ ਜੀਵਨ, ਉਸ ਸੱਚੇ ਜੀਵਨ ਦੇ ਨਾਲ, ਉਹ ਸੱਚੇ ਜੀਵਨ ਜਿਹੜਾ ਜਿਹਦਾ ਹੁੰਦਾ ਵੈ, ਉਹਦੇ ਵਿੱਚ ਨੈਗੇਟਿਵ એનર્ਜੀ ਘੱਟ ਬੀਤਦੀ, ਉਹਦੇ ਵਿੱਚ ਨੈਗੇਟਿਵ એનર્ਜੀ ਘੱਟ ਚਲਦੀ ਹੈ, ਤੇ ਉਹਦੇ ਸਰੀਰ ਦੇ ਉੱਤੇ ਵੀ ਅਸਰ ਪੈਂਦਾ ਹੈ, ਮਨ ਤੇ ਵੀ ਅਸਰ ਪੈਂਦਾ ਹੈ, ਤੇ ਸਰੀਰ ਤੇ ਵੀ ਅਸਰ ਪੈਂਦਾ ਹੈ, ਤੇ ਸਰੀਰ ਦੇ ਵਿੱਚੋਂ ਕੂੜ ਦੀ ਮਲ ਉਤਰਦੀ ਹੈ ਉਸ ਸੱਚੇ ਦੇ ਆਉਣ ਦੇ ਨਾਲ। ਗੁਰੂ ਨਾਨਕ ਦੇਵ ਜੀ ਇਸ ਸ਼ਲੋਕ ਵਿੱਚ ਸੱਚ ਦੀ ਡੈਫੀਨੇਸ਼ਨ ਦਿੰਦਿਆਂ ਹੋਇਆਂ ਸੱਚ ਨੂੰ ਪਹੁੰਚਣ ਦੇ ਤਰੀਕੇ ਵਿੱਚ ਇਹ ਪਹਿਲਾ ਪੜਾਵ ਸੱਚ ਦਾ ਅੱਗੇ ਰੱਖਦੇ ਹਨ। ਜੀ ਮੈਂ ਨੂੰ ਸਟਾਪ ਫॉर ਅ ਸੈਕਿੰਡ and see if anybody has any questions. So ਇਹ ਪਹਿਲੀ ਕੰਡੀਸ਼ਨ ਲਗਾ ਦਿੱਤੀ ਉਹਨਾਂ ਨੇ ਕਿ ਪਹਿਲੇ ਤੂੰ ਸੱਚ ਜਿਹੜਾ ਹੈ, ਇਖਲਾਕੀ ਸੱਚ ਇਕੱਠਾ ਕਰ ਪਹਿਲੇ। ਹਾਂਜੀ। ਔਰ ਗੁਰੂ ਨਾਨਕ ਚਮਤਕਾਰ ਚ ਬੜੀ ਵਾਰੀ, ਬੜੀਆਂ ਸਾਖੀਆਂ ਵਿੱਚ ਬਹੁਤ ਜਗ੍ਹਾ ਇਸ ਗੱਲ ਦਾ ਜ਼ਿਕਰ ਆਇਆ ਹੈ ਕਿ ਅੰਦਰੋਂ ਸੱਚਾ ਬੰਦਾ ਹੋਵੇ, ਅੰਦਰੋਂ ਤੇਰੀ ਕਮਾਈ ਸੁੱਚੀ ਹੋਵੇ, ਤੇਰੀ ਕਿਰਤ ਦਸਾਂ ਨੂੰਹਾਂ ਦੀ ਹੋਵੇ, ਤੇਰੀ ਕਮਾਈ ਸੁੱਚੀ ਹੋਵੇ, ਤੇਰੀ ਜ਼ਬਾਨ ਸੁੱਚੀ ਹੋਵੇ, ਤੇਰੀ ਇਹੋ ਜਿਹੇ ਇਨਸਾਨ ਪ੍ਰਮਾਤਮਾ ਦੀ ਪ੍ਰਾਪਤੀ ਦੇ ਵਿੱਚ ਉਹਨੂੰ ਆਸਾਨੀ ਰਹਿੰਦੀ ਹੈ, ਉਸਨੂੰ ਉਹ ਅੱਗੇ ਵੱਧ ਸਕਦੇ ਨੇ। ਤੇ ਜਿਹਦੇ ਅੰਦਰ ਕੂੜ ਹੋਵੇ, ਜਿਹਦੇ ਅੰਦਰ ਝੂਠ ਹੋਵੇ, ਜਿਹਦੇ ਅੰਦਰ ਨਿਮਰਤਾ ਨਾ ਹੋਵੇ, ਉਹਨੂੰ ਬਹੁਤ ਮੁਸ਼ਕਿਲ ਹੈ। ਉਹ ਚਾਹੇ ਕਰੋੜਾਂ ਵਾਰੀ ਜਪ ਕਰ ਲਵੇ ਕਿਸੇ ਚੀਜ਼ ਦਾ, ਬਟ ਔਖਾ ਹੈ ਕੰਮ ਉਹਦੇ ਵਾਸਤੇ ਬਹੁਤ ਅੱਗੇ। ਹਾਂਜੀ। I'll wait for a second and see if anybody has any questions before we move to the next stage. ਹੁਣ ਅਗਲੀ ਸਟੇਜ ਜਿਹੜੀ ਹੈ ਉਹ ਇਖਲਾਕੀ ਸੱਚ ਤੋਂ ਉੱਪਰਲੀ ਸਟੇਜ ਹੈ। ਹਾਂਜੀ। Nobody has any questions. ਅਗਲੀ ਸਟੇਜ ਹੈ ਕਿ ਸੱਚ ਤਾਂ ਪਰ ਜਾਣੀਏ ਦਾ ਸੱਚ ਧਰੇ ਪਿਆਰ, ਨਾਉ ਸੁਣ ਮਨ ਰਹਿਸੀਏ ਤਾਂ ਪਾਏ ਮੋਖ ਦੁਆਰ। ਰਹਿਸੀਏ ਦਾ ਮਤਲਬ ਹੁੰਦਾ ਖਿੜ ਜਾਣਾ, ਖੁਸ਼ੀ ਨਾਲ ਕਿਸੇ ਚੀਜ਼ ਨੂੰ ਗ੍ਰਹਿਣ ਕਰਨਾ, ਰਹਿਸ ਜਾਣਾ ਕਿਸੇ ਨਾਲ। ਰਹਿਸੀਏ, ਨਾਮ ਸੁਣ ਮਨ ਰਹਿਸੀਏ, ਮਨੇ ਕਿਸੇ ਚੀਜ਼ ਨੂੰ ਸੁਣ ਕੇ ਖੁਸ਼ੀ ਨਾਲ ਐਕਸੈਪਟ ਕਰ ਲੈਣਾ ਉਸਨੂੰ। ਤੇ ਸੁਖਮਨੀ ਸਾਹਿਬ ਦੀ 23rd ਅਸ਼ਟਪਦੀ ਵਿੱਚ ਜਦੋਂ ਉਸ ਸੱਚ ਦੀ, ਉਸ ਪਿਆਰ ਦੀ ਡੈਫੀਨੇਸ਼ਨ ਦਿੰਦੇ ਹਨ ਨਾ, ਉਸ 23rd ਅਸ਼ਟਪਦੀ ਦੀ ਸਟਾਰਟਿੰਗ ਲਾਈਨਾਂ ਵਿੱਚ ਕਿ ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ। ਕੀਰਤਨ ਕਰ ਲੈਣਾ, ਕੀਰਤਨ ਸਿੱਖ ਲੈਣਾ, ਉਹ ਅਲੱਗ ਗੱਲ ਹੈ। ਬਾਣੀ ਪੜ੍ਹ ਲੈਣਾ, ਬਾਣੀ ਸੁਣ ਲੈਣਾ ਅਲੱਗ ਗੱਲ ਹੈ। ਬਾਣੀ ਵਿੱਚ ਮਿਠਾਸ ਪੈਦਾ ਹੋ ਜਾਣੀ, ਬਾਣੀ ਦਾ ਮਿੱਠਾਪਨ ਤੁਹਾਡੇ ਹਿਰਦੇ ਨੂੰ ਛੂ ਜਾਣਾ, ਉਹ ਅਲੱਗ ਗੱਲ ਹੈ। ਮਕੈਨੀਕਲੀ ਕੀਰਤਨ ਸਿੱਖ ਲੈਣਾ, ਕੀਰਤਨ ਕਰ ਲੈਣਾ, ਉਹ ਅਲੱਗ ਗੱਲ ਹੈ। ਪਰ ਕੀਰਤਨ ਕਰਦਿਆਂ ਦੋਨੋਂ ਅੱਖਾਂ ਰੋ ਪੈਣੀਆਂ, ਉਹ ਇੱਕ ਇੱਕ ਵਰਡ ਵਿੱਚ ਪਿਆਰ ਉਸ ਪ੍ਰਮਾਤਮਾ ਦਾ ਮਹਿਸੂਸ ਹੋਣਾ ਉਹਦੇ ਅੰਦਰ, ਉਹ ਅਲੱਗ ਗੱਲ ਹੈ। ਉਹ ਇਖਲਾਕੀ ਸੱਚ ਤੋਂ ਬਿਨਾਂ ਨਹੀਂ ਆ ਸਕਦਾ ਅਨਫੋਰਚੂਨੇਟਲੀ, ਜਿੰਨੇ ਮਰਜ਼ੀ ਬੰਦਾ ਪਿਆ ਟੋਂਗ ਕਰੇ ਉਸਦੇ। ਤੇ ਦੂਸਰੀ ਸਟੇਜ ਹੈ ਕਿ ਇਖਲਾਕੀ ਸੱਚ ਤੋਂ ਬਾਅਦ ਉਹ ਜਿਹੜਾ ਸੱਚ, ਜਿਹੜੇ ਗੁਣ ਜਿਹੜੇ ਧਾਰਨ ਕੀਤੇ ਸਨ ਪਹਿਲੀ ਸਟੇਜ ਵਿੱਚ, ਕੰਪੈਸ਼ਨ ਵਾਲੇ, ਨਿਮਰਤਾ ਵਾਲੇ, ਹਾਂਜੀ, ਸੱਚੀ ਸੁੱਚੀ ਜੀਵਨੀ ਵਾਲੇ, ਓਨੈਸਟੀ ਵਾਲੇ, ਫॉरगिवनेस ਵਾਲੇ, ਉਹਨਾਂ ਗੁਣਾਂ ਦੀ ਵਜ੍ਹਾ ਦੇ ਨਾਲ
ਉਸ ਪਰਮਾਤਮਾ ਦੇ ਅੰਦਰ ਤੇਰਾ ਵਿਸ਼ਵਾਸ ਪੈਦਾ ਹੋਵੇ, ਸ਼ਰਧਾ ਹੋਵੇ ਤੇਰੇ ਅੰਦਰ, ਬਹੁਤ ਗਹਿਰੀ ਸ਼ਰਧਾ ਹੋਵੇ, ਪ੍ਰਤੀਤ ਹੋਵੇ ਤੇਰੇ ਅੰਦਰ ਸ਼ਰਧਾ ਪੈਦਾ ਹੋ ਜਾਵੇ, ਵਿਸ਼ਵਾਸ ਪੈਦਾ ਹੋ ਜਾਵੇ, ਪਿਆਰ ਪੈਦਾ ਹੋ ਜਾਵੇ, ਪ੍ਰੇਮ ਪੈਦਾ ਹੋ ਜਾਵੇ ਉਹਦੇ ਅੰਦਰ। ਤੇ ਪ੍ਰੇਮ ਕਿੱਥੋਂ ਪੈਦਾ ਹੁੰਦਾ ਹੈ? ਪ੍ਰੇਮ ਬਾਣੀ ਨੇ ਪੈਦਾ ਕਰਨਾ ਹੈ। ਤਾਂ ਹੀ ਅਗਲੀ ਲਾਈਨ ਵਿੱਚ ਹੈ, ਨਾਉ ਸੁਣ ਮਨ, ਲੈਟ ਮੀ ਰਿਪੀਟ ਇਟ ਅਗੇਨ, ਸੱਚ ਤਾਂ ਪਰ ਜਾਣੀਏ ਜੇ ਸੱਚ ਧਰੇ ਪਿਆਰ, ਨਾਉ ਸੁਣ ਮਨ ਰਹਿਸੀਏ। ਸੁਣਨ ਦੇ ਰਾਣੇ ਨੂੰ ਸਿਹਾਰੀ ਹੈ, ਸੁਣਨ ਨਾਲ, ਸੁਣਨ ਦੁਆਰਾ, ਨਾਮ ਨੂੰ ਸੁਣਨ ਨਾਲ, ਨਾਮ ਨੂੰ ਸੁਣਨ ਨਾਲ। ਤੇ ਨਾਮ ਕੀ ਹੈ ਤੁਹਾਡੇ ਵਾਸਤੇ? ਨਾਮ ਕਿੰਝ ਸੁਣੀਦਾ ਹੁੰਦਾ ਹੈ? ਨਾਮ ਗੁਰਬਾਣੀ ਹੈ। ਇੱਥੇ ਨਾ ਗੁਰਬਾਣੀ ਵਾਸਤੇ ਆਇਆ ਹੈ। ਨਾਮ ਗੁਰੂ ਦੇ ਬਚਨ ਹਨ, ਨਾਮ ਸਤਪੁਰਖਾਂ ਦੇ ਬਚਨ ਹਨ, ਨਾਮ ਸਾਧੂਆਂ ਦੇ ਬਚਨ ਹੈ। ਨਾਮ ਇੱਥੇ ਜਿਹੜੇ ਜੁੜੇ ਹੋਏ ਹਨ, ਉਹਨਾਂ ਦੀ ਸੰਗਤ ਕੀਤਿਆਂ ਜੋ ਉਹ ਮੂੰਹੋਂ ਬੋਲਦੇ ਹਨ, ਉਹ ਨਾਮ ਹੈ। ਨਾਮ ਗੁਰਬਾਣੀ ਹੈ, ਨਾਮ ਗੁਰਬਾਣੀ ਵਾਸਤੇ ਆਇਆ ਹੈ। ਜਿਹੜੇ ਉਨ ਸਤਪੁਰਖਾਂ ਦੇ ਬਚਨ ਸੁਣਦੇ ਹਨ, ਜਿਹੜੇ ਪ੍ਰਮਾਤਮਾ ਦੀ ਗੁਰਬਾਣੀ ਨੂੰ ਗਾਇਨ ਕਰਦੇ ਹਨ, ਸੁਣਦੇ ਹਨ, ਨਾਉ ਸੁਣ ਮਨ ਰਹਿਸੀਏ। ਰਹਿਸੀਏ ਮਨੇ ਖਿੜ ਜਾਵੇ, ਖੁਸ਼ੀ ਹੋ ਜਾਵੇ ਸੁਣ ਕੇ। ਜਿਸ ਇਹ ਕਰੇਗਾ ਤੇ ਅੰਦਰ ਪਿਆਰ ਪੈਦਾ ਹੋਵੇਗਾ। ਕਿਉਂਕਿ ਦੂਸਰੀ ਸਟੇਜ ਵਿੱਚ ਨਾਉ ਸੱਚ ਤਾਂ ਪਰ ਜਾਣੀਏ ਜਾਂ ਸੱਚ ਧਰੇ ਪਿਆਰ। ਰਿਮੈਂਬਰ ਇੱਥੇ, ਲੈਟ ਮੀ ਸ਼ੇਅਰ ਦ ਸਕਰੀਨ ਅਗੇਨ, ਇੱਕ ਵਾਰੀ ਮੈਂ ਕਲੀਅਰ ਕਰ ਦਿਆਂ ਇਸ ਗੱਲ ਨੂੰ, ਕਈ ਵਾਰੀ ਨਹੀਂ, ਕਈ ਵਾਰੀ ਕਲੈਰਿਟੀ ਆਉਂਦੀ। Let me just share the screen again. ਇੱਥੇ ਸੱਚ ਧਰੇ ਪਿਆਰ ਦੇ ਚੱਚੇ ਨੂੰ ਔਕੜ ਨਹੀਂ ਹੈ, ਚੱਚੇ ਨੂੰ ਸਿਹਾਰੀ ਹੈ। ਹਾਂਜੀ, ਗੁਰੂ ਕਾ ਪਿਆਰਾ ਕੋਈ ਦੱਸੇਗਾ ਜੀ ਕੀ ਹੈ ਇੱਥੇ ਸੱਚ ਦੇ ਮੀਨਿੰਗ ਕੀ ਆਏ ਹੈ ਐਜ਼ ਅਪੋਜ਼ ਟੂ ਇਸ ਸੱਚ ਦੇ ਨਾਲ ਕੰਪੇਅਰ ਕਰਕੇ। ਹਾਂਜੀ, ਲਾਸਟ ਵੀਕ ਦੀ ਗੁਰਬਾਣੀ ਦੀ ਕਲਾਸ ਵਿੱਚ ਜੋ ਸਿੱਖਿਆ ਹੈ ਉਹ ਅਸੀਂ ਅਪਲਾਈ ਕਰਕੇ ਮੈਨੂੰ ਦੱਸੋ ਕਿ ਇਸ ਸੱਚ ਧਰੇ ਪਿਆਰ ਮਤਲਬ, ਜਾਂ ਸੱਚ ਧਰੇ ਪਿਆਰ। ਹਾਂਜੀ, anybody can take up through such ਸੱਚ ਨਾਲ, ਸੱਚ ਦੁਆਰਾ, ਸੱਚ ਨਾਲ, ਸੱਚ ਨਾਲ ਜੇ ਪਿਆਰ ਕਰੇ। ਜੇ ਸੱਚ, ਜੇ ਉਸ ਸੱਚ ਨੂੰ ਜਾਣਨਾ ਹੈ, ਜੇ ਉਸ ਸੱਚ ਨੂੰ ਪਹਿਚਾਨਣਾ ਹੈ, ਜੇ ਉਸ ਪਰਮਾਤਮਾ ਨੂੰ ਜਾਣਨਾ ਹੈ। ਇੱਥੇ ਜਾਣਨਾ ਮਤਲਬ ਪਿਆਰ ਕਰਨਾ ਹੈ, ਉਸ ਜਾਣਨਾ ਮਤਲਬ ਰਿਲੇਸ਼ਨਸ਼ਿਪ ਕ੍ਰੀਏਟ ਕਰਨੀ ਹੈ। ਕਹਿੰਦੇ ਨਾ ਅਸੀਂ ਜਾਣ ਪਛਾਣ ਹੈ। ਜਿਨਸ਼ਾ ਜੀ ਆਮ ਬੋਲੀ ਚ ਕਹਿੰਦੇ ਆ ਨਾ, ਅਸੀਂ ਪੁੱਛ ਲੈਂਦੇ ਹਾਂ ਕਈ ਵਾਰੀ ਕਿ ਅਨੀਸ਼ਾ ਜੀ ਤੁਸੀਂ ਸੁਰਿੰਦਰ ਨੂੰ ਜਾਣਦੇ ਹੋ? ਤੁਸੀਂ ਕਹੋਗੇ ਨਹੀਂ, ਜਾਣਦੀ ਹਾਂ ਮੈਂ ਉਹਨਾਂ ਨੂੰ, ਮੇਰੀ ਜਾਣ ਪਛਾਣ ਹੈ, ਕਿਉਂਕਿ ਸੰਡੇ ਗੁਰਦੁਆਰੇ ਜਾਂਦੀ ਹਾਂ ਤੇ ਉਹ ਪੜ੍ਹਾਉਂਦੇ ਨੇ ਉੱਥੇ, ਤੇ ਮੇਰੀ ਜਾਣ ਪਛਾਣ ਹੈ। ਆਈ ਹੈਵ ਸਪੋਕਨ ਟੂ ਹਿਮ ਅ ਫਿਊ ਟਾਈਮਸ, ਆਈ ਨੋ ਹਿਮ ਵੈਰੀ ਵੈਲ। ਹੈ ਨੀ, ਇੱਥੇ ਜਾਣਨਾ ਮਤਲਬ ਜਾਣ ਪਛਾਣ ਹੋਣੀ, ਮਤਲਬ ਰਿਲੇਸ਼ਨਸ਼ਿਪ ਕ੍ਰੀਏਟ ਕਰਨੀ ਹੈ। ਤੇ ਸੱਚ ਤਾਂ ਪਰ ਜਾਣੀਏ, ਜੇ ਉਸ ਸੱਚ ਨਾਲ ਜਾਣਨਾ ਹੈ ਉਸ ਸੱਚ ਨੂੰ, ਤੇ ਫਿਰ ਉਸ ਸੱਚ ਨਾਲ ਪਿਆਰ ਕਰੇ, ਫਿਰ ਉਸ ਸੱਚ ਦੇ ਵਿੱਚ ਸ਼ਰਧਾ ਰੱਖੇ, ਉਸ ਪਰਮਾਤਮਾ ਦੇ ਵਿੱਚ ਵਿਸ਼ਵਾਸ ਰੱਖੇ, ਉਸ ਸੱਚ ਨਾਲ ਪਿਆਰ ਕਰੇ। ਤੇ ਪਿਆਰ ਜਿਹੜਾ ਹੈ ਉਹ ਇੱਕ ਵੱਡਾ ਸਤੰਭ ਹੈ, ਬੜਾ ਵੱਡਾ, ਕਿਉਂਕਿ ਪ੍ਰੇਮਾ ਭਗਤੀ ਵਾਲਾ ਰਸਤਾ ਹੈ ਗੁਰੂ ਨਾਨਕ ਦੇਵ ਜੀ ਦਾ। ਹਾਂਜੀ, ਇਹ ਰਸਤਾ ਕੋਈ ਯੋਗ ਵਿਦਿਆ ਵਾਲਾ ਰਸਤਾ ਨਹੀਂ, ਇਹ ਰਸਤਾ ਕੋਈ ਘਰ-ਬਾਰ ਛੋੜਨ ਵਾਲਾ ਰਸਤਾ ਨਹੀਂ, ਇਹ ਰਸਤਾ ਕੋਈ ਮੈਕੈਨੀਕਲ ਪਿਆਰ ਕਰਨ ਵਾਲਾ ਨਹੀਂ, ਇਹ ਰਸਤਾ ਕੋਈ ਕੁੰਭ ਦੇ ਮੇਲਿਆਂ 'ਚ ਨਹਾਉਣ ਵਾਲਾ ਨਹੀਂ। ਇਹ ਰਸਤੇ ਵਿੱਚ ਕੋਈ ਇਹ ਨਹੀਂ ਹੈ ਵੀ ਫਲਾਣੀ ਜਗ੍ਹਾ ਜਾ ਕੇ, ਢਿੰਗਾਣੀ ਜਗ੍ਹਾ ਜਾ ਕੇ, ਇਤਨੀ ਤਰੀਕ ਜਾ ਕੇ, ਇਤਨੇ ਵਜੇ ਇਹ ਕਰ ਲਓ ਤੇ ਉਹ ਹੋ ਜਾਏਗਾ। ਉਹ ਰਸਤਾ ਨਹੀਂ, ਇਹ ਰਸਤਾ ਪਿਆਰ ਵਾਲਾ ਹੈ। ਦੇ ਸੱਚ ਧਰੇ ਪਿਆਰ, ਦੇ ਸੱਚ ਨਾਲ ਪਿਆਰ ਕਰੇਗਾ। ਸੱਚ ਨਾਲ ਪਿਆਰ ਕਿਵੇਂ ਹੋਏਗਾ ਉਹ ਅਗਲੀ ਲਾਈਨ ਵਿੱਚ ਦੱਸ ਦਿੰਦੇ ਹਨ ਕਿ ਪਿਆਰ ਤਾਂ ਹੋਵੇਗਾ ਜੇ ਨਾਉ ਸੁਣ ਮਨ ਰਹਿਸੀਏ ਕਰੇਗਾ ਤਾਂ, ਜੇ ਨਾਉ ਨੂੰ ਸੁਣੇਗਾ ਤਾਂ। ਤੇ ਜਿਹੜੇ ਨਾਉ ਨੂੰ ਸੁਣਦੇ ਹਨ ਤੇ ਫਿਰ ਦੁੱਖ ਪਾਪ ਦਾ ਨਾਸ ਤੇ ਹੋਣਾ ਹੀ ਹੋਣਾ ਹੈ। ਜਪਜੀ ਦੀਆਂ 4 ਪੌੜੀਆਂ ਹਨ ਨਾ ਸੁਣਨ ਦੇ ਉੱਤੇ, ਤੇ ਸੁਣਨ ਨਾਲ ਤੇ ਫਿਰ ਬੜੇ ਫਾਇਦੇ ਹਨ। ਸੁਣਨ ਨਾਲ ਤੇ ਫਿਰ ਸੁਣਿਆ ਧਰਤਵਲ ਆਕਾਸ਼ ਵੀ ਹੈ, ਸੁਣਿਆ ਦੀਪ ਲੋ ਪਾਤਾਲ ਵੀ ਹੈ, ਸੁਣਿਆ ਪੋ ਨਾ ਸਕੇ ਕਾਲ ਵੀ ਹੈ। ਸੁਣਨ ਨਾਲ ਤੇ ਬਹੁਤ, ਸੁਣਨ ਦੇ ਫਾਇਦੇ ਤੇ ਅਨੰਤ ਹਨ ਬੜੇ। ਸੰਸਕ੍ਰਿਤੀ ਸ਼ਲੋਕਾਂ ਵਿੱਚ ਸ਼ਲੋਤੇ ਦੇ ਉੱਤੇ ਵਰਡ ਆਏ ਹਨ ਕਿ ਇੱਕ ਸ਼ਲੋਕ ਆਂਦਾ ਹੈ ਸਿਮਰਨ ਦੇ ਉੱਤੇ, ਤੇ ਉਸ ਸ਼ਲੋਕ ਦੀ ਲਾਈਨ ਮੈਨੂੰ ਯਾਦ ਆ ਗਈ। ਉੱਥੇ ਮਹਾਰਾਜ ਕਹਿੰਦੇ ਹਨ, ਗੁਰੂ ਨਾਨਕ ਦੇਵ ਮਹਾਰਾਜ ਦਾ ਸ਼ਲੋਕ ਸੰਸਕ੍ਰਿਤੀ ਮਹਲਾ 5 ਚ ਬਣਦੇ ਹਨ, ਜਨਮ ਮਰਨ ਰਹਿੰਤ ਸ਼ਰੋਤਾ। ਆਇਨ ਵਰਡ ਜਨਮ ਮਰਨ ਰਹਿੰਤ ਸ਼ਰੋਤਾ, ਜਨਮ ਮਰਨ ਤੋਂ ਉੱਤੇ ਚਲਾ ਜਾਂਦਾ ਹੈ। ਸੁਣਨ ਚ ਬੜੀ ਤਾਕਤ ਹੈ, ਸੁਣਨ ਚ ਬਹੁਤ ਵੱਡੀ ਮਹਾਨਤਾ ਹੈ। ਨਾਉ ਸੁਣ ਮਨ ਰਹਿਸੀ ਹੈ,
ਮਨੇ ਨਾਮ ਸੁਣਨ ਨਾਲ ਮਨ ਖੇੜੇ ਵਿੱਚ ਆਂਦਾ ਹੈ ਤੇ ਮਨ ਖੇੜੇ ਵਿੱਚ ਆਣ ਨਾਲ ਤਾਂ ਪਾਏ ਮੋਖ ਦੁਆਰ ਤੇ ਫਿਰ ਉਸ ਮੋਖ ਦੇ ਉਸ ਜਿਹੜੇ ਅਲਟੀਮੇਟ ਗੋਲ ਹੈ ਤੁਹਾਡਾ ਜੀ ਦਾਨ ਦਾ ਅਲਟੀਮੇਟ ਗੋਲ ਹੈ ਜਿਹੜਾ ਪ੍ਰਮਾਤਮਾ ਦੀ ਪ੍ਰਾਪਤੀ ਦਾ ਉਹਦਾ ਰਸਤਾ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ ਉਹਦੇ ਰਸਤੇ ਵਿੱਚ ਉਹਦਾ ਰਸਤਾ ਸਾਹਮਣੇ ਉਹਦਾ ਦਰਵਾਜ਼ਾ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ। ਇਹ ਦੂਸਰੀ ਸਟੇਜ ਹੈ ਤੇ ਇਹ ਸਟੇਜ ਹੈ ਪਿਆਰ ਦੀ, ਇਹ ਸਟੇਜ ਹੈ ਬਿਰਹ ਦੀ, ਇਹ ਸਟੇਜ ਹੈ ਵਿਸ਼ਵਾਸ ਦੀ, ਇਹ ਸਟੇਜ ਹੈ ਪ੍ਰਤੀਤ ਦੀ, ਸ਼ਰਧਾ ਵਾਲਾ ਹੋਵੇ, ਪਿਆਰ ਵਾਲਾ ਹੋਵੇ ਤੇ ਸ਼ਰਧਾ ਹੁੰਦੀ ਹੈ ਉਹਦੇ ਅੰਦਰ। ਇਹ ਸ਼ਰਧਾ ਕਿੱਥੋਂ ਮਿਲਦੀ ਹੈ? ਇਹ ਮਿਲਦੀ ਹੈ ਜੁੜਿਆਂ ਦੀ ਸੰਗਤ ਦੇ ਵਿੱਚੋਂ। ਉਹਨਾਂ ਨੂੰ ਦੇਖ ਕੇ ਸ਼ਰਧਾ ਅੰਦਰ ਪੈਦਾ ਹੁੰਦੀ ਹੈ। ਇਹ ਭਾਈ ਨੰਦ ਲਾਲ ਜੀ ਦੀ ਜੀਵਨੀ ਪੜ੍ਹ ਕੇ ਅੰਦਰੋਂ ਉਹ ਸ਼ਰਧਾ ਜਿਹੜੀ ਉਹਨਾਂ ਦੀ ਸ਼ਰਧਾ ਜਿਹੜੀ ਸੀ ਜਿਹੜੀ ਉਹਨਾਂ ਦੇ ਵਿੱਚੋਂ ਲੱਗੀ ਉਹ ਤੁਹਾਡੇ ਅੰਦਰ ਲੱਗੇ ਤੁਹਾਨੂੰ। ਜਾਂ ਜੀਵਨ 'ਚ ਕੋਈ ਇਹੋ ਜਿਹਾ ਬੰਦਾ ਹੋਵੇ ਜਿਹਦੇ ਅੰਦਰ ਪਰਮਾਤਮਾ ਦਾ ਪਿਆਰ ਅਨੰਤ ਹੋਵੇ, ਉਹਨੂੰ ਸੁਣ ਕੇ ਤੁਹਾਡੇ ਅੰਦਰ ਸ਼ਰਧਾ ਪੈਦਾ ਹੋਵੇ। ਉਹ ਸ਼ਰਧਾ, ਉਹ ਵਿਸ਼ਵਾਸ, ਉਸ ਪਿਆਰ ਨਾਲ ਫਿਰ ਅੱਗੇ ਗੰਮ ਪੜਦਾ ਹੈ ਬੜਾ। ਸੁਖਮਨੀ ਸਾਹਿਬ ਦੀ 23rd ਅਸ਼ਟਪਦੀ ਮੈਂ ਹੁਣੇ ਕੋਟ ਕੀਤਾ ਸੀ ਕਿ ਕਿੰਨੀ ਦੇਰ ਬਾਅਦ ਇੱਕ ਟਾਈਮ ਇਹੋ ਜਿਹਾ ਆਉਂਦਾ ਹੈ ਕਿ ਜਪਜੀ ਪੜਨ ਵਿੱਚ ਰਸ ਆਉਂਦਾ ਹੈ ਉਸਨੂੰ। ਜਪਜੀ ਮੈਕੈਨੀਕਲ ਪ੍ਰੋਸੈਸ ਨਹੀਂ ਹੈ ਪੜਨ ਦਾ ਉਹਦੇ ਵਾਸਤੇ। ਹਾਂਜੀ, ਉਹ ਫਿਰ ਉਹ ਸੁਣਿਆਂ ਦੀਆਂ ਬਣੀਆਂ ਦੀਆਂ ਪੌੜੀਆਂ ਪੜਦਾ, ਇੱਕ ਪੌੜੀ ਵਿੱਚ ਉਹਦੇ ਚ ਆਨੰਦ ਦੀ ਇੱਕ ਪੌੜੀ ਵਿੱਚ ਉਹਨੂੰ ਇੱਕ ਰਹਿਸ ਆਉਂਦਾ ਉਹਦੇ ਵਿੱਚੋਂ। ਇਹ ਰਹੱਸਮਿਕ ਸੱਚ ਹੈ, ਇਹ ਅਨੰਤ ਵਾਲਾ ਸੱਚ ਹੈ, ਇਹ ਇਖਲਾਕੀ ਸੱਚ ਨਹੀਂ, ਇਹ ਮੋਰਾਲਿਟੀ ਵਾਲਾ ਸੱਚ ਨਹੀਂ ਹੈ, ਉਸ ਤੋਂ ਉੱਚੇ ਦੀ ਅਵਸਥਾ ਹੈ ਬੜੀ। ਹੁਣ ਬਾਣੀ ਪੜ੍ਹ ਕੇ ਵਿੱਚੋਂ ਸਵਾਦ ਆਏ ਜਿਸ ਬੰਦੇ ਨੂੰ ਤੇ ਸਮਝ ਲਓ ਫਿਰ ਉਹਦਾ ਤੇ ਕੰਮ ਬਣਨਾ ਸ਼ੁਰੂ ਹੋ ਗਿਆ। ਕੀਰਤਨ ਕਰਨੇ ਤੇ ਕੀਰਤਨ ਦੇ ਵਿੱਚੋਂ ਉਹ ਸੁਗੰਧੀ ਆਏ ਨਾਮ ਦੀ ਉਸਨੂੰ, ਤੇ ਅੱਖਾਂ ਡੋਲ ਪੈਣ ਉਹਦੀਆਂ ਉਹਦੇ ਵਿੱਚ। ਤਾਂ ਹੀ ਜਿਹੜੀ ਪਹਿਲੀਆਂ 2 ਲਾਵਾਂ ਤੋਂ ਬਾਅਦ ਤੀਸਰੀ ਲਾਮ ਵਿੱਚ ਸਾਰੀ ਦੀ ਸਾਰੀ ਗੱਲ ਵੈਰਾਗ ਬਾਰੇ ਆਈ ਹੈ। ਹਰ ਤੀਜੜੀ ਲਾਮ ਮਨ ਚਾਹੋ ਪਿਆ ਵੈਰਾਗੀਆ ਬਲਰਾਮ ਜੀਓ। ਕਿਉਂ ਵੈਰਾਗੀਆ ਬਲਰਾਮ ਜੀਓ? ਕਿਉਂ ਤੀਸਰੀ ਲਾਮ ਵਿੱਚ ਇਤਨਾ? ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਬਗੈਰ ਪਿਆਰ ਦੀ ਗੱਲ ਬਣਨੀ ਨਹੀਂ ਹੈ। ਜੇ ਤੂੰ ਮਿਸ ਨਹੀਂ ਕਰੇਗਾ, ਜੇ ਪਿਆਰ ਨਹੀਂ ਕਰੇਗਾ ਉਸ ਨਾਲ ਤੇ ਤੇਰੀ ਗੱਲ ਬਣਨੀ। ਚਾਹੇ ਸਕਸੈਸਫੁਲ ਮੈਰਿਜ ਤੇਰੀ ਹੋ ਜਾਣ ਤੇ ਸਕਸੈਸਫੁਲ ਮੈਰਿਜ ਹੋ ਵੀ ਜਾਏ, ਜੇ ਪ੍ਰਵਿਰਤੀ ਕਰਮ ਦ੍ਰਿੜਾ ਵੀ ਲਵੇਂ ਤੂੰ, ਜੇ ਨਿਰਮਲ ਭਉ ਆਪਣੇ ਸਪਾਊਸ ਵਾਸਤੇ ਪੈਦਾ ਵੀ ਕਰ ਲਵੇਂ, ਤੇ ਜੇ ਤੇਰੇ ਅੰਦਰ ਵਿਰਾਗ ਨਹੀਂ ਪੈਦਾ ਹੋਇਆ ਤੇ ਇਹ ਪੁਰਖਾ ਤੇਰਾ ਕੀ ਬਣੇਗਾ? ਫਿਰ ਤੂੰ ਸੱਚ ਨੂੰ ਪ੍ਰਾਪਤੀ ਤੇਰੀ ਨਹੀਂ ਹੋ ਸਕਦੀ। ਤੇਰੀ ਮਹਾਰਾਜ ਜਾਣਦੇ ਹਨ ਇਸ ਗੱਲ ਨੂੰ। ਇਸ ਵਾਸਤੇ ਸੱਚ ਤਾਂ ਪਰ ਜਾਣੀਏ, ਕਿਉਂਕਿ ਹਿਰਦੇ ਸੱਚਾ ਆ ਚੁੱਕਿਆ ਅੰਦਰ, ਤੇ ਹੁਣ ਉਸ ਸੱਚੇ ਦੇ ਗੁਣਾਂ ਦੇ ਨਾਲ ਤੇਰਾ ਪਿਆਰ, ਉਹ ਪਿਆਰ ਜਿਹੜਾ ਤੇਰੇ ਅੰਦਰ ਆਵੇ ਤੇ। So I'm going to stop for a second and see if anybody has any question though, ਕਿ ਕਿਸ ਤਰ੍ਹਾਂ ਉਸ ਇਖਲਾਕੀ ਸੱਚ ਦੇ ਨਾਲ ਨਾਮ ਸੁਣਨ ਨਾਲ ਕਿਸ ਤਰ੍ਹਾਂ ਰਹਿਸ ਪੈਦਾ ਹੁੰਦਾ ਹੈ, ਰਹਿਸੀਆ ਹੈ, ਤੇ ਨਾਮ ਮਿੱਠਾ ਲੱਗਣਾ ਸ਼ੁਰੂ ਹੋ ਜਾਂਦਾ ਹੈ, ਬਾਣੀ ਮਿੱਠੀ ਲੱਗਣੀ ਸ਼ੁਰੂ ਹੋ ਜਾਂਦੀ ਹੈ। ਬਾਣੀ ਸਡਨਲੀ ਝੋਲਾ ਨਹੀਂ ਬਣ ਜਾਂਦੀ। ਹੁਣ ਇੱਕ ਕੋਈ ਕੰਮ ਨਹੀਂ ਹੈ ਉਹਦੇ ਵਾਸਤੇ ਸਵੇਰੇ ਕਰਨਾ ਕੰਮ। ਜਿਸ ਤਰ੍ਹਾਂ ਸਾਨੂੰ ਫॉर एग्जांपल ਆਫਿਸ ਜਾਣਾ ਅੱਛਾ ਲੱਗਦਾ ਹੈ, ਪੈਸੇ ਕਮਾਣੇ ਅੱਛੇ ਲੱਗਦੇ ਹਨ, ਆਪਣੇ ਸਪਾਊਸ ਨੂੰ ਹੱਕ ਕਰਨਾ, ਆਪਣੇ ਬੱਚਿਆਂ ਨੂੰ ਹੱਕ ਕਰਨਾ ਆਪਣਾ ਮਨ ਕਰਦਾ ਹੈ ਹੱਕ ਕਰਨ ਨੂੰ, ਹੈ ਨਾ। ਕੋਈ ਜ਼ਬਰਦਸਤੀ ਨਹੀਂ ਕੋਈ ਕਰਾਂਦਾ ਆਪਣੇ ਬੱਚਿਆਂ ਨਾਲ ਪਿਆਰ। ਉਸੇ ਤਰ੍ਹਾਂ ਭਗਤਾਂ ਦੇ ਅੰਦਰ ਉਸ ਪ੍ਰਮਾਤਮਾ ਅਨੰਤ ਦੇ ਨਾਲ ਪਿਆਰ ਜਿਹੜਾ ਵੈ ਸੁਣ ਕੇ ਨਾਮ ਨੂੰ ਉਹ ਅੰਦਰੋਂ ਖੇੜਾ ਹੋ ਜਾਂਦਾ ਹੈ। ਇਸ ਵਾਸਤੇ 23rd ਅਸ਼ਟਪਦੀ ਦੇ ਵਿੱਚ ਵੀ ਕਲੈਰਿਟੀ ਹੈ ਕਿ ਸੰਤ ਸੰਗ ਅੰਤਰ ਪ੍ਰਭ ਡੀਠਾ, ਜਦੋਂ ਅੰਦਰ ਨਜ਼ਰ ਆਇਆ ਤੇ ਨਾਮ ਪ੍ਰਭੂ ਕਾ ਲਾਗਾ ਮੀਠਾ, ਤੇ ਮਿੱਠਾ ਲੱਗਣ ਦੇ ਨਾਮ ਦੇ ਨਾਲ ਫਿਰ ਬਹੁਤ ਕੁਝ ਚੇਂਜਸ ਆ ਜਾਂਦੀਆਂ ਉਹਦੇ ਅੰਦਰ। ਫਿਰ ਉਹ ਅੰਦਰੋਂ ਪਿਆਰ ਹੋ ਜਾਂਦਾ ਉਹਦਾ ਉਸ ਦੀ ਚੀਜ਼ ਦੇ ਨਾਲ। And I'll wait though and see if anybody has any questions. Okay, nobody has any questions. ਅਗਲੀ ਸਟੇਜਸ ਜਿਹੜੀਆਂ ਹੈ ਨਾਮ ਦੀਆਂ ਪ੍ਰਾਪਤੀ ਦੀਆਂ, ਉਹਨਾਂ ਸਟੇਜਸ ਨਾਲ ਕੋਈ ਰਿਲੇਟ ਕਰ ਸਕਦਾ ਹੈ ਜਿਹੜੀਆਂ ਐਟਲੀਸਟ ਪਹਿਲੀ ਸਟੇਜ ਤੱਕ ਜਿਹੜਾ ਪਹੁੰਚਿਆ ਹੋਵੇ, ਨਹੀਂ ਤੇ ਥਿਉਰੀ ਗੱਲ ਹੋਏਗੀ ਉਹਦੇ ਵਾਸਤੇ। ਹੁਣ ਜਿਹੜਾ ਪਿਆਰ ਇਕੱਠਾ ਕੀਤਾ ਸੀ, ਨਾਮ ਰੂਪੀ ਬੀਜ ਜਿਹੜਾ ਪਿਆਰ ਇਕੱਠਾ ਕੀਤਾ ਸੀ, ਉਹ ਬੀਜ ਜਿਹੜਾ ਹੈ ਉਹ ਬੀਜ ਬੋਂਦਾ ਹੈ ਨਾਮ ਦਾ। ਦੇਖੋ ਜੀ, ਕੋਈ ਹੁਣ ਬੀਜ ਕੋਈ ਸੀਡ ਬਣਾ ਲਵੇ ਮੈਂਗੋ ਦਾ ਤੇ ਕਵੇ ਕਿ ਹੁਣ ਜੀ ਹੁਣ ਮਿੱਠਾ ਮੈਂ ਟੇਸਟ ਕਰ ਲਾਂ, ਤੇ ਕੋਈ ਕਹਿ ਸਕਦਾ ਸਿਆਣਾ ਕਿ ਯਾਰ ਇਹ
ਬੀਜ ਤੇ ਕੋੜਾ ਹੀ ਹੁੰਦਾ ਹੈ, ਤੇ ਕੋਈ ਕਵੇ ਨਹੀਂ ਬੀਜ ਤੇ ਕੋੜਾ ਹੁੰਦਾ ਹੈ, ਲੇਕਿਨ ਬੀਜ ਜੇ ਬੋ ਦਿਓ ਤੇ ਬ੍ਰਿਛ ਜਦੋਂ ਲੱਗਣਗੇ, ਉਹਦੇ ਜਦੋਂ ਉਹ ਟਰੀ ਉੱਗੇਗਾ ਜਾਂ ਉਹਦੇ ਵਿੱਚ ਜਿਹੜਾ ਫਲ ਲੱਗੇਗਾ, ਜਿਹੜਾ ਉਹ ਫਲ ਬੜਾ ਮਿੱਠਾ ਹੁੰਦਾ ਹੈ ਬੜਾ। ਤੇ ਭਗਤ ਜਨ ਫਿਰ ਉਹ ਨਾਮ ਦਾ ਬੀਜ ਜਿਹੜਾ ਹੈ, ਜਿਹੜਾ ਸੱਚ ਤੇਰੇ ਪਿਆਰ ਤੋਂ ਜਿਹੜਾ ਹਾਸਲ ਕੀਤਾ ਸੀ, ਨਾਉ ਸੁਣ ਮਨ ਰਹਿਸੀਏ ਤੋਂ ਜਿਹੜਾ ਬੀਜ ਜਿਹੜਾ ਮਿਲਿਆ ਸੀ, ਉਸ ਬੀਜ ਨੂੰ ਆਪਣੀ ਬਾਡੀ, ਆਪਣੇ ਮਨ ਦੇ ਅੰਦਰ ਉਸ ਬੀਜ ਨੂੰ ਬੋਂਦੇ ਹਨ। ਸੋ ਉਸ ਬੀਜ ਨੂੰ ਬੋਣ ਦੇ ਨਾਲ ਇਹ ਹੁੰਦਾ ਹੈ ਕਿ ਉਸ ਬੀਜ ਨੂੰ ਫਿਰ ਫਲ ਲੱਗਦੇ ਹਨ, ਦਰਖਤ ਲੱਗਦੇ ਹਨ, ਪੱਤੇ ਲੱਗਦੇ ਹਨ, ਤੇ ਉਸ ਫਲ ਲੱਗਣ ਦੇ ਨਾਲ ਉਹ ਅਗਲੀ ਸਟੇਜ ਤੇ ਪਹੁੰਚ ਜਾਂਦਾ ਹੈ। ਲੈਟ ਮੀ ਰੀਡ ਯੂ ਦ ਲਾਈਨ। ਇਹ ਅਗਲੇ ਉਹ ਫਿਰ ਜੀਣ ਦੀ ਜੁਗਤੀ ਨੂੰ ਸਿੱਖ ਲੈਂਦਾ ਹੈ। ਜੁਗਤ ਕੀ ਹੈ? let me repeat it। ਮੈਂ ਪਹਿਲੀਆਂ ਦੋ ਸਟੇजेस ਦੁਬਾਰਾ ਰਿਪੀਟ ਕਰਦੇ ਹਾਂ। ਸੱਚ ਤਾਂ ਪਰ ਜਾਣੀਏ ਜੇ ਹਿਰਦੇ ਸੱਚਾ ਹੋਏ, ਕੂੜ ਕੀ ਮਲ ਉਤਰੇ ਤਨ ਕਰੇ ਅੱਛਾ ਧੋਏ। ਸੱਚ ਤਾਂ ਪਰ ਜਾਣੀਏ ਜੇ ਸੱਚ ਧਰੇ ਪਿਆਰ, ਨਾਉ ਸੁਣ ਮਨ ਰਹਿਸੀਏ ਤਾਂ ਪਾਏ ਮੁਖ ਦੁਆਰ। ਤੀਸਰੀ ਸਟੇਜ, ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀਓ, ਧਰਤ ਕਾਇਆ ਸਾਧਕੈ ਵਿੱਚ ਦੇਹ ਕਰਤਾ ਬੀਓ। ਧਰਤ ਕਾਇਆ ਸਾਧਕੈ, ਧਰਤ ਫੈਮਿਨਿਨ ਵਰਡ ਹੈ, ਇਸ ਸੇ ਤੱਤੇ ਨੂੰ ਸਿਹਾਰੀ ਹੈ। ਧਰਤ ਕਾਇਆ ਸਾਧਕੈ, ਸਾਧ ਦੱਦੇ ਨੂੰ ਸਿਹਾਰੀ ਹੈ, ਸਾਧਨ ਦੇ ਨਾਲ। ਵਿੱਚ ਮੈਂ ਯਾਦ ਰਿਮੈਂਬਰ ਆਈ ਸੈਡ ਪ੍ਰੈਪੋਜੀਸ਼ਨ ਵਿੱਚ ਹਮੇਸ਼ਾ ਸਿਹਾਰੀ ਲੱਗਦੀ ਹੈ। ਲਾਸਟ ਟਾਈਮ ਕਿਹਾ ਸੀ ਵਿੱਚ ਪ੍ਰੈਪੋਜੀਸ਼ਨ ਹੈ, ਇੱਥੇ ਵੀ ਚੱਚੇ ਨੂੰ ਸਿਹਾਰੀ ਲੱਗੀ ਹੋਈ ਹੈ। ਗੁਰਬਾਣੀ ਦੇ ਰੂਲ ਕਈ ਵਾਰੀ ਜਦੋਂ ਪੜਨ ਨਾਲ, ਕਈ ਵਾਰੀ when you read it again, ਉੱਤੇ ਕਲੈਰਿਟੀ ਆ ਜਾਂਦੀ ਹੈ ਬੜੀ। ਵਿੱਚ ਦੇਹ ਕਰਤਾ ਬੀਓ, ਜੇ ਅੰਦਰ ਉਸ ਆਪਣੀ ਦੇਹ ਦੇ ਅੰਦਰ ਉਸ ਪਿਆਰ ਵਾਲੇ ਬੀਜ ਨੂੰ ਜਿਹੜਾ ਬੋਂਦਾ ਹੈ ਅੰਦਰ, ਤੇ ਉਹਦੇ ਵਿੱਚ ਫਿਰ ਉਹ ਫਲ ਲੱਗਦੇ ਹਨ ਨਾਮ ਦੇ। ਉਸ ਨੂੰ ਤੇ ਨਾਮ ਦੇ ਫਲ ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀਓ। ਹੁਣ ਜੀਵਨ ਦੀ ਜੁਗਤੀ ਨੂੰ ਸਮਝ ਲੈਂਦਾ ਹੈ। ਜੀਵਨ ਕਿਉਂ ਆਇਆ ਹੈ ਮੈਂ ਇੱਥੇ, ਮੇਰਾ ਜੀਵਨ, ਮੇਰਾ ਜਨਮ ਕਿਉਂ ਹੋਇਆ ਹੈ, ਮੇਰੇ ਜਨਮ ਆਉਣ ਦਾ ਮਨੋਰਥ ਕੀ ਸੀ, ਇੱਥੇ ਮੈਂ ਕਿਉਂ ਆਇਆ ਹਾਂ। ਇੱਥੇ ਧਰਤੀ ਰੂਪੀ ਕਾਇਆ ਨੂੰ ਸਾਧਣਾ, ਨਾਮ ਦਾ ਬੀਜ ਬੋ ਦੇਣਾ, ਇਹ ਹੁੰਦਾ ਹੈ ਨਿਤ ਅਭਿਆਸ ਦੇ ਨਾਲ। ਇਹ ਹੁੰਦਾ ਹੈ ਅੰਮ੍ਰਿਤ ਵੇਲੇ ਉੱਠ ਕੇ ਉਸ ਗੁਰੂ ਮੰਤਰ ਦਾ ਜਾਪ ਕਰਕੇ, ਨਿਤਾ ਪ੍ਰਤ ਕੀਰਤਨ ਕਰਕੇ, ਨਿਤਾ ਪ੍ਰਤ ਬਾਣੀ ਦਾ ਪਾਠ ਕਰਕੇ, ਨਿਤਾ ਪ੍ਰਤ ਸੇਵਾ ਕਰਕੇ, ਅੰਦਰ ਜਿਹੜਾ ਬੀਜ ਜਿਹੜਾ ਬੋਂਦਾ ਹੈ, ਫਿਰ ਉਹਦੇ ਫਲ ਫਿਰ ਉਸ ਨੂੰ ਲੱਗਣੇ ਸ਼ੁਰੂ ਹੁੰਦੇ ਹਨ। ਉਸ ਨੂੰ ਪਰ ਫਲ ਤੇ ਲੱਗਣਗੇ। ਦੇਖੋ ਜੀ, ਬੀਜ ਜਿਹੋ ਜਿਹਾ ਵੀ ਬੋਗੇ ਤਾਂ ਉਹ ਜਿਹਾ ਬੋਝ, ਫਿਰ ਜੇ ਮਿਰਚੀ ਵਾਲਾ ਬੀਜ ਹੋਏਗਾ ਤਾਂ ਉਹਦੇ ਕੋੜਾਪਨ ਆਏਗਾ। ਨਿੰਬੂ ਦਾ ਬੀਜ ਬਿਓਗੇ ਤਾਂ ਉਹਦੇ ਵਿੱਚ ਖੱਟਾਪਨ ਆਏਗਾ। ਅੰਬ ਵਾਲਾ ਬੀਜ ਬਿਓਗੇ ਤਾਂ ਮਿੱਠਾਪਨ ਆਏਗਾ। ਗੁਲਾਬ ਵਾਲਾ ਬੀਜ ਬਿਓਗੇ ਤੇ ਉਹਦੀ ਸੁਗੰਧੀ ਆਏਗੀ, ਹਾਂਜੀ। ਤੇ ਜੇ ਕਰੇਲੇ ਵਾਲਾ ਬੀਜ ਬਿਓਗੇ ਉਹਦੇ ਕੁੜੱਤਨ ਆਏਗਾ। ਕੁੜੱਤਨ ਵੀ ਮਾੜਾ ਨਹੀਂ, ਉਹ ਵੀ ਸਵਾਦ ਹੈ। ਪਰ ਮੈਂ ਗੱਲ ਕਰ, ਜਿਸ ਤਰ੍ਹਾਂ ਦਾ ਬੀਜ ਬਿਓਗੇ ਉਸ ਤਰ੍ਹਾਂ ਦੀ ਤੁਹਾਡੀ ਅੱਗੇ ਤੁਹਾਡੀ ਲਾਈਫ ਜਿਹੜੀ ਹੈ ਚੱਲੇਗੀ। ਇਹ ਹੁਣ ਉਹ ਜਿਹੜਾ ਵਿਸ਼ਵਾਸ ਵਾਲਾ ਬੀਜ ਜਿਹੜਾ ਵੇ, ਇਹ ਆਪਣੇ ਅੰਦਰ ਬੋ ਦਿੰਦਾ ਹੈ, ਤੇ ਉਹਦੇ ਅੰਦਰ ਫਿਰ ਫਲ ਨੈਚੁਰਲ ਨਿਕਲਦੇ ਹਨ। ਫਲ ਜਿਹੜੇ ਹਨ ਉਹਦੇ ਫਲ ਫੁੱਲ ਲੱਗਦੇ ਹਨ ਉਸਨੂੰ। ਤੇ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਜਿੱਥੇ ਬ੍ਰਹਮ ਗਿਆਨੀ ਦੀ ਗੱਲ ਆਈ ਹੈ, ਜਿੱਥੇ, ਤੇ ਉੱਥੇ ਇੱਕ ਬੜੀ ਇੰਪੋਰਟੈਂਟ ਮੈਨੂੰ ਬਹੁਤ ਲੱਗਦੀ ਹੈ, ਆਥਰਸ ਨੇ ਬੜਾ ਲਿਖਿਆ ਇਸ ਲਾਣੇ ਕਿ ਬ੍ਰਹਮ ਗਿਆਨੀ ਸੁਫਲ ਫਲਾ, ਇੱਕ ਵਰਡ ਆਏ ਹਨ ਉੱਥੇ ਸੁਖਮਨੀ ਸਾਹਿਬ ਦੀ ਬਾਣੀ ਚ ਆਏ ਹਨ। ਬ੍ਰਹਮ ਗਿਆਨੀ ਵਾਲੀ ਅਸ਼ਪਦੀ ਵਿੱਚ ਆਏ ਹਨ ਕਿ ਬ੍ਰਹਮ ਗਿਆਨੀ ਸੁਫਲ ਫਲਾ। ਸੁਫਲ ਫਲਾ ਕੀ ਹੈ? ਸੁਫਲ ਕੀ ਹੈ ਤੇ ਨੇਫਲ ਕੀ ਹੈ? ਦੋ ਤਰ੍ਹਾਂ ਦੇ ਨੇਫਲ ਹੈ, ਇੱਕ ਸੁਫਲ ਹੈ। ਸੁਫਲ ਜਿਹਨੂੰ ਅੱਛੇ ਕਰਮ ਲੱਗਣ, ਜਿਹਨੂੰ ਅੱਛੇ ਫਲ ਨਿਕਲਣ, ਉਹ ਸੁਫਲ ਹੈ। ਨੇਫਲ ਮਤਲਬ ਪੈਸੇ ਬੜੇ ਇਕੱਠੇ ਕਰ ਲਿੱਤੇ ਤੇ ਉਹਦਾ ਕੀ ਹੋਏਗਾ, ਲਾਸਟ ਵਿੱਚ ਚਲੇ ਗਏ ਤੇ ਕੱਖ ਪੈਸੇ, ਕਿਸੇ ਨੇ ਪਿਆਰ ਨਹੀਂ ਕੀਤਾ ਤੁਹਾਡੇ ਨਾਲ, ਉਹ ਨੇਫਲ ਹੈ। ਮਤਲਬ ਉਸ ਫਲ ਦਾ ਜਿਹਦਾ ਕੋਈ ਫਾਇਦਾ ਨਾ ਹੋਵੇ। ਤੇ ਸੁਫਲ ਮਨੇ ਜਿਹਦੇ ਅੱਗੇ ਪੈਦਾ ਹੋਵਣ। ਸੁਫਲ ਫਲਾ, ਬ੍ਰਹਮ ਗਿਆਨੀ ਸੁਫਲ ਫਲਾ। ਸੁਫਲ ਫਲਾ ਮਤਲਬ ਉਸ ਬ੍ਰਹਮ ਗਿਆਨੀ ਨੂੰ, ਇੱਕ ਬ੍ਰਹਮ ਗਿਆਨੀ ਤੋਂ ਫਿਰ ਹਜ਼ਾਰਾਂ ਬ੍ਰਹਮ ਗਿਆਨੀ ਪੈਦਾ ਹੁੰਦੇ ਹਨ। ਉਹ ਬ੍ਰਹਮ ਗਿਆਨੀ ਦੇ ਅੰਦਰ ਇਹੋ ਜਿਹੇ ਫਲ ਲੱਗਦੇ ਹਨ ਕਿ ਉਹ ਮਿਠਾਸ ਜਿਹੜੀ ਹੈ ਉਸਦੀ, ਉਹ ਦੂਸਰੇ ਲੈ ਸਕਦੇ ਹਨ ਮਿਠਾਸ ਉਹਦੀ। ਤੇ ਇੱਥੇ ਜੁਗਤ ਜਾਣੇ ਜੀਓ ਦੇ ਵਿੱਚ ਜਦੋਂ ਉਹ ਪ੍ਰੇਮ ਦਾ ਬੀਜ ਅੰਦਰ ਬੋਂਦਾ ਹੈ, ਇਹ ਹੁਣ ਅਸੀਂ ਰਿਲੇਟ ਨਹੀਂ ਕਰ ਸਕਦੇ, ਕਿਉਂ? ਅਸੀਂ ਕੀਤਾ ਨਹੀਂ ਨਾ ਕਦੀ, ਇਹ ਬੀਜ ਕਦੀ ਬੋਇਆ ਨਹੀਂ ਨਾ ਅੰਦਰ, ਪ੍ਰਮਾਤਮਾ ਨਾਲ ਪਿਆਰ ਕੀਤਾ ਨਹੀਂ। ਅਸੀਂ ਝੂਠਾ ਦਿਖਾਵੇ ਵਾਲਾ ਕੰਮ ਬੜੇ ਕਰਦੇ ਹਾਂ, ਲੇਕਿਨ ਇਹ ਕੰਮ ਕਰ ਨਹੀਂ ਪਾਏ ਜਿਹੜਾ ਅੰਦਰਲਾ ਕੰਮ ਹੈ। ਜੇ ਅੰਦਰਲਾ ਕੰਮ ਹੋ ਜਾਵੇ, ਵਿਸ਼ਵਾਸ ਵੀ ਹੋ ਜਾਵੇ, ਜੋ ਅੰਦਰ ਬੀਜ ਜਿਹੜਾ ਬੋਂਦਾ ਹੈ, ਉਸ ਬੀਜ ਦੇ ਬੋਣ ਦੇ ਨਾਲ ਫਿਰ ਅਗਲੀ ਜਿਹੜੀ ਸਟੇਜ ਹੈ ਕਿ ਵਿੱਚ
ਧਰਤ ਕਾਇਆ ਸਾਧ ਕੇ ਵਿੱਚ ਦੇ ਕਰਤਾ ਬਿਓ ਵਾਲੀ ਸਟੇਜ ਆ ਜਾਂਦੀ ਹੈ, ਫਿਰ ਉਹਨੂੰ ਫਲ ਲੱਗਦੇ ਹਨ ਔਰ ਬੜੇ ਭਾਰੀ ਫਲ ਲੱਗਦੇ ਹਨ ਉਸਨੂੰ। ਫਿਰ ਇਹੋ ਜਿਹੇ ਫਲ ਲੱਗਦੇ ਹਨ ਉਸ ਜਿਹੜੇ ਤੁਹਾਡੇ ਜ਼ਿਹਨ 'ਚ ਨਹੀਂ ਆ ਸਕਦੇ ਜਿਹੜੀਆਂ ਚੀਜ਼ਾਂ। ਗਿਆਨ ਖੰਡ ਵਿੱਚ, ਜਪਜੀ ਸਾਹਿਬ ਦੇ ਗਿਆਨ ਖੰਡ ਵਿੱਚ ਮਹਾਰਾਜ ਇਸ ਗੱਲ ਦਾ ਨਿਰੂਪਣ ਕਰਾਉਂਦੇ ਹਨ। ਇਸ ਗੱਲ ਨੂੰ ਜਪਜੀ ਸਾਹਿਬ ਦੀ ਬਾਣੀ ਜਿਹੜੇ ਧਿਆਨ ਨਾਲ ਪੜ੍ਹਦੇ ਹਨ, ਜਿਹੜੀ ਕਹਿੰਦੇ ਹਨ ਉੱਥੇ ਵਰਡ ਕੇਤੇ ਆਏ ਹਨ, ਵਰਡ ਗਿਆਨ ਦੇ ਨੇਤਰ ਖੋਲ ਦਿੰਦੇ ਹਨ। ਪ੍ਰਮਾਤਮਾ ਗਿਆਨ ਦੇ ਨੇਤਰ ਖੁੱਲ ਜਾਂਦੇ ਹਨ, ਅੰਦਰਲੀ ਕਾਸਮਿਕ ਜਿਹੜੀਆਂ ਆਈਜ਼ ਹਨ ਉਹ ਖੁੱਲ ਜਾਂਦੀਆਂ ਹਨ। ਰਿਮੈਂਬਰ, ਇਹ ਲੌਜਿਕ ਵਾਲਾ ਰਸਤਾ ਨਹੀਂ ਹੈ, ਇਹ ਲੌਜਿਕ ਜਿੱਥੇ ਖਤਮ ਹੁੰਦੀ ਹੈ ਉੱਥੇ ਪ੍ਰਮਾਤਮਾ ਦਾ ਰਸਤਾ ਸ਼ੁਰੂ ਹੁੰਦਾ ਹੈ। ਜਿੱਥੇ ਨਿਊਟਨ ਵਰਗੇ ਦਾ, ਜਿੱਥੇ ਸਭ ਤੋਂ ਜ਼ਿਆਦਾ ਦਿਮਾਗ ਵਾਲੇ ਦਾ ਜਿੱਥੇ ਐਂਡਿੰਗ ਹੈ, ਉੱਥੇ ਪ੍ਰਮਾਤਮਾ ਦੀ ਨੌਲੇਜ ਸ਼ੁਰੂ ਹੁੰਦੀ ਹੈ। ਗਿਆਨ ਖੰਡ ਵਿੱਚ ਕਮਾਲ ਹੈ ਵੈਸੇ ਬਾਣੀ ਦੀ, ਉੱਥੇ ਸਾਰਾ ਦਾ ਸਾਰਾ ਫੋਕਸ ਕੀਤੇ ਤੇ ਆਇਆ। ਦੇਖੋਗੇ ਜਿਹੜੇ ਧਿਆਨ ਨਾਲ ਬਾਣੀ ਪੜ੍ਹਦੇ ਹਨ, ਜਪਜੀ ਸਾਹਿਬ ਦੀਆਂ ਉਹਨਾਂ ਪੌੜੀਆਂ ਵਿੱਚ ਕੇਤੇ ਵਰਡ ਬੜਾ ਯੂਜ਼ ਕੀਤੇ ਨੇ। ਕੇਤੇ ਇੰਦ ਚੰਦ ਸੂਰ, ਕੇਤੇ ਤੂੰ ਉਪਦੇਸ, ਕੇਤੇ ਗਿਆਨ, ਕੇਤੀਆਂ ਖਾਣੀ, ਕੇਤੀਆਂ ਬਾਣੀ। ਕਿਉਂ? ਹੇ ਮਹਾਰਾਜ, ਤੁਸੀਂ ਧਰਮਖੰਡ ਵਿੱਚ ਕੇਤੇ ਵਰਡ ਯੂਜ਼ ਨਹੀਂ ਕੀਤਾ, ਕਿਉਂ? ਕਹਿੰਦੇ ਨਹੀਂ, ਧਰਮਖੰਡ ਵਿੱਚ ਇੱਕੋ ਹੀ ਸੂਰਜ ਨਜ਼ਰ ਆਉਂਦਾ, ਇੱਕੋ ਹੀ ਕ੍ਰਿਸ਼ਨ ਨਜ਼ਰ ਆਇਆ ਸੀ। ਉਹ ਗਿਆਨ ਦੇ ਚਕਸ਼ੂ ਖੁੱਲੇ ਨਹੀਂ ਉੱਤੇ ਹਾਲੇ। ਇਹ ਸੋਚਦੇ ਸ਼ਾਇਦ ਇੱਕੋ ਹੀ ਕ੍ਰਿਸ਼ਨ ਹੋਏ ਹਨ, ਇੱਕੋ ਹੀ ਨਾਨਕ ਹੋਏ ਹਨ, ਇੱਕੋ ਹੀ ਧਰਤੀ ਹੈ ਸ਼ਾਇਦ, ਇੱਕੋ ਹੀ ਸੂਰਜ ਹੈ ਸ਼ਾਇਦ, ਇੱਕੋ ਹੀ ਚੰਦਰਮਾ ਹੈ ਸ਼ਾਇਦ, ਇੱਕੋ ਹੀ ਗੁਰੂ ਹੈ ਸ਼ਾਇਦ ਇੱਕੋ। ਇਹ ਜੋ ਨਜ਼ਰ ਆ ਰਿਹਾ ਬਸ ਇਹੀ ਹੈ। ਗਿਆਨ ਖੰਡ ਵਿੱਚ ਉਂਝ ਨਹੀਂ ਹੈ। ਗਿਆਨ ਖੰਡ ਵਿੱਚ ਮਹਾਰਾਜ ਅੱਖਾਂ ਖੋਲ ਦਿੰਦੇ ਹਨ। ਗਿਆਨ ਖੰਡ ਦੀ ਅਵਸਥਾ ਅਲੱਗ ਹੈ, ਸਰਮਖੰਡ ਦੀ ਅਵਸਥਾ ਤੇ ਬਿਲਕੁਲ ਹੀ ਡਿਫਰੈਂਟ ਹੈ। ਉਹ ਅਲੱਗ ਟੌਪਿਕ ਹੈ ਅਗਲਾ। ਪਰ ਗਿਆਨ ਖੰਡ ਵਿੱਚ ਵੀ ਇਸ ਗੱਲ ਦੀ ਪ੍ਰਾਪਤੀ ਹੋ ਜਾਂਦੀ ਹੈ ਕਿ ਮਹਾਰਾਜ ਅੱਖਾਂ ਖੋਲ ਦਿੰਦੇ ਹਨ। ਦੇਖ ਪੁਰਖਾ ਇੱਕ ਸੂਰਜ ਨਹੀਂ ਹੈ, ਕਰੋੜਾਂ ਸੂਰਜ ਹੈ। ਧਰਮਖੰਡ ਚ ਨਜ਼ਰ ਨਹੀਂ ਆਏ। ਧਰਮਖੰਡ ਦੀ ਅਗਰ ਪੜੋਗੇ, ਧਰਮਖੰਡ ਕੀ ਬਾਣੀ ਉਹ ਤੇ ਪੜੋਗੇ, ਜਦੋਂ ਧਰਮਖੰਡ ਦੇ ਵਿੱਚ ਇੱਕ ਦੀ ਗੱਲ ਆਈ ਹੈ। ਹਾਂਜੀ, ਕੇਤੇ ਦੀ ਗੱਲ ਨਹੀਂ ਆਈ। ਕੇਤੇ ਦੀ ਗੱਲ ਗਿਆਨ ਖੰਡ ਵਿੱਚ ਆਈ ਹੈ, ਕੇਤੇ ਦੀ ਗੱਲ ਧਰਮਖੰਡ ਚ ਨਹੀਂ ਆਈ। ਕਿਉਂ? ਉੱਥੇ ਅੱਖਾਂ ਖੁੱਲੀਆਂ ਨਹੀਂ, ਇੱਥੇ ਅੱਖਾਂ ਤੀਸਰੀ ਸਟੇਜ ਵਿੱਚ ਸੱਚ ਦੀਆਂ, ਕਿਉਂਕਿ ਜੁਗਤ ਜਾਣੇ ਜੀਓ ਹੈ ਨਾ, ਉੱਥੇ ਜੁਗਤੀ ਸਿੱਖ ਲੈਂਦਾ ਹੈ ਸਿੱਖਣ ਦੀ। ਇਸ ਵਾਸਤੇ ਜਦੋਂ ਫਲ ਲੱਗਦੇ ਹਨ ਉਸਨੂੰ, ਤੇ ਉਸ ਅਨੰਤ ਦੇ ਦਰਸ਼ਨ ਕਰਨੇ ਸ਼ੁਰੂ ਕਰ ਦਿੰਦਾ ਹੈ। ਉਸ ਅਨੰਤ ਨੂੰ ਐਕਸਪੀਰੀਅੰਸ ਕਰਨਾ ਸ਼ੁਰੂ ਕਰ ਦਿੰਦਾ ਹੈ। ਸਡਨਲੀ ਉਹਨੂੰ ਫਿਰ ਦੂਸਰਿਆਂ ਬੱਚਿਆਂ ਵਿੱਚ ਜਾਂ ਆਪਣੇ ਬੱਚਿਆਂ ਵਿੱਚ ਪਿਆਰ ਫਰਕ ਨਹੀਂ ਨਜ਼ਰ ਆਉਂਦਾ ਉਸਨੂੰ। ਹਾਂਜੀ, ਬਹੁਤ ਮੁਸ਼ਕਿਲ ਹੈ ਕਰਨਾ। ਕੈਨ ਯੂ ਇਮੇਜਿਨ ਦੈਟ ਕਿ ਜਿੰਨਾ ਆਪਣੇ ਬੱਚਿਆਂ ਨਾਲ ਪਿਆਰ ਹੋਵੇ ਉਤਨਾ ਹੀ ਦੂਸਰੇ ਬੱਚਿਆਂ ਨਾਲ ਪਿਆਰ ਹੋ ਜਾਵੇ। ਹਾਂਜੀ, ਜਿਤਨਾ ਸਿੱਖਾਂ ਨਾਲ ਪਿਆਰ ਹੋਵੇ ਉਤਨਾ ਹੀ ਮੁਸਲਮਾਨਾਂ ਨਾਲ ਸ਼ੁਰੂ ਹੋ ਜਾਵੇ। ਜਿਤਨਾ ਗੁਰਦੁਆਰੇ ਨਾਲ ਪਿਆਰ ਹੋਵੇ ਉਤਨਾ ਹੀ ਚਰਚ ਵਿੱਚ ਹੋ ਜਾਵੇ ਮਹਿਸੂਸ। ਗੁਰੂ ਨਾਨਕ ਦੇ ਕੋਲ ਪੁੱਛੋ, ਉਹਨਾਂ ਨੂੰ ਤਾਂ ਹੋਇਆ। ਉਹਨਾਂ ਨੇ ਵਿਤਕਰੇ ਨਹੀਂ ਕੀਤੇ ਕਿਧਰੇ। ਉਹ ਬਨਾਰਸ ਵੀ ਗਏ ਹਨ, ਤੇ ਜੇ ਬਨਾਰਸ ਗਏ ਹਨ ਤੇ ਫਿਰ ਜਗਨਨਾਥਪੁਰੀ ਵੀ ਗਏ ਹਨ। ਤੇ ਪੁੱਛੋ ਤੁਸੀਂ ਮੂਰਤੀ ਪੂਜਾ ਵਿਸ਼ਵਾਸ ਕਰਦੇ ਹੋ? ਕਹਿੰਦੇ ਨਹੀਂ। ਕਿਉਂ ਜਾਂਦੇ ਹੋ ਉੱਥੇ? ਕਿਉਂਕਿ ਪ੍ਰਮਾਤਮਾ ਦੇ ਪਿਆਰ ਕਰਨ ਵਾਲੇ ਹਜ਼ਾਰ ਤੀਰਥਾਂ ਤੇ ਬੈਠੇ ਹੋਏ ਹਨ, ਉਹਨਾਂ ਦੇ ਦਰਸ਼ਨ, ਉਹਨਾਂ ਨਾਲ ਗੱਲਬਾਤ ਕਰਨ ਜਾਂਦੇ ਹਨ। ਤੇ ਮਹਾਰਾਜ ਤੁਸੀਂ ਵਿਤਕਰਾ ਕੀਤਾ ਹੈ, ਤੁਸੀਂ ਮੱਕੇ ਵੀ ਗਏ ਹੋ? ਕਹਿੰਦਾ ਮੱਕੇ ਵੀ ਗਏ। ਉਹਨਾਂ ਨੇ ਸੋਚਿਆ ਨਹੀਂ ਕਿ ਇਹ ਮੁਸਲਮਾਨ ਰਹਿੰਦੇ ਹਨ ਜੀ, ਅਸੀਂ ਨਹੀਂ ਜਾਣਾ ਇੱਥੇ। ਉਹ ਅਨੰਤ ਦੀ ਸੱਚ ਦੀ ਸਟੇਜ ਜਿਹੜੀ ਹੈ ਉਹ ਤੀਸਰੀ ਲੈਵਲ ਤੇ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ। ਗਿਆਨ ਦੇ ਅੱਖਾਂ ਖੁੱਲ ਜਾਂਦੀਆਂ ਹਨ, ਹਰ ਇੱਕ ਵਿੱਚ ਉਹ ਪ੍ਰਮਾਤਮਾ ਨਜ਼ਰ ਆਉਂਦਾ ਹੈ। ਇਹ ਪਿਆਰ ਨਾਲ ਪੈਦਾ ਹੁੰਦਾ ਹੈ। ਜਦੋਂ ਦੇਹ ਕਰਤਾ ਪੀਓ ਅੰਦਰ ਹੁੰਦਾ ਹੈ, ਇਹ ਅਗਲੀ ਸਟੇਜ ਪੈਦਾ ਹੁੰਦੀ ਹੈ ਸੱਚ ਦੀ। ਇਹ ਸਿਮਰਨ ਦੀਆਂ ਬੜੀਆਂ ਡਿਸਟਿੰਕਟ ਸਟੇਜਸ ਆਸਾ ਜੀ ਵਾਰ ਚ ਡਿਫਾਈਨ ਜਿਹੜੀਆਂ ਕੀਤੀਆਂ ਹਨ ਉਹ ਹੈ ਜੀ। ਤੇ ਅੱਗੇ ਜਾ ਕੇ ਦੇਖੋਗੇ ਤੇ ਮਹਾਰਾਜ ਨੇ ਕਿਧਰੇ ਵਿਤਕਰੇ, ਫਿਰ ਇੱਥੇ ਹੀ ਨਹੀਂ, ਜੇ ਉਹਨਾਂ ਨੇ ਪੂਰਨੇ ਇਹ ਵਾਲੇ ਪਾਏ, ਧੰਨ ਗੁਰੂ ਅਰਜਨ ਮਹਾਰਾਜ ਬਾਣੀ ਰਚਨ ਟਾਈਮ ਉਹਨਾਂ ਨੇ ਕਦੀ ਵਿਤਕਰਾ ਨਹੀਂ ਕੀਤਾ ਕਿ ਕੌਣ ਬੈਠਾ ਹੈ ਅੰਦਰ ਮੇਰੇ। ਇਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਚ ਕੌਣ ਬੈਠਾ ਹੈ। ਦੇਖੋ ਕਿਸਾ ਆਪਣੇ ਗੁਰੂ ਦੀ ਗੱਲ ਨੂੰ ਅੱਗੇ ਚਲਾਇਆ ਉਹਨਾਂ ਨੇ, ਕਦੀ ਵਿਤਕਰਾ ਨਹੀਂ ਕੀਤਾ। ਜੇ ਵਿਤਕਰਾ ਕਰਦੇ ਤੇ ਕਬੀਰ ਦੇ ਨਾਲ ਨਾਮਦੇਵ ਬੈਠੇ ਹੁੰਦੇ, ਨਾਮਦੇਵ ਦੇ ਨਾਲ ਗੁਰੂ ਰਾਮਦਾਸ ਪਾਤਸ਼ਾਹ ਬੈਠੇ ਹੁੰਦੇ, ਫਰੀਦ ਦੇ ਨਾਲ ਕਬੀਰ ਬੈਠੇ ਹੁੰਦੇ, ਫਰੀਦ ਦੇ ਨਾਲ ਬ੍ਰਾਹਮਣ। ਹਾਂਜੀ, ਬ੍ਰਾਹਮਣ ਜਿਹੜੇ ਭਗਤ ਜਿਹੜੇ ਬ੍ਰਾਹਮਣ ਹੋਏ ਹਨ, ਰਾਮਾਨੰਦ ਵਰਗੇ। ਰਾਮਾਨੰਦ ਬ੍ਰਾਹਮਣ ਹਨ ਬੋਧੀ ਵਾਲੇ, ਤੇ ਨਾਲ ਫਰੀਦ ਬੈਠੇ ਹਨ ਮੁਸਲਮਾਨ। ਇਹ ਭਾਣਾ ਜਿਹੜਾ ਵਰਤਿਆ ਹੈ, ਜਿਹੜਾ ਇਹ ਗੁਰੂ ਨਾਨਕ ਦੇ ਪੁਰਨਿਆਂ ਤੇ ਚੱਲੇ ਨਾ, ਆਪਣੇ ਗੁਰੂ ਦੀ ਗੱਲ ਨੂੰ ਸਮਝਣ ਨਾ ਠੀਕ ਤਰ੍ਹਾਂ ਕਿ ਕਿਹੜੀ ਗੱਲ ਨੂੰ ਰੋਕਿਆ ਸੀ। ਇੱਥੇ ਫਿਰ ਇਹ ਅਨੰਤ ਦੇ ਦਰਸ਼ਨ ਹਨ
ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀਓ। ਜੁਗਤੀ ਸਿੱਖ ਲੈਂਦਾ ਹੈ ਤੇ ਨਾਮ ਦਾ ਬੀਜ ਅੰਦਰ ਬੋਂਦਾ ਹੈ। ਨਾਮ ਦੇ ਬੀਜ ਬੋਣ ਦੇ ਨਾਲ ਉਸ ਅਨੰਤ ਦੇ ਦਰਸ਼ਨ ਕਰਦਾ ਹੈ। ਹਰ ਜਗ੍ਹਾ ਉਹ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ। ਕਰੋੜਾਂ ਚੰਦਰਮਾ ਦੇ ਦਰਸ਼ਨ ਹੁੰਦੇ ਹਨ ਉਸਨੂੰ। ਅੰਦਰਲੇ ਮਨ ਦੇ ਵਿੱਚ ਸਭ ਕੁਝ ਪੈਦਾ ਹੋ ਜਾਂਦਾ ਉਹਦੇ ਅੰਦਰ। ਪਰ ਇਹ ਸਟੇਜ ਨਾਲ ਅਸੀਂ ਰਿਲੇਟ ਨਹੀਂ ਕਰ ਸਕਦੇ ਕਿਉਂਕਿ ਅਸੀਂ ਪਹੁੰਚੇ ਨਹੀਂ ਉੱਥੇ, ਅਸੀਂ ਦੇਖ ਨਹੀਂ ਸਕਦੇ, ਅਸੀਂ ਉੱਥੇ ਗਏ ਨਹੀਂ। ਹਾਲੇ ਜਿਨ੍ਹਾਂ ਨੇ ਕੀਤੇ ਹਨ ਉਹਨਾਂ ਕੋਲ ਪੁੱਛੋ। ਸੱਚ ਤਾਂ ਪਰ ਜਾਣੀਏ ਜੇ ਜੁਗਤ ਜਾਣੇ ਜੀਓ। ਧਰਤ ਕਾਇਆ ਸਾਧ ਕੇ ਵਿੱਚ ਦੇ ਕਰਤਾ ਬੀਹੋ। ਤੇ ਸੱਚ ਤਾਂ ਪਰ ਜਾਣੀਏ ਜੇ ਸਿੱਖ ਸੱਚੀ ਲੈ। ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ। ਹੁਣ ਅਨੰਤ ਦੇ ਦਰਸ਼ਨ ਹੋਣ ਤੋਂ ਬਾਅਦ ਦੇਖੋ ਇਹ ਘਰ ਕਿੰਨਾ ਉੱਚਾ ਹੈ ਗੁਰੂ ਨਾਨਕ ਦਾ। ਇਹ ਦਰ ਕਿਤਨਾ ਉੱਚਾ ਹੈ ਗੁਰੂ ਨਾਨਕ ਦਾ ਕਿ ਇੱਥੇ ਆਪਣੀ ਅਨੰਤ ਦੇ ਦਰਸ਼ਨ ਦੇ ਨਾਲ ਉਹ ਬੰਦਾ ਸੈਟੀਸਫਾਈ ਨਹੀਂ ਹੋਇਆ, ਉਹ ਬੰਦਾ ਗ੍ਰੈਜੂਏਟ ਨਹੀਂ ਹੋਇਆ। ਇੱਥੇ ਗ੍ਰੈਜੂਏਟ ਕੌਣ ਹੁੰਦਾ ਹੈ? ਇੱਥੇ ਗ੍ਰੈਜੂਏਟ ਉਹ ਹੁੰਦਾ ਹੈ ਜਿਹੜਾ ਦੂਸਰਿਆਂ ਦਾ ਹੱਥ ਪਕੜਦਾ ਹੈ, ਜਿਹੜਾ ਦੂਸਰਿਆਂ ਦੇ ਹੱਥ ਪਕੜ ਕੇ ਅੱਗੇ ਲੈ ਕੇ ਜਾਂਦਾ ਹੈ। ਜੀ I'm going to stop here for a second though before I discuss the fourth stage in establishing a relationship with God. ਚੌਥੀ ਸਟੇਜ ਹੈ ਜਿਹੜੀ ਉਹ ਹੈ ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸੱਚੀ ਲੈ। ਹਾਂਜੀ ਮੈਂ I'm going to stop here for a second and share and see if anybody has any question though. कोई क्वेश्चन नहीं आज? That's good. Either I'm doing a great job or I'm not doing a good job at all. पता नहीं केड़ा दोनों चो true है, but let's see. सच तां पर जानिए जो सिख सच्ची ले। दया जाने जी की किछ पुण्य दान करे। Let me share the screen again. इत्थे बड़ी कई बारी बंदा confuse हो जाता है बड़ा इत्थे. So let me share the screen here. ਪੁੰਨ ਦੇ ਸਪੈਲਿੰਗ ਤੇ ਦਾਨ ਦੇ ਸਪੈਲਿੰਗ। ਦਾਨ ਇੱਥੇ ਨੰਨੇ ਨੂੰ ਔਂਕੜ ਹੋਣ ਦੇ ਨਾਲ ਸਿੰਗੂਲਰ ਹੈ ਕਿ ਪਲੂਰਲ ਹੈ? ਹਾਂਜੀ ਪਿਛਲੇ ਹਫਤੇ ਇੰਨਾ ਵੱਡਾ ਇੰਨਾ ਸਿਰ ਖਪਾਇਆ ਸੀ 2 ਹਫਤੇ। ਸਿੰਗੂਲਰ ਹੈ। ਪੁੰਨ ਦੇ ਨੰਨੇ ਨੂੰ ਔਂਕੜ ਹੋਣ ਨਾਲ ਪ੍ਰੀਤ ਜੀ ਪੁੰਨ ਦਾ ਨੰਨੇ ਨੂੰ ਔਂਕੜ ਹੋਣ ਨਾਲ ਪੁੰਨ ਸਿੰਗੂਲਰ ਹੈ ਕਿ ਪਲੂਰਲ ਹੈ? ਇੱਥੇ ਸਿੰਗੂਲਰ ਹੈ। ਮਤਲਬ ਬਈ ਸਾਰੇ ਪੁੰਨ ਦੀ ਗੱਲ ਨਹੀਂ ਹੁੰਦੀ ਪਈ ਇੱਥੇ, ਸਾਰੇ ਦਾਨਾਂ ਦੀ ਗੱਲ ਨਹੀਂ ਹੋ ਰਹੀ ਇੱਥੇ। ਇਹ ਗੁਰਦੁਆਰੇ ਚੈੱਕ ਲਿਖੇ ਹੋਏ ਉਹ ਉਸ ਦਾਨ ਦੀ ਗੱਲ ਨਹੀਂ ਆਈ ਇੱਥੇ। ਕਿਹੜੇ ਦਾਨ ਦੀ ਗੱਲ ਕਰਦੇ ਪਏ ਇੱਥੇ? ਦਇਆ ਜਾਣੇ ਜੀ ਕੀ ਦੀ ਕਿਹਦੇ ਉੱਤੇ ਦਇਆ ਕਰਦੇ ਪਏ ਤੇ ਜੀ ਕੀ ਹੈ? ਜੀ ਦਾਨ ਹੈ ਕੀ ਹੈ? ਸਭ ਤੋਂ ਵੱਡਾ ਦਾਨ ਕੀ ਹੈ? ਗੁਰਬਾਣੀ ਵਿੱਚ ਸਭ ਤੋਂ ਵੱਡਾ ਦਾਨ ਕਿਹੜਾ ਹੈ? ਸਭ ਤੋਂ ਵੱਡੀ ਜਿਹੜੀ ਅਗਰ ਕਿਸੇ ਨੇ ਪੁੰਨ ਕਰਨਾ ਹੋਵੇ, ਪੁੰਨ ਖੱਟਣਾ ਹੋਵੇ, ਇਹ ਕਿਹੜੇ ਸਿੰਗੂਲਰ ਪੁੰਨ ਦੀ ਗੱਲ ਕਰਦੇ ਪਏ ਤੇ? ਇਹ ਰਿਮੈਂਬਰ ਇਹ ਚੌਥੀ ਸਟੇਜ ਹੈ। ਹੁਣ ਆਪਣੇ ਆਪ ਦਾ ਆਪਣੇ ਆਪ ਤੋਂ ਵੀ ਉੱਚਾ ਨਾਮਦਾਨ। ਕਿਸ ਦੂਸਰਿਆਂ ਨੂੰ ਇਹ ਜਿਹੜੀਆਂ ਪਹਿਲੀਆਂ 3 ਸਟੇਜਸ ਜਿਹੜੀਆਂ ਆ ਗਈਆਂ ਹਨ, ਇਹ ਸਟੇਜਸ ਕਿਸੇ ਦੂਸਰਿਆਂ ਨੂੰ ਹੱਥ ਪਕੜ ਕੇ ਦੁਆ ਦੇਣੀਆਂ, ਇਹ ਉਸ ਦਾਨ ਦੀ ਗੱਲ ਕਰਦੇ ਪਏ। ਕਿਛ ਪੁੰਨ ਦਾਨ ਜੀ ਦਇਆ ਜਾਣੇ, ਮਤਲਬ ਕਿ ਇੱਥੇ ਹੁਣ ਕੰਪੈਸ਼ਨੇਟ ਤੇ ਪਹਿਲੇ ਹੀ ਆ ਚੁੱਕਿਆ ਸੀ। ਰਿਮੈਂਬਰ ਦਇਆ ਤੇ ਪਹਿਲੇ ਇੱਥੇ ਆ ਚੁੱਕੀ ਹੈ ਜਿਹੜੇ ਦੇ ਸੱਚਾ ਹੋਏ ਵਿੱਚ, ਉਹ ਕੰਪੈਸ਼ਨੇਟ ਵਾਲਾ ਤੇ ਆ ਚੁੱਕਿਆ ਹੈ। ਕੰਪੈਸ਼ਨੇਟ ਤੇ ਪਹਿਲੇ ਹੀ ਹੋ ਚੁੱਕਿਆ ਹੈ। ਫਿਰ ਇੱਥੇ ਕਿਸ ਤਰ੍ਹਾਂ ਦਾ ਕੰਪੈਸ਼ਨੇਟ ਹੋਇਆ ਹੈ? ਗੁਰੂ ਨਾਨਕ ਵਰਗਾ ਕੰਪੈਸ਼ਨੇਟ ਹੋ ਗਿਆ। 4 ਉਦਾਸੀਆਂ ਲਿੱਤੀਆਂ ਜੀ ਨੰਗੇ ਪੈਰ। ਨਾ ਪੁੱਛੋ ਤੁਸੀਂ ਕਿਉਂ ਗਏ ਹੋ ਇੰਨੀ ਦੂਰ, ਕੋਈ GPS ਨਹੀਂ, ਕੋਈ ਪੈਸੇ ਨਹੀਂ ਕੋਲ, ਕਿਹਦੀ ਮਦਦ ਕਰਨ ਜਾਂਦੇ ਪਿਓ ਤੁਸੀਂ? ਕੀ ਕਰਨਗੇ ਗੁਰੂ ਨਾਨਕ 4 ਉਦਾਸੀਆਂ ਵਿੱਚ? ਜੀ ਦਾਨ ਦੇਣਗੇ, ਹੋਰ ਕੀ ਕਰਨਗੇ? ਜੀ ਦਾਨ ਦਿੱਤਾ ਨੇ ਨਾ। ਜਿੱਥੇ ਗਏ ਉਹਨਾਂ ਨੂੰ ਇਹ ਤਾਂ ਨਹੀਂ ਤਰੀਕਾ ਸਮਝਾਇਆ ਕਿ ਯਾਰ ਪੈਸੇ ਕਿੰਨੇ ਜ਼ਿਆਦਾ ਬਣਨੇ ਨੇ, ਸਟਾਕ ਮਾਰਕੀਟ ਕਿਸ ਤਰ੍ਹਾਂ ਕ੍ਰੀਏਟ ਹੁੰਦੀ ਹੈ ਜੀ, ਵੱਡੇ ਘਰ ਕਿੰਝ ਖਰੀਦੇ ਜਾਂਦੇ ਨੇ ਹੈ ਜੀ, ਇਹ ਤੇ ਕੋਈ ਸਮਝਾਣ ਨਹੀਂ ਗਏ। ਤੇ ਪੁੱਛੋ ਜਾਣ ਦੀ ਲੋੜ ਕੀ ਸੀ? ਨਾ ਜਾਣਦੇ ਤੇ ਕੀ ਹੋ ਜਾਂਦਾ? ਨਹੀਂ ਨਾ, ਜੀ ਦਾਨ ਦੇਣਾ ਸੀ ਨਾ ਉਹਨਾਂ ਨੇ, ਉਹਨਾਂ ਦਇਆ ਸੀ ਨਾ ਉਹਨਾਂ ਦੇ ਅੰਦਰ। ਤੇ ਦਇਆ ਕਿਸ ਤਰ੍ਹਾਂ ਦੀ ਦਇਆ ਸੀ?
ਦਇਆ ਇਹ ਸੀ ਕਿ ਇਹ ਜਿਹੜੇ ਭੁੱਲੇ ਹੋਏ ਹਨ ਇਹਨਾਂ ਨੂੰ ਸਿੱਧੇ ਰਸਤੇ ਪਾ ਦਈਏ, ਇਹਨਾਂ ਨੂੰ ਪਰਮਾਤਮਾ ਦੇ ਰਸਤੇ ਤੋਰ ਦਈਏ, ਇਹਨਾਂ ਨੂੰ ਨਾਮ ਦੇ ਨਾਲ ਇਹਨਾਂ ਦੇ ਅੰਦਰ ਵੀ ਪਿਆਰ ਪੈਦਾ ਕਰਦੇ ਆ ਪਰਮਾਤਮਾ ਦੇ ਅੰਦਰ। ਇਹ ਦਇਆ ਜਿਹੜੀ ਹੈ, ਇਹ ਦਇਆ ਆਮ ਦਇਆ ਨਹੀਂ ਹੈ। ਇਹ ਦਇਆ ਉਹ ਨਹੀਂ ਹੈ, ਇਹ ਦਇਆ ਭੁੱਖੇ ਨੂੰ ਰੋਟੀ ਖਵਾਉਣੀ ਬੜੀ ਵੱਡੀ ਦਇਆ ਹੈ। ਉਹ ਕੋਈ ਛੋਟੀ ਦਇਆ ਨਹੀਂ ਹੈ। ਕਿਸੇ ਨੂੰ ਪੜ੍ਹਾ ਦੇਣਾ ਬੜੀ ਵੱਡੀ ਦਇਆ ਹੈ, ਕਿਸੇ ਦਾ ਦੁੱਖ ਦੂਰ ਕਰ ਦੇਣੇ ਦਇਆ ਹੈ। ਪਰ ਇਹ ਦਇਆ ਜਿਹੜੀ ਹੈ ਨਾ, ਇਹ ਦਇਆ ਇਹੋ ਜੀ ਹੈ ਜਿਹਦੇ ਨਾਲ ਜਨਮ ਮਰਨ ਕੱਟਿਆ ਜਾਂਦਾ ਹੈ। ਇਹ ਦਇਆ ਕੋਈ ਆਮ ਦਇਆ ਨਹੀਂ ਹੈ। ਇਸ ਦਇਆ ਦੀ ਗੱਲ ਚੌਥੀ ਸਟੇਜ ਵਿੱਚ ਕੀਤੀ ਨੇ, ਪਹਿਲੇ ਇਹ ਦਇਆ ਦੀ ਗੱਲ ਨਹੀਂ ਆਈ। ਸਤਿਤੰਬਰ ਜਾਣੀਏ ਇਹ ਕਿਹੜੀ ਸਿੱਖ ਸੱਚੀ ਲੈਂਦੇ ਪਏ, ਕਿਹੜੀ ਗੁਰੂ ਦੀ ਗੱਲ ਮੰਨਦੇ ਪਏ। ਅਸਲੀ ਸਿੱਖ ਦੀ ਸੱਚੀ ਜਿਹੜੀ ਲੈਂਦਾ ਹੈ ਉਹ ਕੀ ਹੈ? ਉਹ ਹੈ ਕਿ ਕਿਸੇ ਨੂੰ ਇਸ ਰਸਤੇ ਦੇ ਉੱਤੇ ਤੋਰ ਦੇਣਾ, ਕਿਸੇ ਨੂੰ ਇਸ ਗਾਡੀ ਰਾਹ ਦੇ ਉੱਤੇ ਤੋਰ ਦੇਣਾ, ਕਿਸੇ ਨੂੰ ਕੀਰਤਨ ਸਿਖਾ ਕੇ ਬਾਣੀ ਨਾਲ ਜੋੜ ਦੇਣਾ, ਕਿਸੇ ਨੂੰ ਪ੍ਰਮਾਤਮਾ ਦੇ ਰਸਤੇ ਨੂੰ ਜਾਣ ਚ ਇਨਕਰੇਜ ਕਰਨਾ, ਕਿਸੇ ਨੂੰ ਇਸ ਰਸਤੇ ਵਿੱਚ ਤੋਰਨ ਦੀ ਇਨਕਰੇਜਮੈਂਟ ਕਰਨੀ, ਕਿਸੇ ਦਾ ਹੱਥ ਪਕੜ ਕੇ ਕਹਿਣਾ ਨਹੀਂ ਇਹ ਗੱਲ ਠੀਕ ਨਹੀਂ ਹੈ, ਜਦ ਤੱਕ ਪ੍ਰਮਾਤਮਾ ਦਾ ਪਿਆਰ ਤੇਰੇ ਹਿਰਦੇ ਚ ਨਹੀਂ ਪੈਦਾ ਹੁੰਦਾ ਤੇਰਾ ਜੀਵਨ ਅਸਫਲ ਹੈ। ਇਹ ਦਇਆ ਹੈ, ਬਹੁਤ ਵੱਡੀ ਦਇਆ ਹੈ। ਤੇ ਇਹ ਦਇਆ ਮਿਲਦੀ ਤਾਂ ਹੈ ਜੇ ਗੁਣ ਗਾਇਨ ਦਾ ਦਾਨ ਕਿਸੇ ਨੂੰ ਦਵੇ ਤਾਂ ਇਹ ਪੁੰਨ ਦਾਨ ਮਿਲਦਾ ਹੈ। ਇਹ ਕੋਈ ਆਮ ਪੁੰਨ ਦਾਨ ਦੀ ਗੱਲ ਨਹੀਂ ਕਰਦੇ ਪਏ ਇੱਥੇ। ਗੁਰੂ ਘਰ ਵਿੱਚ ਉਹ ਪੁੰਨ ਦਾਨ ਪ੍ਰਵਾਨ ਹੀ ਨਹੀਂ ਹੋਏ। I'm going to give you another example. Author often give, let me just share this screen also. ਇਹ ਮੈਂ ਰਹਿਰਾਸ ਤੋਂ ਲਾਈਨਾਂ ਲਿੱਤੀਆਂ ਹਨ। Let's read this line though. ਪੌੜੀ ਹੈ ਜਿਹੜੀ ਪੜ੍ਹਦੇ ਹਾਂ ਲਾਸਟ ਵਿੱਚ। ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾ ਹੈ, ਉੱਥੇ ਤੇਰੀ ਅਗਨ, ਉੱਥੇ ਤੇਰੀ ਰੱਖ ਅਗਨੀ, उधर माए सुन के जम के दूत नाए तेरे चढ़ जाए, भोजल बिस्मक्स गा गुरशब्दी पार पाए, जिनको लगी प्यास अमृत से ही खाए। ते केड़ा पुन दान दी है कल मैं ए हो पुन, कल विच कलयुग विच इथे भी पुन दे नन्हे नू औकड़ है। जिसा पुन दे नन्हे नू औकड़ ਜਿਹੜਾ ਆਸਾ ਦੀ ਵਾਰ ਦੀ उन इस श्लोक ਦੀ ਜਿਹੜੀ ਡਿਸਕਸ ਕਰਦੇ ਪਏ ਹਾਂ, ਜਿਹੜਾ ਪੁੰਨ ਦੇ ਆਇਆ ਹੈ ਜਿਹੜਾ ਇੱਥੇ ਉਸੇ ਤਰ੍ਹਾਂ ਇੱਥੇ ਵੀ if everybody can put their phones on mute though please, ਇੱਥੇ ਵੀ ਕੱਲ ਮੈਂ ਇਹੋ ਪੁੰਨ, ਤੇ ਇਹੋ ਪੁੰਨ, ਇਹ ਪੁੰਨ ਕਿਹੜਾ ਹੈ? ਉਹ ਹੈ ਗੁਣ ਗੋਬਿੰਦ ਗਾਏ ਵਾਲਾ ਪੁੰਨ, ਹੋਰ ਕੋਈ ਪੁੰਨ ਦੀ ਗੱਲ ਇੱਥੇ। ਇਹ ਤਾਂ ਮੈਂ ਦਿੱਤੀ ਐਗਜ਼ਾਮਪਲ ਬਿਕੋਜ਼ ਆਥਰਸ ਹੈਵ ਸੈਡ ਕਿ ਇੱਥੇ ਇੱਕ ਡਾਇਰੈਕਟ ਇੱਕ ਐਗਜ਼ਾਮਪਲ ਦੇ ਦਿੱਤੀ ਗੁਰੂ ਨੇ, ਜਿੱਥੇ ਪਤਾ ਲੱਗ ਜਾਂਦਾ ਹੈ ਕਿ ਉਹ ਸਿੰਗੂਲਰ ਪੁੰਨ ਕਿਹੜਾ ਹੈ। ਉਹ ਪੁੰਨ ਹੈ ਗੁਣ ਗਾਇਨ ਵਾਲਾ ਪੁੰਨ। ਉਹ ਪੁੰਨ ਹੈ ਕਿਸੇ ਨੂੰ ਇਸ ਰਸਤੇ 'ਚ ਪਾ ਦੇਣਾ। ਉਹ ਪੁੰਨ ਹੈ ਕਿਸੇ ਨੂੰ ਇੱਥੇ ਚੱਲਣ ਵਿੱਚ ਇਨਕਰੇਜਮੈਂਟ ਕਰਨੀ ਕਿਸੇ ਨੂੰ। ਜਿਹੜਾ ਇਹ ਪੁੰਨ ਜਿਹੜਾ ਹੈ, ਜਿਹੜਾ ਮੈਂ ਦੁਬਾਰਾ ਸ਼ੇਅਰ ਕਰਾਂਗਾ ਆਸਾ ਦੀ ਵਾਰ ਵਾਲਾ। I'm sorry I did not change that. I'm sorry. Let me try it again one more time. So ਇਹ ਜਿਹੜੀ ਪੁੰਨ ਦੀ ਇੱਥੇ ਜਿਹੜੀ ਗੱਲ ਜਿਹੜੀ ਆਈ ਹੈ ਪੁੰਨ ਦੀ, ਇਹ ਚੌਥੇ ਸਟੇਜ ਵਿੱਚ ਆਈ ਹੈ ਗੱਲ। ਕਿਉਂਕਿ ਸਿੱਖ ਸੱਚੀ ਤਾਂ ਲੈ ਸਕਦਾ ਹੈ ਕਿਉਂਕਿ ਆਪਣਾ ਕੰਮ ਤੇ ਸਵਾਰ ਲਿੱਤਾ ਉਹਨੇ ਤੇ ਹਿਰਦੇ ਸੱਚਾ ਕਰ ਲਿੱਤਾ, ਆਪਣਾ ਸੱਚ ਨਾਲ ਪਿਆਰ ਵੀ ਪੈਦਾ ਕਰ ਲਿੱਤਾ ਉਸਨੇ। ਜੁਗਤ ਜਾਣੇ ਜੀਓ ਹੋ ਕੇ ਉਸ ਅਨੰਤ ਸੱਚ ਦੇ ਦਰਸ਼ਨ ਵੀ ਕਰਨੇ ਸ਼ੁਰੂ ਕਰ ਦਿੱਤੇ, ਕਿਉਂਕਿ ਸਰਤ ਕਾਇਆ ਸਾਧ ਕੇ ਵਿੱਚ ਦੇ ਕਰਤਾ ਬਿਓ ਵੀ ਕਰ ਦਿੱਤਾ ਉਸਨੇ। ਪਰ ਚੌਥੀ ਸਟੇਜ ਵਿੱਚ ਹੁਣ ਦੇਖੋ, ਇਹ ਉਹ ਸੱਚ ਨਹੀਂ ਹੈ ਘਰ-ਬਾਰ ਛੋੜ ਕੇ ਤੇ ਮੈਂ ਸੱਚ ਦੀ ਪ੍ਰਾਪਤੀ ਕਰਨ ਚੱਲਿਆ ਤੇ ਬਾਕੀ ਜਾਣ ਜਿੱਥੇ ਮਰਜੀ। ਇਹ ਸਿੱਖ ਸੱਚੀ ਲੈਂਦਾ ਹੈ ਤੇ ਉਹ ਸਿੱਖ ਸੱਚੀ ਲੈ ਕੇ ਜੀ ਦਾਨ ਕਰਦਾ ਹੈ। ਜੀ ਦਾਨ ਕਰਨ ਵਾਲੇ ਕੌਣ ਹਨ? ਜਿਨ੍ਹਾਂ ਨੂੰ ਪਰਮਾਤਮਾ ਨਾਲ ਬਹੁਤਾ ਪਿਆਰ ਹੋਵੇ, ਜਿਹੜੇ ਦੂਸਰਿਆਂ ਦੇ ਦੁੱਖ ਜਿਹੜੇ ਹਨ ਨਾ ਜਿਹੜਾ ਦੂਰ ਕਰਨ ਦੀ ਇੱਛਾ ਨਾਲ ਇਹ ਪੁੰਨ ਦਾਨ ਜੀ ਦਾਨ ਵਾਲਾ ਕਰੇ। ਸੰਥਿਆ ਦੇ ਚੌਥੀ ਵਾਲੀਅਮ ਵਿੱਚ ਭਾਈ ਸਾਹਿਬ ਭਾਈ ਵੀਰ ਸਿੰਘਰਾ ਨੇ ਜਦੋਂ ਇਸ ਸ਼ਲੋਕ ਦੀ ਵਿਆਖਿਆ ਕੀਤੀ, ਜੇ ਟਾਈਮ ਮਿਲੇ ਤੇ 1.5 ਪੇਜ ਦੀ ਵਿਆਖਿਆ ਹੈ ਇਸ ਸ਼ਲੋਕ ਦੀ, ਉਹਨਾਂ ਨੇ ਵਿਆਖਿਆ ਉੱਥੇ ਕੀਤੀ ਹੈ, ਜ਼ਰੂਰ ਪੜ੍ਹਿਓ ਉਸ ਵਿਆਖਿਆ ਦੇ ਉੱਤੇ। ਤੇ ਉਸ ਵਿਆਖਿਆ ਦੀ ਉੱਤੇ ਤੁਸੀਂ ਕਿੰਨਾ ਵੱਡਾ ਉਹਨੇ ਨੋਟ ਜਿਹੜੇ ਲਿਖੇ ਹਨ ਇਸ ਲਾਈਨ ਦੇ ਉੱਤੇ
कि ये ना कोई समझ लेवे कि ये आम पुण्य दान करने वाली चीजा है, नहीं, ये आम पुण्य दान की चीज नहीं आई, ये जी दान का पुण्य है। दया वो असली वड्डी दया है जो गुरु नानक दे हृदय च पैदा हुई। 18 साल की दूसरी उदासी लिती उन्होंने, कितने साल फिर फिर के लोगों को जी दान दिता उन्होंने। फिर देखो महाराज तुसी मक्के मदीने भी गए, बगदाद भी गए, उत्थे भी जी दान करन गए हो ना, की करन गए हो? नॉलेज तो उन्हां कोल अपनी सी सारी है जी, किसी दूसरे नॉलेज ते करान नहीं गए, दूसरे को सीधे रस्ते पान गए। ये जी दान है, ये अखीरली स्टेज है। दया जाने जी की किछ पुण्य दान करे, इस तो अगर ये स्टेज आ गई किसी विच ते आत्म तीरथ फिर अगर जुगत जाने जियो विच अनंत सच दी प्राप्ति जीवन दे विच हो गई, ਉਹ ਜੋ ਜਿਹੜੇ ਪਿਆਰ ਨਾਲ ਆਈ ਸੀ, ਨਾਮ ਸੁਣ ਮਨ ਰਹਿਸੀ ਨਾਲ ਆਈ ਸੀ, ਉਸ ਤੋਂ ਪਹਿਲੇ ਜਿਹੜੇ ਸੱਚੇ ਹਿਰਦੇ ਸੱਚੇ ਹੋਏ ਤੋਂ ਆਈ ਸੀ, ਤੇ ਫਿਰ ਤੇ ਹੁਣ ਅਗਲੀ ਜਿਹੜੀ ਸਟੇਜ ਵਿੱਚ ਤੇ ਉੱਥੇ ਤੇ ਪ੍ਰਾਪਤੀ ਦੀ ਸਟੇਜ ਆ। ਹੁਣ ਅਗਲੀ ਸਟੇਜ ਵਿੱਚ ਕੋਈ ਅਗਲੀ ਸਟੇਜ ਦੀ ਕੋਈ ਡੈਫੀਨੇਸ਼ਨ ਨਹੀਂ ਹੈ, ਇਹ ਸੱਚਖੰਡ ਦੀ ਡੈਫੀਨੇਸ਼ਨ ਹੈ। ਅਗਲੀ ਸੱਚਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਵਾਲੀ ਡੈਫੀਨੇਸ਼ਨ ਹੈ। ਤੇ ਅਗਲੀ ਸਟੇਜ ਵਿੱਚ ਹੈ ਕਿ ਸੱਚ ਤਾਂ ਪਰ ਜਾਣੀਏ ਜਾਂ ਆਤਮ ਤੀਰਥ ਕਰੇ ਨਿਵਾਸ। ਤੇ ਆਤਮ ਤੀਰਥ ਕਰੇ ਨਿਵਾਸ ਮਤਲਬ ਕਿ ਆਪਣੇ ਅੰਦਰ ਹੀ ਪ੍ਰਮਾਤਮਾ ਦਾ ਤੀਰਥ ਵਸਾ ਲਵੇ, ਅੰਦਰ ਆਪਣੇ ਅੰਦਰ ਹੀ ਉਹ ਧਰਮ ਸਥਾਨ ਵਸ ਜਾਣ, ਆਪਣੇ ਅੰਦਰ ਹੀ ਸਭ ਕੁਝ ਆ ਜਾਵੇ। ਇਹ ਹੋ ਜਾਂਦਾ ਹੈ, ਅਸੀਂ ਰਿਲੇਟ ਨਹੀਂ ਕਰ ਸਕਦੇ ਇਹਦੇ ਨਾਲ। ਅਸੀਂ ਤੇ ਸਰਮਖੰਡ ਤੇ ਕਰਮਖੰਡ ਨਾਲ ਰਿਲੇਟ ਨਹੀਂ ਕਰ ਸਕਦੇ, ਉਹ ਵੀ ਬੜਾ ਮੁਸ਼ਕਿਲ ਹੈ, ਇੰਪੋਸੀਬਲ ਹੈ ਰਿਲੇਟ ਕਰਨਾ ਉਹਨਾਂ ਖੰਡਾਂ ਨਾਲ। ਕਿਉਂ? ਉੱਥੇ ਗਿਆ ਹੀ ਨਹੀਂ ਬੰਦਾ ਤੇ ਕਿਤੇ ਖੰਡ ਜਾਏਗਾ। ਹੁਣ ਕੋਈ ਚੀਜ਼ ਖਾਦੀ ਨਾ ਹੋਵੇ ਜੀ, ਕਵੇ ਜੀ ਇਹ ਡਿਜ਼ਰਟ ਬੜਾ ਸਵਾਦ ਹੈ, ਕਿੰਨਾ ਸਵਾਦ ਹੈ ਜੀ, ਬਹੁਤ ਸਵਾਦ ਹੈ, ਕਿੰਨਾ ਮਿੱਠਾ ਹੈ ਜੀ, ਬਸ ਤੁਸੀਂ ਸੋਚ ਲਓ ਕਿ ਇਹੋ ਜੀ ਕੋਈ ਹੈ ਹੀ ਨਹੀਂ ਚੀਜ਼। ਉਹ ਕਹੇਗਾ ਯਾਰ ਲਿਆ ਕੇ ਦੇ, ਦੇਖਾਂ ਤੇ ਮੈਂ ਚੱਖਾਂ ਤੇ ਪਤਾ ਲੱਗੇ, ਮੈਨੂੰ ਕੀ ਪਤਾ ਮੈਨੂੰ। ਸਾਡੀ ਵੀ ਹਾਲਤ ਉਹੀ ਹੈ। ਤੇ I will stop here for the fourth stage though and see if anybody has any questions. Otherwise, if ad question bade ਘੱਟ ਹਨ, you know, so things are going faster a little bit. So let me see if ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ ਦੇ ਉੱਤੇ ਕੋਈ ਇਸ਼ੂ ਹੋਵੇ ਕਿਸੇ ਦਾ। ਨਹੀਂ ਹੈ ਕੋਈ ਇਸ਼ੂ, ਠੀਕ ਹੈ। ਤੇ ਉਸ ਤੋਂ ਬਾਅਦ ਜਿਹੜੀ ਅਗਲੀ ਜਿਹੜੀ ਸਟੇਜ ਜਿਹੜੀ ਹੈ ਉਹ ਹੈ ਕਿ ਸੱਚ ਤਾਂ ਪਰ ਜਾਣੀਏ ਤਾਂ ਜਾਂ ਆਤਮ ਤੀਰਥ ਕਰੇ ਨਿਵਾਸ। ਤੇ ਆਤਮ ਤੀਰਥ ਕਰੇ ਨਿਵਾਸ ਹੁਣ ਕੌਣ ਕਰੇਗਾ? ਉਹੀ ਕਰ ਸਕਦਾ ਜਿਹੜੀ ਪਹਿਲੀਆਂ 4 ਸਟੇਜਸ ਤੋਂ ਗੁਜ਼ਰਿਆ ਹੋਵੇ, ਜਿਹੜਾ ਸਿੱਧੇ ਅੰਦਰ ਜਿਹਦੇ ਅੰਦਰ ਹੀ ਤੀਰਥ ਹੋਵੇ ਜਿਹਦਾ। ਤੇ ਉਹ ਵੀ ਲਾਈਨਾਂ ਆਈਆਂ ਗੁਰੂ ਨਾਨਕ ਦੇਵ ਦੀ ਬਾਣੀ ਵਿੱਚੋਂ ਆਈ ਕਿ ਤੀਰਥ ਨਾ ਹੁਣ ਜਾਓ ਤੀਰਥ ਨਾਮ ਹੈ। ਤੇ ਤੀਰਥ ਨੂੰ ਨਾਮ ਤੀਰਥ ਇਸ ਵਾਸਤੇ ਹੈ ਕਿਉਂਕਿ ਪ੍ਰਮਾਤਮਾ ਦੇ ਅੰਦਰ ਜਦੋਂ ਪਿਆਰ ਬਹੁਤਾ ਵੱਧ ਜਾਵੇ ਅੰਦਰ, ਤੇ ਉਹ ਫਿਰ ਉਹਨੂੰ ਕਿਸੇ ਜਗ੍ਹਾ ਜਾਣ ਦੀ ਲੋੜ ਨਹੀਂ ਹੈ। ਇਹਦਾ ਮਤਲਬ ਇਹ ਨਹੀਂ ਉਹ ਜਾਂਦੇ ਨਹੀਂ ਕਿਸੇ ਜਗ੍ਹਾ। ਗੁਰੂ ਨਾਨਕ ਦੇਵ ਨੂੰ ਕਿਸੇ ਜਗ੍ਹਾ ਜਾਣ ਦੀ ਲੋੜ ਨਹੀਂ ਹੈ, ਪਰ ਤਾਂ ਵੀ ਤੀਰਥਾਂ ਤੇ ਗਏ ਹਨ, ਹਿੰਦੂ ਤੀਰਥਾਂ ਤੇ ਵੀ ਗਏ ਹਨ, ਹਰ ਬੌਧ ਤੀਰਥ ਤੇ ਵੀ ਗਏ ਹਨ, ਗਿਆ ਵੀ ਗਏ ਹਨ, ਯੋਗੀਆਂ ਦੇ ਤੀਰਥ ਤੇ ਵੀ ਗਏ ਹਨ। ਉਹਨਾਂ ਨੇ ਵਿਤਕਰਾ ਨਹੀਂ ਕੀਤਾ। ਉਹਨਾਂ ਨੇ ਇਹ ਨਹੀਂ ਸੀ ਕਿ ਯੋਗੀਆਂ ਦੇ ਤੀਰਥਾਂ ਤੇ ਜਾ ਕੇ ਕੋਈ ਯੋਗ ਵਿਦਿਆ ਸਿੱਖੀ, ਉਹਨਾਂ ਨੂੰ ਜੀਦਾਨ ਕਰਨਾ ਸੀ, ਉਹਨਾਂ ਨੂੰ ਜੀਦਾਨ ਕਰਨ ਗਏ ਹਨ, ਦੂਸਰਿਆਂ ਨੂੰ ਤਾਰਨ ਵਾਸਤੇ, ਦੂਸਰਿਆਂ ਦੀ ਹੈਲਪ ਵਾਸਤੇ, ਦੂਸਰਿਆਂ ਦੇ ਔਰ ਇਹ ਤੇ ਇੱਕ ਸਤਸੰਗਤ ਵਾਸਤੇ। ਹਾਂਜੀ, ਉਹ ਜਿੱਥੇ ਜਿੱਥੇ ਪਿਆਰੇ ਬੈਠੇ ਸਨ ਗੁਰੂ ਦੇ, ਉਹਨਾਂ ਨੂੰ ਮਿਲਣ ਗਏ ਉੱਥੇ। ਹੁਣ ਭਾਈ ਝੰਡਾ ਜੀ ਕਿੱਥੇ ਬੈਠੇ ਹਨ? ਦੇਖੋ, ਅਗਰ ਤੁਸੀਂ ਮੈਪ ਦੇਖੋ ਇੰਡੀਆ ਦਾ, ਤੇ ਚਿਟਾਗਾਂਗ ਕਿੰਨਾ ਦੂਰ ਹੈ। ਚਟੋਗ੍ਰਾਮ ਤੁਸੀਂ ਦੇਖਣਾ, ਤੁਸੀਂ ਕਿਤਨਾ, ਤੁਸੀਂ ਕਦੀ ਲੁੱਕ ਐਟ ਦ ਮੈਪ ਆਫ ਬੰਗਲਾਦੇਸ਼। ਹੁਣ ਪਹਿਲੇ ਇੰਡੀਆ ਵਿੱਚ ਸੀ, ਹੁਣ ਬੰਗਲਾਦੇਸ਼ ਦਾ ਹਿੱਸਾ ਹੈ। ਕਿਤਨਾ ਦੂਰ ਹੈ, ਕਿਤਨਾ ਕੋਨ, ਕਿੱਥੇ ਗਏ ਤੁਸੀਂ? ਹੁਣ ਵੀ ਗੁਰਦੁਆਰਾ ਹੈ ਉਹਨਾਂ ਦੇ। ਭਾਈ ਝੰਡਾ ਜੀ ਨੂੰ ਉੱਥੇ ਮਿਲਣ ਗਏ ਨੇ। ਉੱਥੇ ਕਿਉਂ ਮਿਲਣ ਗਏ? ਜੀਦਾਨ ਕਰਨ ਗਏ ਨੇ। ਉੱਥੇ ਗੁਰੂ ਦਾ ਪਿਆਰਾ ਬੈਠਾ ਹੋਇਆ, ਜੀਦਾਨ ਕਰਨਾ ਹੈ, ਅਸੀਂ ਉਧਾਰ ਕਰਨਾ ਹੈ ਇਸ ਬੰਦੇ ਦਾ। ਹਾਂਜੀ, ਕਿਤਨੇ ਕਿਤਨੇ ਠੱਗਾਂ ਦਾ ਉਧਾਰ ਕੀਤਾ, ਕਿਤਨੇ ਕਿਤਨੇ ਇਹੋ ਜਿਹੇ ਮਾੜਿਆਂ ਦਾ ਉਧਾਰ, ਤੇ ਕਈਆਂ ਦੇ ਚੰਗੀਆਂ ਬੰਦਿਆਂ ਦਾ ਵੀ, ਜਿਹੜੇ ਅਟਕੇ ਹੋਏ ਸਨ ਉਹਨਾਂ ਦਾ ਵੀ ਉਧਾਰ ਕਰਨ ਗਏ। ਹੁਣ ਉਹਨਾਂ ਦੇ ਵੀ ਉਧਾਰ ਕੀਤਾ ਉਹਨਾਂ ਨੇ। ਤੇ ਇਸ ਤੋਂ ਬਾਅਦ ਫਿਰ ਅਗਲੀ ਸਟੇਜ ਫਿਰ ਆਤਮ ਤੀਰਥ ਕਰੇ ਨਿਵਾਸ ਦੀ ਹੈ। ਤੇ ਆਤਮ ਤੀਰਥ ਕਰੇ ਨਿਵਾਸ ਦੀ ਮੈਂ ਨਹੀਂ ਬਿਆਨ ਕਰ ਸਕਦਾ, ਇਹ ਮੇਰੀ ਜ਼ੁਬਾਨ ਤੋਂ ਉੱਤੇ ਹੈ ਬਹੁਤ ਗੱਲ। ਆਪੇ ਮੈਂ ਹੀ ਐਕਸਪੀਰੀਅੰਸ ਨਹੀਂ ਕੀਤਾ, ਮੈਂ ਤਾਂ ਕਿਸੇ ਸਟੇਜ ਨੂੰ ਐਕਸਪੀਰੀਅੰਸ ਨਹੀਂ ਕੀਤਾ। ਪਹਿਲੀ ਸਟੇਜ ਹੀ ਐਕਸਪੀਰੀਅੰਸ ਨਹੀਂ ਹੋਈ ਹਾਲੇ, ਤੇ ਬਾਕੀ ਸਟੇਜਾਂ ਕਿੱਥੋਂ ਮੈਂ ਐਕਸਪੀਰੀਅੰਸ ਕਰਾਂਗਾ। ਸੱਚ ਤਾਂ ਪਰ ਜਾਣੀਏ ਤੇ ਆਤਮ ਤੀਰਥ ਕਰੇ ਨਿਵਾਸ, ਸਤਿਗੁਰੂ ਨੂੰ ਪੁੱਛ ਕੇ ਬਹਿ ਕਰੇ ਨਿਵਾਸ। ਫਿਰ ਉਹਦੀ ਲਾਈਫ ਜਿਹੜੀ ਹੈ ਉਹ ਜਪਜੀ ਦੀ ਗਾਈਡੈਂਸ ਵਿੱਚ ਚਲਦੀ ਹੈ ਸਾਰੀ ਲਾਈਫ। ਉਹ ਹਰ ਚੀਜ਼ ਜਪਜੀ ਤੋਂ ਪੁੱਛ ਕੇ ਕਰਦਾ ਹੈ। ਜਪਜੀ ਗਾਈਡਿੰਗ ਫੋਰਸ ਹੈ ਉਹਦੀ ਲਾਈਫ ਦੇ ਪਿੱਛੇ। ਜਪਜੀ ਦੀ ਰਹਿਨੁਮਾਈ ਦੇ ਥੱਲੇ ਸਾਰਾ ਕੁਝ ਹੁੰਦਾ ਹੈ।
ਜਪਜੀ ਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰਹਿਨੁਮਾਈ ਦੇ ਥੱਲੇ ਉਹਦਾ ਜੀਵਨ ਬੀਤਦਾ ਹੈ। ਉਹ ਕੋਈ ਗੱਲ ਉਹਦੇ ਚੋਂ ਫਿਰ ਇਹ ਵੀ ਨਹੀਂ ਕਿ ਉਹ ਪੁੱਛ ਕੇ ਕਰਦਾ ਤੇ ਹੈ, ਲੇਕਿਨ ਉਹਦੇ ਕੋਲ ਗੱਲ ਖਰਾਬ ਹੋ ਹੀ ਨਹੀਂ ਸਕਦੀ। ਉਹ ਹਰ ਗੱਲ ਬਾਣੀ ਦੀ ਰੋਸ਼ਨੀ ਦੇ ਅੰਦਰ ਕਰੇਗਾ, ਉਹ ਹਰ ਗੱਲ ਗੁਰਬਾਣੀ ਦੀ ਰੋਸ਼ਨੀ ਦੇ ਅੰਦਰ ਉਹਦੀ, ਉਹ ਕਿਉਂਕਿ ਆਤਮ ਤੀਰਥ ਹੋ ਗਿਆ ਅਗਲੀ ਜਿਹੜੀ ਸਟੇਜ ਹੈ। ਇਹੋ ਜਿਹਾ ਇਨਸਾਨ ਮਹਾਰਾਜ ਬਖਸ਼ਦੇ ਹਨ। ਤੇ ਇਹ ਮੈਂ ਯਾਦ ਰੱਖਿਓ ਕਿ ਜਿੱਥੇ ਇਹ ਸ਼ਲੋਕ ਖਤਮ ਹੁੰਦਾ ਹੈ ਨਾ, ਜਿੱਥੇ ਆਤਮ ਤੀਰਥ ਕਰੇ ਨਿਵਾਸ ਤੋਂ ਬਾਅਦ ਅਗਲੀ ਲਾਈਨ ਜਿਹੜੀ ਹੈ, ਸਤਿਗੁਰੂ ਨੂੰ ਪੁੱਛ ਕੇ ਬਹਿ ਕਰੇ ਨਿਵਾਸ, ਤੇ ਅਗਲੀ ਲਾਈਨ ਹੈ, ਸੱਚ ਸਭਨਾ ਹੋਏ ਦਾਰੂ ਪਾਪ ਕੱਢੇ ਤੋਏ। ਫਿਰ ਇਹੋ ਜਿਹਾ ਸੱਚ ਜਿਹਦੇ ਅੰਦਰ ਆ ਜਾਵੇ, ਤੇ ਇਹੋ ਜਿਹਾ ਪ੍ਰਮਾਤਮਾ ਜਿਹਦੇ ਅੰਦਰ ਆ ਜਾਵੇ, ਤੇ ਫਿਰ ਉਹ ਪਾਪ ਤੇ ਨੈਗੇਟਿਵ એનર્ਜੀ ਤੇ ਕਿੱਥੇ ਰਹਿਣੀ ਹੈ? ਉਹ ਨੈਗੇਟਿਵ એનર્ਜੀ ਉਹ ਤੇ ਰਸਣ ਦਾ ਨਾਂ ਨਹੀਂ ਲੱਭਣਾ ਉਸਨੂੰ। ਤੇ ਨਾਨਕ ਵਖਾਣੇ ਬੇਨਤੀ, ਨਾਨਕ ਬੇਨਤੀ ਕਰਦੇ ਹਾਂ ਜਿਨ ਸੱਚ ਪੱਲੇ ਹੋਏ। ਪਰ ਇਹ ਉਹਨਾਂ ਦੇ ਹੁੰਦਾ ਜਿਨ੍ਹਾਂ ਦੇ ਸੱਚ ਪੱਲੇ ਹੁੰਦਾ ਹੈ। ਪਰ ਜਿਨ੍ਹਾਂ ਦੇ ਸੱਚ ਪੱਲੇ ਹੁੰਦਾ, ਜਿਨ੍ਹਾਂ ਦੇ ਉਹ ਮਹਾਪੁਰਖ, ਉਹ ਫੀਮੇਲ ਹੋਵੇ ਚਾਹੇ ਮੇਲ ਹੋਵੇ, ਚਾਹੇ ਕਿਸੇ ਧਰਮ ਦਾ ਹੋਵੇ, ਡਜ਼ਨਟ ਮੈਟਰ ਟੂ ਮੀ, ਕਿਸੇ ਵੀ ਧਰਮ ਨੂੰ ਬਿਲੋਂਗ ਕਰਦਾ ਹੋਵੇ, ਕੋਈ ਕਿਸੇ ਵੀ ਮੇਲ ਹੋਏ ਫੀਮੇਲ ਹੋਏ, ਡਜ਼ਨਟ ਮੈਟਰ ਦੋ, ਪਰ ਉਹਦੀ ਪੈਰਾਂ ਦੀ ਖਾਕ ਤੇ ਨਾਨਕ ਵੀ ਆਪਣੇ ਮਸਤਕ ਤੇ ਮਲਦੇ ਹਨ। ਫਿਰ ਪੌੜੀ ਵੀ ਦੇਖੋ ਨਾ, ਮੰਗ ਕਰਦੇ ਹਨ ਇਸ ਗੱਲ ਦੀ ਕਿ ਦਾਨ ਦੇ ਨੰਨੇ ਨੂੰ ਇੱਥੇ ਵੀ ਔਂਕੜ ਹੈ ਪੌੜੀ ਵਿੱਚ, ਵਾਲੇ ਪੌੜੀ ਵਾਲੇ ਦਿਖਾਈ ਨਹੀਂ ਹੈ। ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈ। ਜੇ ਮੈਨੂੰ ਇਹ ਦਾਨ ਹੈ ਪ੍ਰਮਾਤਮਾ, ਜੇ ਇੱਕ ਦਾਨ ਵੀ ਦੇਣਾ ਨਾ ਮੈਨੂੰ, ਤੇ ਇਹ ਜਿਹੜੇ ਪਹਿਲੇ ਬੰਦੇ ਜਿਹੜੇ ਡਿਸਕ੍ਰਾਈਬ ਕੀਤੇ ਨਾ, ਜਿਨ੍ਹਾਂ ਦੇ ਆਤਮ ਤੀਰਥ ਕਰੇ ਨਿਵਾਸ ਜਿਨ੍ਹਾਂ ਦਾ ਹੋ ਗਿਆ ਹੈ, ਜਿਨ੍ਹਾਂ ਦੇ ਸੱਚ ਪੱਲੇ ਆ ਗਿਆ ਹੈ ਨਾ, ਇਹਨਾਂ ਦੇ ਪੈਰਾਂ ਦੀ ਧੂੜ ਮੈਨੂੰ ਦੇ ਦਿਓ ਤਾਂ ਕਿ ਨਾਨਕ ਆਪਣੇ ਮਸਤਕ ਤੇ ਲਗਾ ਸਕੇ। ਨਾਨਕ ਮਸਤੇ ਲਗਾਉਣ ਚ ਬੜਾ ਵਿਆਕੁਲ ਹੈ, ਨਾਨਕ ਮਸਤੇ ਤੇ ਲਗਾਉਣ ਦੇ ਵਿੱਚ। ਤੇ ਇਹ ਯਾਦ ਰੱਖਣਾ ਕਿ ਇਸ ਤੋਂ ਪਹਿਲਾ ਜਿਹੜਾ ਸ਼ਲੋਕ ਆਇਆ ਸੀ, 9th ਨੰਬਰ, ਮੈਂ ਪੌੜੀ ਦੀ ਗੱਲ ਕਰਦਾ ਪਿਆ ਹਾਂ, to find that, ਤੇ ਉੱਥੇ ਵੀ ਮੰਗ ਇਸੀ ਗੱਲ ਦੀ ਸੀ। ਉੱਥੇ ਸੀ, ਭਗਤ ਤੇਰੇ ਬਨ ਭਾਵ ਦੇ ਦਰ ਸੋਹਣ ਕੀਰਤ ਗਾਵਦੇ, ਨਾਨਕ ਕਰਮਾਂ ਬਾਹਰੇ ਦਰ ਢੋ ਨਾ ਦਹਿਨੀ ਧਾਮ ਦੇ, ਇੱਕ ਮੂਲ ਨਾ ਬੁੱਝਣ ਆਪਣਾ ਅਨਹੋਂਦਾ ਆਪ ਗਵਾਇਂਦੇ। ਹੁਣ ਉੱਥੇ ਵੀ ਆਪਣੇ ਆਪ ਨੂੰ ਨੀਚ ਕਿਹਾ ਸੀ ਕਿ ਮੈਂ ਤੇ ਢਾਡੀ ਹਾਂ, ਢਾਡੀ ਦਾ ਕੰਮ ਹੈ ਗੁਣ ਗਾਇਨ ਕਰਨਾ। ਹੁਣ ਢਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਏ ਦੇ, ਤਿੰਨ ਮੰਗਾ ਜੇ ਤੁਦੇ ਧਿਆਏ ਦੇ। ਉੱਥੇ ਵੀ ਮੰਗ ਉਸੀ ਦੀ ਸੀ ਕਿ ਜਿਹੜੇ ਤੈਨੂੰ ਧਿਆਨ ਦੇਣ, ਜਿਹੜੇ ਤੇਰੇ ਨਾਲ ਪਿਆਰ ਕਰਦੇ ਹਨ, ਜਿਹੜੇ ਉਹਨਾਂ ਦੀ ਮੰਗ ਨਾਨਕ ਦੀ ਹੈ। ਤੇ ਇੱਥੇ ਵੀ ਮੰਗ ਸੱਚ ਦੀ ਪ੍ਰਾਪਤੀ ਦੇ ਜਿਹੜੇ ਚੱਲੇ ਹਨ, ਜਿਨ੍ਹਾਂ ਦੇ ਆਤਮ ਤੀਰਥ ਕਰੇ ਨਿਵਾਸ ਆਇਆ ਹੈ। ਮਨ ਕਹਿੰਦੇ ਹਨ ਕਿ ਇੱਕ ਇਹ ਦਾਨ, ਜੇ ਮੈਨੂੰ ਇੱਕ ਦਾਨ ਦੇਣਾ ਹੈ ਨਾ, ਦਾਨ ਮਹਿੰਡਾ ਤਲੀ ਥਾਕ ਜੇ ਮਿਲੇ ਤਾਂ ਮਸਤਕ ਲਾਈਏ। ਇਹ ਮੈਂ ਨਾਨਕ ਕਹਿੰਦੇ ਹਨ ਕਿ ਮੈਂ ਲਗਾਵਾਂ ਆਪਣੇ ਮਸਤਕ ਤੇ ਉਹਨਾਂ ਦੀ ਚਰਨ ਧੂੜ ਜਿਹੜੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਸਿਰਫ ਸੱਚ ਦੀ ਗੱਲ ਆਈ ਨਹੀਂ ਹੈ, ਸੱਚ ਪ੍ਰਾਪਤੀ ਦੀ ਨਹੀਂ ਦੱਸੀ, ਸੱਚ ਦੀਆਂ ਸਟੇਜਸ ਨਹੀਂ ਦੱਸੀਆਂ। ਸੱਚ ਦੀਆਂ ਸਟੇਜਸ ਤੇ ਪਹੁੰਚਣ ਵਾਲਿਆਂ ਦੀ ਸਿਫਤ ਸਲਾਹ ਜਿਹੜੀ ਹੈ, ਉਹ ਹੈਰਾਨ ਕਰਨ ਵਾਲੀ ਸਿਫਤ ਸਲਾਹ ਹੈ, ਬਹੁਤ ਸਿਫਤ ਸਲਾਹ ਹੈ। ਉਹਨਾਂ ਬੰਦਿਆਂ ਦੀ ਸਿਫਤ ਸਲਾਹ ਪ੍ਰਮਾਤਮਾ ਵਰਗੀ ਸਿਫਤ ਸਲਾਹ ਮੰਨੀ ਹੈ ਉਹਨਾਂ ਨੇ। ਸੁਖਮਨੀ ਸਾਹਿਬ ਦੀ ਉਹਨਾਂ ਅਸ਼ਪਦੀਆਂ ਵਿੱਚ ਬ੍ਰਹਮ ਗਿਆਨੀ ਨੂੰ ਪਰਮੇਸ਼ਰ ਵੀ ਕਿਹਾ ਹੈ, ਬ੍ਰਹਮ ਗਿਆਨੀ ਆਪ ਪਰਮੇਸ਼ਰ, ਉਹਨਾਂ ਵਰਗਾ ਹੋਰ ਕੋਈ ਨਹੀਂ ਹੋ ਸਕਦਾ ਹੋਰ। ਸੋ ਇਹ ਇੱਕ ਛੋਟਾ ਜਿਹਾ ਐਫਰਟ ਸੀ ਅੱਜ ਕਿ ਉਸ ਸਿਮਰਨ ਵਾਲਿਆਂ ਦੀਆਂ ਨਿਸ਼ਾਨੀਆਂ ਕਿਹੜੀਆਂ ਹਨ, ਪ੍ਰਮਾਤਮਾ ਦੇ ਸਿਮਰਨ ਕਾਲ, ਜਿਹੜੇ ਸਿਮਰਨ ਕਰਦੇ ਹਨ, ਜਿਹੜਾ ਚਾਹੇ ਉਹ ਸਵੇਰੇ ਉੱਠ ਕੇ ਰਸਨਾ ਨਾਲ ਸਿਮਰਨ ਜਿਹੜਾ ਕਰਦਾ ਹੈ, ਜਿਹੜਾ ਜਾਂ ਕੀਰਤਨ ਗਾਉਂਦਾ ਹੈ, ਬਾਣੀ ਪੜ੍ਹਨਾ ਵੀ ਸਿਮਰਨ ਹੈ, ਕੀਰਤਨ ਕਰਨਾ ਵੀ ਸਿਮਰਨ ਹੈ, ਉੱਠ ਕੇ ਗੁਰੂ ਮੰਤਰ ਦਾ ਉਚਾਰਨ ਕਰਨਾ ਵੀ ਸਿਮਰਨ ਹੈ। ਤੇ ਜੇ ਸਵੇਰੇ 4 ਵਜੇ ਨਹੀਂ ਉੱਠਿਆ ਜਾ ਸਕਦਾ, ਆਈ ਫੁੱਲੀ ਰੀਅਲਾਈਜ਼ ਦੈਟ ਆਈ ਹੈਵ ਅ ਪ੍ਰੋਬਲਮ ਮਾਈ ਸੈਲਫ। ਜਿਨ੍ਹਾਂ ਨੇ ਸਵੇਰੇ 6 ਵਜੇ 7 ਵਜੇ 5 ਵਜੇ ਆਫਿਸ ਜਾਣਾ, ਉਹਨਾਂ ਵਾਸਤੇ ਬਹੁਤ ਔਖਾ ਕੰਮ ਹੈ। ਇਹ ਉਹ ਕਰ ਸਕਦਾ ਜਿਨ੍ਹਾਂ ਦੀਆਂ ਮਾਰਨਿੰਗ ਥੋੜੀਆਂ ਫ੍ਰੀ ਹੋਵਣ, ਉਹ ਜਿਸ ਮਰਜ਼ੀ ਟਾਈਮ ਕਰ ਲਵੇ। ਕੋਈ ਐਸੀ ਗੱਲ ਤੇ ਨਹੀਂ ਕਿ ਸਵੇਰੇ ਹੀ ਕਰਨਾ, ਦੁਪਹਿਰੇ ਕਰ ਲਏ, ਸ਼ਾਮੀ ਕਰ ਲਏ, ਸੌਣ ਤੋਂ ਪਹਿਲੇ ਕਰ ਲਏ, ਕਰੇ ਜ਼ਰੂਰ, ਕਰਕੇ ਦੇਖੇ ਫਿਰ ਮੈਂ ਸਟੇਜਸ ਮੇਰੀ ਲਾਈਫ ਵਿੱਚ ਆਈਆਂ ਕਿ ਨਹੀਂ ਆਈਆਂ। ਮੇਰੇ ਲਾਈਫ ਵਿੱਚ ਹਿਰਦਾ ਸੱਚਾ ਹੋਇਆ ਹੈ, ਮੇਰੇ ਲਾਈਫ ਵਿੱਚ ਪਿਆਰ ਆਇਆ ਹੈ, ਮੇਰੇ ਲਾਈਫ ਵਿੱਚ ਸੱਚ ਤਾਂ ਪਰ ਜਾਣੀਏ ਜੇ ਜੁਗਤ ਜਾਣੇ ਹੀ ਉਹਦਾ ਆਇਆ ਹੈ, ਧਰਤਕ ਆਇਆ ਸਾਧਕੇ ਵਾਲੀ ਅਵਸਥਾ ਆਈ ਹੈ। ਮੇਰੇ ਅੰਦਰ ਵੀ ਕਦੀ ਇੱਛਾ ਪ੍ਰਾਪਤ ਹੋਈ ਹੈ ਕਿ ਮੈਂ ਵੀ ਪੁੰਨ ਦਾਨ ਕਰਾਂ, ਇਹ ਵਾਲਾ ਜੀ ਦਾਨ ਦੇ ਉੱਤੇ ਮੇਰਾ ਵੀ ਫੋਕਸ ਕਦੀ ਰਿਹਾ ਕਿ ਨਹੀਂ ਰਿਹਾ। ਇਹ ਉਸ ਅਪਾਰ ਵੱਡੇ ਗੁਰੂ ਦੀ ਕਿਰਪਾ ਹੈ
ਇਹ ਉਸ ਅਪਾਰ ਦੀ ਬਾਣੀ ਵਿੱਚੋਂ, ਉਸ ਅਸਾਸਤੀ ਵਾਰ ਦੀ ਪਵਿੱਤਰ ਬਾਣੀ ਵਿੱਚੋਂ ਇਹ ਲਾਈਨਾਂ ਆਈਆਂ ਹਨ, ਜਿੱਥੇ ਸੱਚ ਦੀ ਉਪਦੇਸ਼ ਤੇ ਸੱਚ ਪਹੁੰਚਣ ਦੇ ਤਰੀਕੇ ਤੇ ਇਹ ਸੀੜੀ ਦੇ ਰੂਪ ਵਿੱਚ ਇੱਕ ਲੈਡਰ ਹੈ, ਸਮਝ ਲਓ। ਗੁਰੂ ਖੇਵੜ ਹੈ, ਗੁਰੂ ਲੈਡਰ ਵੀ ਹੈ, ਜਿਹੜਾ ਉੱਥੇ ਪਹੁੰਚਾਉਂਦੇ ਹਨ ਤੇ ਪਹੁੰਚਾ ਕੇ ਫਿਰ ਆਪ ਦੀ ਨਿਮਰਤਾ ਦੇਖੋ, ਨਿਮਰਤਾ ਆਪਣੀ ਨਿਮਰਤਾ ਦੇ ਦਰਸ਼ਨ ਦੇਖੋ ਕਰਾਉਂਦੇ ਹਨ ਕਿ ਫਿਰ ਨਾਨਕ ਉਸ ਸੱਚ ਪੱਲੇ ਹੋਣ ਦੇ, ਜਿਨ੍ਹਾਂ ਕੋਲ ਸੱਚ ਪੱਲੇ ਹੈ, ਨਾਨਕ ਉਹਨਾਂ ਦੀ ਚਰਨ ਧੂੜ ਮੰਗਦੇ ਹਨ। ਇਹ ਇਸ ਘਰ ਦੇ ਨਿਯਮ ਰਹੇ ਹਨ ਸ਼ੁਰੂ ਤੋਂ। So I hope this helps, I hope ਇਹ ਰਿਜ਼ਲਟ ਓਰੀਐਂਟਡ ਪ੍ਰੋਸੈਸ ਹੈ ਸਿਮਰਨ ਵਾਲਾ। ਤੇ ਜੇ ਰਿਜ਼ਲਟ ਆ ਰਹੇ ਹਨ ਸਾਰੇ ਤੇ ਫਿਰ ਠੀਕ ਹੈ ਸਿਮਰਨ, ਉਹ ਕਿਸੇ ਕਿਸਮ ਦਾ ਵੀ ਸਿਮਰਨ ਠੀਕ ਹੈ। ਤੇ ਜੇ ਰਿਜ਼ਲਟ ਨਹੀਂ ਆ ਰਹੇ ਤੇ ਫਿਰ ਉਹ ਆਪਣੇ ਆਪ ਨੂੰ ਰੀ-ਐਗਜ਼ਾਮਿਨ ਕਰੇ ਹੈ ਜੀ, ਫਿਰ ਉਹ ਆਪਣੇ ਆਪ ਨੂੰ ਦੇਖੇ ਵੀ ਮੈਂ ਕਿਤੇ ਚ ਮੇਰੀ ਘਾਟ ਕਿੱਥੇ ਹੁੰਦੀ ਪਈ ਹੈ। ਇਹ ਦੋ ਤਰ੍ਹਾਂ ਦਾ ਜਿਹੜੇ ਦਿੱਤੇ ਹਨ, ਦੋ ਜਿਹੜੇ ਇੰਪੋਰਟੈਂਟ ਚੀਜ਼ਾਂ, ਇੱਕ ਸਤਸੰਗਤ ਦਾ ਮਿਲਣਾ, ਉਸ ਪ੍ਰਮਾਤਮਾ ਦੇ ਜੁੜਿਆ ਹੋਏ ਦੀ ਸੰਗਤ ਦੇ ਵਿੱਚ ਜਾਣਾ, ਉੱਥੋਂ ਉਤਸ਼ਾਹ ਮਿਲਣਾ ਤੇ ਉਹਦੀ ਕਿਰਪਾ ਦਾ ਪਾਤਰ ਬਣਨਾ, ਇਹ ਦੋ ਚੀਜ਼ਾਂ ਜਿਹੜੀਆਂ ਹਨ ਹੈਲਪ ਕਰਦੀਆਂ ਹਨ ਬਹੁਤ ਜ਼ਿਆਦਾ। I'm going to stop for a second. If nobody has any questions, we will end the class. I don't have much more to say now. I'll wait for a few minutes and see if anybody has any questions. Virji, one question. Do these stages necessarily have to be in that order, or you could be doing some of the stages simultaneously? Generally speaking, the order ਵਿੱਚ ਆਨੇ, ਇਹ ਕੋਈ ਮਤਲਬ ਇਸ ਤਰ੍ਹਾਂ ਦਾ ਨਹੀਂ ਹੈ ਕਿ ਇੱਕ ਦਿਨ ਹਿਰਦੇ ਸੱਚਾ ਹੋਇਆ ਤੇ ਦੂਸਰੇ ਦਿਨ ਸੱਚ ਤੇਰੇ ਪਿਆਰ ਹੋ ਗਿਆ। ਜਿਸ ਤਰ੍ਹਾਂ ਫॉर ਐਗਜ਼ਾਮਪਲ ਇੱਕ ਬੱਚਾ ਹੁੰਦਾ ਹੈ, ਉਹ ਚੌਥੀ ਕਲਾਸ ਪੜ੍ਹਦਾ ਹੋਵੇ, ਚੌਥੀ ਜਮਾਤ ਪੜ੍ਹਦਾ ਹੋਵੇ ਤੇ ਪੰਜਵੀਂ ਜਾਣਾ ਹੋਵੇ ਤੇ ਫਾਈਨਲ ਐਗਜ਼ਾਮ ਦੇਵੇ ਚੌਥੀ ਦਾ, ਤੇ ਉਹ ਤੁਸੀਂ ਕਹਿ ਸਕਦੇ ਹੋ ਕਿ the day he gives his final exam 4th grade ਦਾ and the day he enters the 5th grade ਕਿ ਉਹਦੀ ਇੰਟੈਲੈਕਟ ਬਹੁਤ ਵੱਡਾ ਫਰਕ ਪੈ ਗਿਆ। Answer is no. It's a natural, ਬੜਾ ਇੱਕ ਆਰਗੈਨਿਕ ਜਿਹਾ ਪ੍ਰੋਸੈਸ ਹੈ ਬੜਾ। ਸੋ ਕਈ ਚੀਜ਼ਾਂ ਨਾਲ ਵੀ ਚਲਦੀਆਂ ਹਨ, ਪਰ ਇਹ ਨਹੀਂ ਹੋ ਸਕਦਾ ਕਿ ਪਹਿਲੀ ਸਟੇਜ ਹਾਲੇ ਹੋਵੇ ਤੇ ਚੌਥੀ ਸਟੇਜ ਦਾ ਐਕਸਪੀਰੀਅੰਸ ਸ਼ੁਰੂ ਹੋ ਜਾਣ, ਉਹ ਹੋਣੇ ਮੁਸ਼ਕਲ ਹੈ ਬੜੇ। ਹਾਲੇ ਧਰਮਖੰਡ ਵਿੱਚ ਹੀ ਹੋਵੇ ਤੇ ਉਹ ਸਮਝੇ ਕਿ ਮੈਂ ਕਰਮਖੰਡ ਵਿੱਚ ਹਾਂ, ਉਹ ਨਹੀਂ ਹੋਣਾ। ਉੱਥੇ ਤੇ ਜੋਧ ਮਹਾਬਲਸੂਰ ਹੀ ਪਹੁੰਚ ਸਕਦੇ ਹਨ ਜਿਹੜੇ, ਕਿਉਂਕਿ ਕਰਮਖੰਡ ਕੀ ਬਾਣੀ ਜੋਰ ਹੈ ਤੇ ਸਰਮਖੰਡ ਕੀ ਬਾਣੀ ਰੂਪ ਹੈ। ਤੇ ਜਿਹਨੇ ਰੂਪ ਦੇ ਦਰਸ਼ਨ ਨਹੀਂ ਕੀਤੇ, ਜਿਸਨੇ ਉਹ ਸੋਹਣਾਪਨ ਦੇ ਜਿਹੜਾ ਉਸਨੇ ਰੂਪ ਉਸ ਅਨੰਤ ਵਿੱਚ ਨਹੀਂ ਦੇਖਿਆ, ਜਿਹੜੇ ਸਰਮਖੰਡ ਦੇ ਥਰੂ ਗਲੇ ਗਿਆ ਨਹੀਂ, ਉਹਨੂੰ ਕਰਮਖੰਡ ਤੇ ਆਉਣਾ ਬੜਾ ਮੁਸ਼ਕਿਲ ਹੈ ਉਸ ਬੰਦੇ ਨੂੰ। ਪਰ ਹਾਂ, ਇਹ ਗੱਲਾਂ ਕਈ ਵਾਰੀ ਇੱਕ ਜਾਂ ਦੋ ਸਟੇजेस ਕਈ ਵਾਰੀ ਆਰਗੈਨਿਕਲੀ ਨਾਲ ਵੀ ਚੱਲ ਸਕਦੀਆਂ ਹਨ। ਸੋ ਯੋਰ ਆਨਸਰ ਇਜ਼ ਸਮਵੇਅਰ ਇਨ ਬਿਟਵੀਨ ਜਾਂ ਮੈਕੈਨੀਕਲ। ਇਹ ਕੋਈ ਇਹੋ ਜਿਹੀ ਸਟੇजेस ਨਹੀਂ ਹਨ ਜਿਹੜੀਆਂ ਮੈਂ ਦੱਸਿਆ ਤੁਹਾਨੂੰ ਕਿ ਚੌਥੀ ਤੋਂ ਪੰਜਵਾਂ ਗ੍ਰੈਜੂਏਟ ਹੁੰਦਾ ਹੈ ਤੇ ਉਹ ਕੋਈ ਜ਼ਰੂਰੀ ਨਹੀਂ ਹੈ ਕਿ ਚੌਥੀ ਤੋਂ ਪੰਜਵੀਂ ਦੀ ਇੰਟੈਲੈਕਟ ਲੈਵਲ ਵਿੱਚ ਇੱਕ ਦਿਨ ਚ ਫਰਕ ਆ ਜਾਂਦਾ ਹੈ। ਗ੍ਰੈਜੂਏਟ ਇੱਕ ਹੈ ਪ੍ਰੋਸੈਸ ਸਾਰਾ। ਹਾਂਜੀ, ਸੌਰੀ, ਮੈਂ ਹੋਪ ਆਈ ਅਨਨੈਸੈਸਰੀਲੀ ਕੰਪਲੈਕਸ ਨਾ ਕਰ ਦਿੱਤਾ ਹੋਵੇ, ਬਟ ਇਹ ਪੌੜੀਆਂ ਔਖੀਆਂ ਹਨ ਸਮਝਣੀਆਂ, ਸੱਚ ਤਾਂ ਬਣ ਜਾਣੀਆਂ ਵਾਲੀਆਂ, ਪੜ ਜਾਂਦੀਆਂ ਫਟੋਫਟ, ਬਟ ਬਹੁਤ ਡੀਪ ਹਨ। ਹਾਂਜੀ, anybody else has any questions though? Anji, nobody has any questions? Okay, we'll end the class here and ਕੀ ਕਹਿੰਦੇ ਸੋ ਇਹਦਾ ਅਸਲੀ ਫਾਇਦਾ ਤਾਂ ਹੀ ਹੈ ਜੇ ਬੰਦਾ ਕੁਝ ਕਰੇ ਇਹਦੇ ਉੱਤੇ, ਹੈ ਨਾ। ਨਿਰੀ ਨੌਲੇਜ, ਨਿਰੀ ਆਸਾ ਦੀ ਵਾਰ ਦੀ ਨਿਰੀ ਨੌਲੇਜ ਗ੍ਰਹਿਣ ਕਰਨ ਨਾਲ ਕਿਸੇ ਦੀ ਮੁਕਤੀ ਨਹੀਂ ਹੋਈ। ਉਹ ਹੋਏਗੀ ਤਾਂ ਜੇ ਕੋ ਖਾਵੇ ਤੇ ਜੇ ਕੋ ਪੁੰਚੇ ਤਿਸਕਾ ਹੋਏ ਉਧਾਰੋ ਹੈ। ਖਾਵਣਾ ਤੇ ਪੁੰਚਣਾ ਵੀ ਦੋ ਅਲੱਗ ਚੀਜ਼ਾਂ ਹਨ। ਖਾਣਾ ਖਾ ਲੈਣਾ ਤੇ ਖਾਣਾ ਪਚ ਜਾਣਾ, ਤੇ ਉਹਦੇ ਵਿੱਚੋਂ ਖੂਨ ਬਣ ਜਾਣਾ, ਉਹਦੇ ਵਿੱਚੋਂ ਰੱਤ ਬਣ ਜਾਣਾ, ਉਹ ਪਚ ਜਾਣਾ ਖਾਣਾ, ਦੋਨੋਂ ਚੀਜ਼ਾਂ ਹੋਣ ਤਾਂ ਮੁਕਤੀ ਹੈ। ਸੋ ਇਹ ਹੁਣ ਪ੍ਰਮਾਤਮਾ ਅੱਗੇ ਅਰਦਾਸ ਕਰੋ ਕਿ ਇਹ ਜੋ ਸੁਣਿਆ ਹੈ ਅੱਜ, ਮੈਂ ਇਹਦੇ ਉੱਤੇ ਅਮਲ ਕਰ ਸਕਾਂ। ਮੈਨੂੰ ਹਿੰਮਤ ਦਿਓ ਤੁਸੀਂ ਅਮਲ ਕਰਨ ਦੀ। ਜੇ ਨਹੀਂ ਕੀਤਾ ਅਮਲ ਤੇ ਫਿਰ ਸਿਰ ਨਿਰੀ ਨੌਲੇਜ ਕਿਸੇ ਕੰਮ ਦੀ ਨਹੀਂ ਆ ਸਕਦੀ। ਨਿਰੀ ਨੌਲੇਜ ਕਿਸੇ ਵੀ ਕੰਮ ਨਹੀਂ ਆਉਂਦੀ ਨਾ। ਤੇ ਪੰਜਵੀਂ ਸਵੇਰੇ ਜੀ ਦਾਨ ਕਿੰਜ ਦਿਓਗੇ ਕਿਸੇ ਨੂੰ, ਦੂਸਰੇ ਨੂੰ? ਜੇ ਆਪ ਪਹਿਲੀਆਂ 3 ਸਟੇਜਾਂ ਚੋਂ ਗੁਜ਼ਰੋਗੇ ਤੇ ਜੀ ਦਾਨ ਦੇ ਸਕਦਾ ਬੰਦਾ। ਜੇ ਆਪ ਉਸ ਪ੍ਰਮਾਤਮਾ ਦੇ ਅਨੰਤ ਪਿਆਰ ਨੂੰ ਮਹਿਸੂਸ ਕੀਤਾ ਤੁਹਾਡੇ ਅੰਦਰ, ਸੇਵਾ ਤੁਹਾਡੇ ਅੰਦਰ ਆਈ ਹੈ, ਤਾਂ ਜੀ ਦਾਨ ਕਿਸੇ ਨੂੰ ਦੇ ਸਕਦਾ ਬੰਦਾ। ਨਹੀਂ ਤੇ ਜੀ ਦਾਨ ਕਿੰਜ ਦੇਵੋਗੇ? ਹਾਂਜੀ, ਬੜਾ ਮੁਸ਼ਕਿਲ ਹੈ ਉਹ ਪੁੰਨ ਦਾਨ ਕਰਨੇ।
ਸਿੱਖ ਸੱਚੀ ਲੋਕ ਕਿਸਾ ਹੋਏਗੀ ਤੁਹਾਡੇ ਅੰਦਰ। ਸੋ ਇਹ ਗੁਰੂ ਨਾਨਕ ਦੇਵ ਜੀ ਇਨਕਰੇਜ ਕਰਦੇ ਹਨ ਇੱਥੇ, ਯੂ نو। ਸੋ ਹਾਂਜੀ, ਐਨੀ ਮੋਰ ਕੁਐਸਚਨ ਜੀ? ਜੀ, I just have one thing to say. ਇਸ ਤਰ੍ਹਾਂ ਲੱਗਦਾ ਹੈ there's this intense feeling ਕਿ ਅਸੀਂ ਤੇ ਪਹਿਲੀ ਸੀੜੀ ਤੇ ਵੀ ਨਹੀਂ ਚੜੇ। Like ਸੀੜੀ, you know, it's like, I think that's why there are no questions, because you're stumped. I can see that one. So ਗੁਰਬਾਣੀ ਦੇ ਜਦੋਂ ਡੀਪਰ ਹੋਵੇ ਡਿਸਕਸ਼ਨ ਤੇ ਇਵਨ ਕਲਾਸ ਉੱਤੇ ਵੀ ਕੁਐਸਚਨਸ ਘੱਟ ਹੁੰਦੇ ਨੇ, ਬਿਕਾਜ਼ ਉਹਨੇ ਗ੍ਰਾਮਰ ਵਾਲਾ ਲੈਸਨ ਨਹੀਂ ਹੈ ਨਾ, ਹਿਸਟਰੀ ਵਾਲਾ ਲੈਸਨ ਨਹੀਂ ਹੈ ਕਿ ਮਹਾਰਾਜ ਜਿੱਥੇ ਚੱਲ ਕੇ ਇੱਥੇ ਗਏ, ਉੱਥੇ ਮੁਲਾਕਾਤ ਹੋਈ, ਫਿਰ ਉੱਥੇ ਗਏ। ਇਹ ਹੁਣ ਡੀਪਰ ਗੱਲਾਂ ਨੇ ਇਨਸਾਈਡ ਦੀਆਂ। ਅਸਾਂ ਦੀ ਵਾਰ ਦੀ ਬਾਣੀ ਬਹੁਤ ਬਹੁਤ ਗੰਭੀਰ ਹੈ ਵਿਸ਼ਾ ਇਸ ਬਾਣੀ ਦਾ, ਔਰ ਇਸ ਬਾਣੀ ਦੇ ਹੋਰ ਬੜੀ ਪੌੜੀਆਂ ਜਿਹੜੀਆਂ ਹਨ ਬੜੀਆਂ ਗੰਭੀਰ ਹੈ। ਬਾਣੀ ਬਹੁਤ ਗੰਭੀਰ ਹੋਣ ਦੇ ਨਾਲ ਬਾਣੀ ਦੀ ਡੂੰਘਾਈ ਬਹੁਤ ਜ਼ਿਆਦਾ ਹੈ, ਡੂੰਘੀ ਹੈ ਬਹੁਤ। ਗੁਰੂ ਨਾਨਕ ਦੇਵ ਦੀ ਬਾਣੀ ਸਾਰੀ ਡੂੰਘੀ, ਸਾਰੀ ਗੁਰਬਾਣੀ ਉਸੇ, ਪਰ ਕਈ ਫਿਰ ਵੀ ਸੌਖੀਆਂ ਹਨ ਬਾਣੀਆਂ ਜਿਹੜੀਆਂ, ਕਈ ਬਾਣੀਆਂ ਸੁਖਮਨੀ ਸਾਹਿਬ ਦੀਆਂ ਕਈ ਅਸ਼ਪਦੀਆਂ ਬੜੀ ਸੈਲਫ ਐਕਸਪਲੈਨੇਟਰੀ ਹੈ, ਇੱਕ ਵਾਰੀ ਬੰਦਾ ਧਿਆਨ ਨਾਲ ਸੁਣ ਲੈ ਤੇ ਸਮਝ ਆ ਜਾਂਦੀ ਗੱਲ। ਪਰ ਅਸਦ ਕੀ ਵਾਰ ਦੀ ਬਾਣੀ, ਅਸਦ ਦੀ ਵਾਰ ਦੀ ਬਾਣੀ 'ਚ ਬਹੁਤ ਜ਼ਿਆਦਾ ਡੂੰਘਾਈ ਹੈ, ਬਹੁਤ ਜ਼ਿਆਦਾ ਡੀਪਰ ਹੋਣ ਦੀ ਵਜ੍ਹਾ ਦੇ ਨਾਲ ਤੁਹਾਨੂੰ ਅੰਦਰਲਾ ਤੁਹਾਨੂੰ ਆਪ ਡੀਪ ਹੋਣਾ ਪਏਗਾ, ਔਰ ਆਪ ਉਸਨੂੰ ਸਮਝਣ ਦੀ ਕੋਸ਼ਿਸ਼ ਕਰਨੀ ਪਏਗੀ ਤੁਹਾਨੂੰ। ਮੇਰਾ ਤੇ ਖਾਲੀ ਸੀ ਕਿ ਮੈਂ ਤੇ ਪੁਆਇੰਟ ਆਊਟ ਕਰਨਾ ਡਾਇਰੈਕਸ਼ਨ ਖਾਲੀ, ਯੂ نو, ਮੇਰਾ ਕੰਮ ਤੇ ਉਹੀ ਹੈ ਖਾਲੀ। ਪਰ ਦੇਖੋ ਇਹਨਾਂ ਸੱਚ ਦੀਆਂ ਪੌੜੀਆਂ ਵਿੱਚ, ਸ਼ਲੋਕ ਵਿੱਚ ਮਹਾਰਾਜ ਕਿੰਨੀ ਖੂਬਸੂਰਤੀ ਨਾਲ ਉਸ ਸੱਚ ਦੀ 5 ਸਟੇਜਸ ਨੂੰ ਡਿਫਾਈਨ ਕਰਕੇ ਦੱਸ ਦਿੰਦੇ ਹਨ ਕਿ ਦੇਖ ਪੁਰਖਾ ਜੇ ਕਰਨਾ ਹੈ ਤੇ ਇਹ ਸਟੇਜਸ ਹਨ ਤੇਰੀਆਂ, ਜੇ ਇਹ ਕਰੇਗਾ ਤੇ ਹੋ ਜਾਏਗਾ ਕੰਮ। ਸੋ ਹੁਣ ਅਸੀਂ ਹੁਣ ਸਾਡੇ ਵਰਗੇ ਹਨ ਜਿਹੜੇ ਗੱਲ ਨਹੀਂ ਸੁਣਦੇ ਜਿਹੜੀ ਕਿਸੇ ਦੀ, ਬਟ ਉਹ ਦੈਟਸ ਡਿਫਰੈਂਟ ਸਟੋਰੀ। ਹਾਂਜੀ, ਸੋ ਥੈਂਕ ਯੂ ਫॉर ਪੋਇੰਟਿੰਗ ਦੈਟ ਆਊਟ। ਹਾਂਜੀ, ਐਨੀ ਮੋਰ ਕੁਐਸਚਨ ਜੀ? No questions? Okay ji. I will stay here a minute or two. Vaheguru ji ka Khalsa, Vaheguru ji ki Fateh. Thank you for coming ji. And I realize ki things are opening up, a lot less people